ਫਤਿਹ। ਨਿੱਜਾ ਸਾਹਿਬ ਤੁਸੀਂ ਕੀ ਵਿਚਾਰ, ਤੁਸੀਂ ਵੀ ਥੋੜੀ ਵਿਚਾਰ ਪਾਓ ਥੋੜਾ ਜਿਹਾ। ਮੈਂ ਇਹਦੇ ਤੇ ਕਥਾ ਚੱਲਦੀ ਆ ਤੇ ਫਤਿਹ ਦੇ ना बहुत बढ़िया जी, बिल्कुल बिल्कुल सही विचार तो पहले ही बात है। वाहिगुरू जी का खालसा वाहिगुरू जी की फतेह वीर जीओ। हाँ जी रेशम लाल जी, वाहिगुरू जी का खालसा वाहिगुरू जी की फतेह। वाहिगुरू जी का खालसा वाहिगुरू जी की फतेह। वाहिगुरू जी का खालसा वाहिगुरू जी का खालसा। अच्छा साध संगत जी आज की फतेह बात कर लईए, हुण कथे शुरू करिए। वाहिगुरू जी का खालसा वाहिगुरू जी की फतेह। माइक सारे तुसीं बंद कर दो। वाहिगुरू जी का ਹਾਂ ਗੋਰਖੀ ਸਾਹਿਬ ਵਿਚਾਰ ਤਾਂ ਇਹ ਹੈਗਾ ਵੀ ਜਦ ਮਾਤਾ ਆਪਣੀ ਨੂੰ ਤੁਸੀਂ ਜਿਹੜਾ ਹੈਗਾ ਉਹਨੂੰ ਨਹੀਂ ਬਖਸ਼ਦੇ ਤੇ ਬਾਕੀਆਂ ਨੂੰ ਤਾਂ ਬਾਕੀਆਂ ਦਾ ਵਿਚਾਰ ਕੀ ਹੋ ਸਕਦਾ ਹੈ। ਸਾਰੇ ਇੱਕ ਬਰੋਬਰ ਹੈ। ਇਹ ਸਟੇਜ ਚਾਹੀਦੀ ਹੈ, ਇਹ ਸਟੇਜ ਚਾਹੀਦੀ ਆ। ਇਹ ਮਾਤਾ ਵੀ ਵਿੱਚ ਹੀ ਆ, ਇਹ ਸੰਗਤ ਆ। ਇਹ ਤੇ ਸਤਿ ਸ੍ਰੀ ਅਕਾਲ ਬੁਲਾਤੀ, ਵਾਹਿਗੁਰੂ ਜੀ ਕੀ ਫਤਿਹ ਬੁਲਾਤੀ, ਉਹਦਾ ਕੋਈ ਗਰੰਟੀ ਨਹੀਂ ਆ ਕਿ ਵਾਪਸ ਜਵਾਬ ਆਊਗਾ। ਜੇ ਬ੍ਰਹਮ ਚ ਬੈਠੇ ਆ ਆਪਾਂ, ਜੇ ਆਪਾਂ ਆਸ ਰੱਖ ਕੇ ਬੈਠੇ ਆ ਵਾਪਸ ਜਵਾਬ ਆਉਂਦਾ ਹੈ ਤੇ ਇਹਦਾ ਮਤਲਬ ਚਿੱਤ ਉੱਥੇ ਬੈਠਾ ਵਾ, ਚਿੱਤ ਪ੍ਰਗਟ ਹੋਣ ਦਿਆ ਤੁਹਾਡਾ। ਵਾਹ ਜੀ ਵਾਹ। ਕਿਉਂਕਿ ਉਹ ਬੜੀ ਖਤਰਨਾਕ ਹੈ ਜਿਹੜੀ ਵਾਪਸੀ ਦੀ। ਮੁੜ ਕੇ ਤੁਸੀਂ ਇੱਕ ਇੱਕ ਨੂੰ ਸਤਿ ਸ੍ਰੀ ਅਕਾਲ ਬੁਲਾਈ, ਅਗਲੇ ਨਹੀਂ ਬੁਲਾਈ, ਤੁਹਾਨੂੰ 3-4 ਘੰਟੇ ਚੈਨ ਨਾਲ ਤੁਹਾਡੀ ਸ਼ਾਂਤੀ ਭੰਗ ਹੋ ਜਾਣੀ ਆ। ਇਹ ਤੇ ਚਿੱਤ ਪ੍ਰਗਟ ਹੁੰਦਾ ਇੱਥੇ। ਬਿਲਕੁਲ ਇਹ ਚੀਜ਼ਾਂ ਬੜੀਆਂ ਸੂਖਮ ਨੇ। ਜਦੋਂ ਗਾਂਹ ਚੱਲਾਂਗੇ ਨਾ ਤੇ ਉਹ ਪਤਾ ਲੱਗਦਾ ਬੰਦੇ ਦੀ ਧਿਆਨ ਆਪਣੇ ਤੇ ਆਉਂਦਾ ਜਾਂਦਾ। ਹਾਂਜੀ ਨਿੱਜਾ ਸਾਹਿਬ ਆਈ ਵਿਚਾਰ ਸ਼ੁਰੂ ਕਰੋ। ਮੈਂ ਤਾਂ ਇਹ ਕਹਿਣਾ ਵੀ ਟਾਰਗੇਟ ਜਿਹੜਾ ਹੈਗਾ ਨੋਟ ਕਰ ਲਈਏ ਅਸੀਂ, ਜਿਹੜਾ ਹੈਗਾ ਸਾਡਾ ਟਾਰਗੇਟ ਆ ਹੈਗਾ ਭਾਈ। ਮੈਂ ਤਾਂ ਕਹਿਤਾ ਵਾ ਕਿ ਤੁਹਾਡੇ ਤੇ ਬੁਲਡੋਜ਼ਰ ਲੰਘ ਜਾਵੇ ਤੇ ਤੁਹਾਨੂੰ ਪਤਾ ਉਹਨੇ ਲੱਗੇ, ਪਤਾ ਨਹੀਂ ਲੱਗੇ ਵਿੱਚ ਕੋਈ ਹੈਗਾ ਵੀ ਆ। ਇੱਕ ਦਿਨ ਆਵੇ ਤੇ ਮੋਕਸ਼ ਦੀ ਇੱਛਾ ਵੀ ਖਤਮ ਹੋ ਜੇ। ਉਹ ਕੰਮ ਤੇ ਕਰਦਾ ਨਿੱਜਰ ਸਾਹਿਬ, ਉਹਦੇ ਅੰਦਰ ਕੋਈ ਤਰੰਗ ਪ੍ਰਗਟ ਨਹੀਂ ਹੁੰਦੀ ਜੇ। ਹਾਵਲੋ ਤੁਹਾਡੀ ਆਖਰੀ ਅਵਸਥਾ ਇਹ ਜੇ। ਬਿਲਕੁਲ। ਅੱਜ ਆਪਾਂ ਜਿਹੜੀ ਹੈਗੀ ਆ ਜਿਹੜੀ ਸਾਰੰਗ ਦੀ ਵਾਰ ਹੈਗੀ ਆ ਇਹਦੇ ਆਖਰੀ ਪੜਾਅ ਤੇ ਆ ਰਹੇ ਆ। ਬਸ 35ਵੀਂ ਜਿਹੜੀ ਹੈਗੀ ਆ, 34 ਲੈ ਲਈਆਂ ਸੀ ਆਪਾਂ ਨੇ ਪੌੜੀਆਂ ਤੇ 35ਵੀਂ ਪੌੜੀ ਲੈਣੀ ਆ। ਤੇ 34 ਦੇ ਵਿੱਚ ਮਹਾਰਾਜ ਨੇ ਦੱਸਿਆ ਸੀਗਾ ਵੀ ਇਹ ਕਿਸੇ ਦੀ ਨਾ ਮਾਈਕ ਖੁੱਲਾ ਹੋਇਆ ਜੀ, ਪਤਾ ਨਹੀਂ ਕਿਹਦਾ ਹੈਗਾ। ਇੱਕ ਸੈਕਿੰਡ, ਹੈਪੀ ਸ਼ਾਇਦ ਹੈਪੀ, ਦੇਖ ਲਓ ਮਾਈਕ ਬੰਦ ਕਰ ਦਿਓ ਪਲੀਜ਼। ਨਹੀਂ ਹਾਲੇ ਹੋਰ ਵੀ ਹੈਗਾ ਕਿਸੇ ਦਾ, ਇੱਕ ਸੈਕਿੰਡ ਮੈਂ ਦੇਖਦਾ ਜੀ। ਬਲਜੀਤ ਔਲਖ ਹੈਗੇ ਜੀ, ਬਲਜੀਤ ਔਲਖ। ਇਹ ਮਾਈਕ ਬੰਦ ਕਰ ਦਿਓ ਬਲਜੀਤ ਔਲਖ ਜੀ। ਮੈਂ ਕਰਦਾ ਦੇਖੋ ਇਹ ਹੋ ਗਿਆ ਜੀ। ਪੌੜੀ ਉਹਦੇ ਵਿੱਚ ਮਹਾਰਾਜ ਨੇ ਦੱਸਿਆ ਸੀਗਾ 34ਵੀਂ ਪੌੜੀ ਦੇ ਵਿੱਚ ਵੀ ਇਹ ਦਾਤ ਜਿਹੜੀ ਹੈਗੀ ਪੂਰੇ ਗੁਰੂ ਦੀ ਦਾਤ ਹੈਗੀ ਆ। ਇਹ ਪ੍ਰੇਮ ਭਗਤੀ ਜਿਹੜੀ ਹੈਗੀ ਆ, ਇਸੇ ਵਾਸਤੇ ਆਪਾਂ ਆਏ ਆ ਸੰਸਾਰ ਦੇ ਵਿੱਚ। ਔਰ ਆਪਾਂ ਨੇ ਜਿਹੜਾ ਹੈਗਾ ਚੁਆਇਸ ਕਰਨੀ ਆ ਇਹਦੀ। ਪੂਰੇ ਗੁਰੂ ਨੇ ਆਪਣੇ ਅੰਦਰ ਜਿਹੜੀ ਹੈਗੀ ਆ ਇਹਦੇ ਬਾਰੇ, ਦੋਨੋਂ ਰਸਤਿਆਂ ਦੇ ਬਾਰੇ ਚਾਨਣ ਪਾਉਣਾ ਹੈ। ਆਪਾਂ ਨੂੰ ਗਿਆਨ ਮਿਲਣਾ ਹੈ ਜੀਵਨ ਦੇ ਵਿੱਚ, ਔਰ ਆਪਾਂ ਨੇ ਰਸਤਾ ਕਿਹੜਾ ਫੜਨਾ ਆ ਉਹਦੇ ਬਾਰੇ ਮਹਾਰਾਜ ਦੱਸ ਰਹੇ। ਭਾਈ ਪੂਰੇ ਗੁਰੂ ਦੀ ਦਾਤ ਜਿਹੜੀ ਹੈਗੀ ਆ, ਜੇ ਤੂੰ ਲਿਵ ਵਾਲਾ ਰਸਤਾ, ਧਿਆਨ ਸਿਮਰਨ ਵਾਲਾ ਰਸਤਾ ਜੋ ਮਾਲਕ ਨੇ ਖੇਡ ਬਣਾਈ ਆ। ਇਹ ਖੇਡ ਜਿਹੜੀ ਹੈਗੀ ਮਾਲਕ ਨੇ ਖੇਡ ਬਣਾਈ ਆ। ਦੇਖੋ ਲਿਵ ਔਰ ਦਾਤ ਦੋ ਰਸਤੇ ਬਣਾਏ ਹੋਏ ਆ, ਇਹ ਦੋ ਦੇ ਵਿੱਚ ਦੁਨੀਆ ਸਾਰੀ ਚੱਲ ਰਹੀ ਆ। ਇੱਕ ਪਦਾਰਥ ਹੈਗੇ ਔਰ ਇੱਕ ਜਿਹੜਾ ਹੈਗਾ ਉਹ ਨਿਰਾਕਾਰ ਮਾਲਕ ਪਰਮਾਤਮਾ ਹੈਗਾ। ਆਪਾਂ ਜਿਹੜੇ ਹੈਗੇ ਆਪਾਂ ਨੂੰ ਮਾਲਕ ਨੇ ਸਰੀਰ ਦੀ ਕੈਦ ਦੇ ਵਿੱਚ ਰੱਖਿਆ। ਸਰੀਰ ਆਪਾਂ ਨੂੰ ਜਿਹੜਾ ਇਸ ਤਰ੍ਹਾਂ ਮਾਲਕ ਨੇ ਬਣਾ ਦਿੱਤਾ ਹੈ ਕਿ ਆਪਾਂ ਨੂੰ ਲੱਗਦਾ ਨਹੀਂ ਹੈ ਕਿ ਆਪਾਂ ਜਿਹੜੇ ਹੈਗੇ ਸਰੀਰ ਤੋਂ ਵੱਖ ਹੈਗੇ ਆ। ਇਹੀ ਦੇਖ ਲਓ ਇੰਨੀ ਜ਼ਬਰਦਸਤ ਜਿਹੜੀ ਹੈਗੀ, ਇੰਨੀ ਇਹਦੇ ਵਿੱਚ ਜਿਹੜੀ ਹੈਗੀ ਆ ਇਸ ਤਰੀਕੇ ਦੇ ਨਾਲ ਸੱਚ ਝੂਠ ਨੂੰ ਸੱਚ ਦੇ ਵਿੱਚ ਲਪੇਟ ਕੇ ਇੰਨਾ ਜ਼ਬਰਦਸਤ ਪੇਸ਼ ਕੀਤਾ ਹੈ ਕਿ ਜਿਹਦੇ ਵਿੱਚ ਜਿਹੜਾ ਹੈਗੇ ਚੰਗੇ ਜਿਹੜੇ ਹੈਗੇ ਦੁਨੀਆ ਸਾਰੀ ਦੀ ਸਾਰੀ ਜਿਹੜੀ ਹੈਗੀ ਧੋਖਾ ਖਾਈ ਜਾ ਰਹੀ ਹੈ। ਇਸੇ ਨੂੰ ਮਹਾਰਾਜ ਜਿਹੜੇ ਹੈਗੇ ਇਹ ਗਿਆਨ ਜਿਹੜਾ ਹੈਗਾ ਆਹੀ ਗਿਆਨ, ਸੱਚ ਔਰ ਝੂਠ ਦਾ ਗਿਆਨ ਲੈਣਾ ਹੈ ਆਪਾਂ ਨੇ। ਜੇ ਆਪਾਂ ਫਿਰ ਜਿਹਨੂੰ ਇਹ ਧਿਆਨ ਸਿਮਰਨ ਵਾਲਾ ਰਸਤਾ ਜਿਹੜਾ ਹੈਗਾ, ਇਸ ਤੋਂ ਨਿਕਲਣ ਵਾਲਾ ਰਸਤਾ ਜਿਹੜਾ ਹੈਗਾ ਪਤਾ ਲੱਗ ਜਾਂਦਾ ਹੈ, ਉਹ ਫਿਰ ਉਸ ਰਸਤੇ ਤੇ ਗਤੀ ਕਰਦਾ ਹੈ।
ਔਰ ਮਾਇਆ ਨੂੰ ਜਿਹੜਾ ਹੈਗਾ ਆਪਣੀ ਨੀਡ ਸਮਝ ਕੇ, ਜਿਹੜਾ ਜਿੰਨੀ ਕੁ ਨੀਡ ਹੈਗੀ ਆ, ਜਿੰਨੀ ਕੁ ਉਹਦੀ ਜ਼ਰੂਰਤ ਹੈਗੀ ਆ, ਉਨੀ ਕੁ ਯੂਜ਼ ਕਰਦਾ ਹੈ। ਗਰੀਡ ਨਹੀਂ ਬਣਾਉਂਦਾ, ਲਾਲਚ ਨਹੀਂ ਬਣਾਉਂਦਾ। ਤੇ ਫਿਰ ਇਹ ਦਾਤ ਜਿਹੜੀ ਹੈਗੀ ਧਿਆਨ ਸਿਮਰਨ ਵਾਲੀ ਨਿੱਤ ਜਿਹੜੀ ਹੈਗੀ ਵੱਧਦੀ ਆ। ਮਾਲਕ ਪਰਮਾਤਮਾ ਦਿੰਦਾ ਹੈ, ਖੁਸ਼ ਹੁੰਦਾ ਹੈ, ਕਿਉਂਕਿ ਇਹ ਸਹੀ ਰਸਤਾ ਬੁੱਝ ਰਿਹਾ ਹੈ, ਸਹੀ ਰਸਤੇ ਤੇ ਤੁਰ ਰਿਹਾ ਹੈ। ਔਰ ਇਹ ਦਾਤ ਨੂੰ ਜਿਹੜਾ ਹੈਗਾ ਮਾਲਕ ਜਿਹੜੀ ਦਾਤ ਦੇ ਰਿਹਾ, ਇਹ ਕੋਈ ਇਹਨੂੰ ਲੁਕਾ ਨਹੀਂ ਸਕਦਾ, ਛੁਪਾ ਨਹੀਂ ਸਕਦਾ। ਇਹ ਪ੍ਰਗਟ ਹੋ ਜਾਣਾ ਹੈ। ਬ੍ਰਹਮ ਗਿਆਨੀ ਜਾਂ ਅਭਿਆਸੀ ਜਿਹੜੇ ਹੈਗੇ, ਇਹਨਾਂ ਦੀ ਸੋਭਾ ਹੋਣੀ ਹੈ ਲੋਕ ਪਰਲੋਕ ਦੇ ਵਿੱਚ, ਕਿਉਂਕਿ ਇਹ ਜਿਹੜੀ ਹੈਗੀ ਇਹ ਮਾਲਕ ਪਰਮਾਤਮਾ ਦੇ ਜਿਹੜੀ ਹੈਗੀ ਖੇਡ ਨੂੰ ਬੁੱਝ ਕੇ ਸਹੀ ਰਸਤੇ ਤੇ ਤੁਰ ਰਹੇ ਆ। ਔਰ ਉਹਨਾਂ ਦੇ ਅੰਦਰ ਹਿਰਦਾ ਕਮਲ ਪ੍ਰਕਾਸ਼, ਹਿਰਦੇ ਕਮਲ ਦੇ ਵਿੱਚ ਜਿਹੜਾ ਹੈਗਾ ਅੰਮ੍ਰਿਤ ਰਸ ਆ ਜਾਂਦਾ ਆ, ਔਰ ਉਹਨਾਂ ਦੀ ਲਿਵ ਲੱਗ ਜਾਂਦੀ ਹੈ। ਹੁਣ ਇਸ ਤੋਂ ਬਾਅਦ ਅਗਲੀ ਜਿਹੜੀ ਹੈਗੀ ਆ ਪੌੜੀ, ਉਹਦਾ ਸ਼ਲੋਕ ਆ ਗਿਆ। ਸ਼ਲੋਕ ਮਹਲਾ ਤੀਜਾ। ਅਮਰ ਵੇ ਪ੍ਰਵਾਹ ਹੈ ਤਿਸ ਨਾਲ ਸਿਆਣਪ ਨਾ ਚੱਲਈ, ਨਾ ਹੁਜਤ ਕਰਨੀ ਜਾਏ। ਇਹਦੇ ਵਿੱਚ ਤੀਸਰੀ ਪਾਤਸ਼ਾਹੀ ਕਹਿ ਰਹੀ ਆ ਕਿ ਭਾਈ ਦੇਖ, ਉਹ ਮਾਲਕ ਪਰਮਾਤਮਾ ਜਿਹੜਾ ਹੈਗਾ, ਜਿਹਦੀ ਖੇਡ ਹੈਗੀ, ਜਿਹਦਾ ਹੁਕਮ ਚੱਲ ਰਿਹਾ ਹੈ ਦੁਨੀਆ ਦੇ ਵਿੱਚ, ਜਿਹੜਾ ਕੰਟਰੋਲਰ ਹੈਗਾ, ਕਹਿੰਦੇ ਉਹਦਾ ਹੁਕਮ ਦੁਨੀਆ ਦੇ ਵਿੱਚ ਚੱਲਣਾ ਹੈ ਭਾਈ। ਜੋ ਉਹ ਚਾਹੁੰਦਾ ਹੈ ਉਹ ਹੋਣਾ ਹੈ। ਔਰ ਉਹ ਮਾਲਕ ਪਰਮਾਤਮਾ ਜਿਹੜਾ ਹੈਗਾ ਬੇਪਰਵਾਹ ਹੈ, ਉਹਨੂੰ ਕਿਸੇ ਦੀ ਕੋਈ ਪਰਵਾਹ ਨਹੀਂ, ਕਿਸੇ ਦੇ ਦਬਾਅ ਦੇ ਹੇਠ ਕੰਮ ਨਹੀਂ ਕਰਦਾ। ਉਹ ਕਿਸੇ ਦੀ ਐਡਵਾਈਸ ਨਹੀਂ ਲੈਂਦਾ। ਉਹ ਅਮਰ ਬੇਪਰਵਾਹ ਹੈ। ਅਮਰ ਦਾ ਮਤਲਬ ਹੁੰਦਾ ਹੁਕਮ। ਉਹ ਮਾਲਕ ਬੇਪਰਵਾਹ ਜਿਹੜਾ ਹੈਗਾ, ਉਹਦਾ ਹੁਕਮ ਉਹ ਚੱਲਣਾ ਹੈ। ਉਹਦੇ ਨਾਲ ਤਿਸ ਨਾਲ ਸਿਆਣਪ ਨਾ ਚੱਲਈ, ਨਾ ਹੁਜਤ ਕਰਨੀ ਜਾਏ। ਕਹਿੰਦੇ ਉਹਦੇ ਨਾਲ ਕੋਈ ਜਿਹੜੀ ਹੈ ਤੇਰੀ ਚਤੁਰਾਈ ਜਿਹੜੀ ਹੈਗੀ, ਤੇਰੀ ਬੁੱਧੀ ਜਿਹੜੀ ਹੈਗੀ ਆ, ਇਹਨੇ ਨਹੀਂ ਚੱਲਣਾ ਉੱਥੇ। ਤੇ ਨਾ ਹੀ ਜਿਹੜਾ ਹੈਗਾ ਤੂੰ ਕੋਈ ਹੁਜਤ ਕਰ ਸਕਦਾ ਹੈ ਉਹਦੇ ਅੱਗੇ, ਉਹਦੇ ਹੁਕਮ ਦੇ ਅੱਗੇ। ਦਲੀਲਬਾਜੀ, ਹੁਜਤ ਕੀ ਹੁੰਦੀ ਆ ਬਈ? ਦਲੀਲ ਵਾਲੀ ਸਲਾਮ ਜਵਾਬ ਦੋਵੇਂ ਕਰੇ। ਅਮਰ ਬੇਪਰਵਾਹ ਹੈ ਤਿਸ ਨਾਲ ਸਿਆਣਪ ਨਾ ਚੱਲਈ, ਨਾ ਹੁਜਤ ਕਰਨੀ ਜਾਏ। ਉੱਥੇ ਕੀ ਕਰਨਾ ਹੋਊਗਾ? ਆਪ ਛੋੜ ਸਰਣਾਏ ਭਵੈ, ਮਨ ਲੈ ਰਜਾਏ। ਇਹਦੇ ਵਿੱਚ ਹੀ ਪਾਈ ਆਪਣੀ ਵਡਿਆਈ ਹੈਗੀ ਆ। ਜੇ ਆਪਣੀ ਹਉਮੈ ਨੂੰ ਕਿਸੇ ਤਰੀਕੇ ਦੇ ਨਾਲ ਆਪਣੀ ਬੁੱਧੀ, ਆਪਣੀ ਸਿਆਣਪ ਛੱਡ ਕੇ ਆਪਾਂ ਜਿਹੜੇ ਹੈਗੇ ਆ ਸ਼ਰਨਾਈ ਪੈ ਜਾਈਏ, ਮਾਲਕ ਦੀ ਸ਼ਰਨ ਦੇ ਵਿੱਚ ਚਲੇ ਜਾਈਏ। ਮਾਲਕਾ, ਮੈਂ ਜਿਹੇ ਜਿਹਾ ਵੀ ਹੈਗਾ ਆ, ਤੇਰਾ ਹੈਗਾ ਆ। ਬਸ ਆਪ ਛੋੜ ਸਰਣਾਏ ਪਵੈ, ਮਨ ਲੈ ਰਜਾਏ। ਮੈਨੂੰ ਮਾਲਕਾ, ਮੈਨੂੰ ਗਾਈਡੈਂਸ ਦੇ, ਮੈਨੂੰ ਜਿਹੜਾ ਹੈਗਾ ਸਹੀ ਰਸਤੇ ਤੇ ਪਾ। ਬਸ ਉਹ ਮਾਲਕ ਦੀ ਰਜ਼ਾ ਮੰਨ ਲੈ। ਜੋ ਹੋ ਰਿਹਾ ਆ ਉਹੀ ਮਾਲਕ ਦੀ ਰਜ਼ਾ ਹੈਗੀ ਆ। ਉਸ ਦੀ ਰਜ਼ਾ ਤੋਂ ਇਲਾਵਾ ਕੁਝ ਵੀ ਨਹੀਂ ਹੋ ਸਕਦਾ ਦੁਨੀਆ ਦੇ ਵਿੱਚ। ਜਿਹੜੀ ਚੀਜ਼ ਹੋ ਰਹੀ ਹੈ ਉਹ ਮਾਲਕ ਦੀ ਰਜ਼ਾ ਹੈ, ਭਾਵੇਂ ਨੈਗੇਟਿਵਿਟੀ ਹੈ, ਭਾਵੇਂ ਪੋਜ਼ਿਟਿਵਿਟੀ ਹੈ। ਗੁਰਮੁਖੇ ਜਮ ਡੰਡ ਨਾ ਲੱਗ ਗਈ, ਹਉਮੈ ਵਿੱਚੋਂ ਜਾਏ। ਆਪਣੇ ਗੁਰੂ ਕਹਿ ਰਹੇ ਭਾਈ, ਤੀਸਰੀ ਪਾਤਸ਼ਾਹੀ ਕਹਿ ਰਹੀ ਆ, ਕਹਿੰਦੇ ਜੇ ਇਸ ਦੇ ਵਿੱਚ ਜੇ ਇਸ ਤਰੀਕੇ ਦੇ ਨਾਲ ਜੋ ਬ੍ਰਹਮ ਗਿਆਨੀ ਹੈਗੇ ਉਹਨਾਂ ਦੀ ਗੱਲ ਮੰਨ ਲਵਾਂਗੇ, ਔਰ ਆਪਾਂ ਇਸ ਗੱਲ ਮੰਨ ਕੇ ਆਪਣਾ ਇਸ ਗੱਲ ਤੇ, ਇਸ ਗਿਆਨ ਦੇ ਅਨੁਸਾਰ ਚੱਲਣ ਲੱਗ ਜਾਵਾਂਗੇ, ਆਪਣੇ ਜੀਵਨ ਨੂੰ ਜਿਹੜਾ ਘੜਨ ਲੱਗ ਜਾਵਾਂਗੇ, ਤੇ ਜਮ ਦਾ ਡੰਡ ਨਹੀਂ ਲੱਗੇਗਾ। ਉੱਥੇ ਧਰਮਰਾਜ ਦੇ ਕੋਲ ਪੇਸ਼ੀ ਨਹੀਂ ਹੋਏਗੀ। ਜਮ ਦਾ ਡੰਡ ਕੀ ਹੈਗਾ? ਜਮ ਦਾ ਡੰਡ ਹੈਗਾ 84 ਲੱਖ ਜੂਨਾ। ਕੀ ਪਤਾ ਕਿੱਥੇ ਜਾਣਾ ਹੈ? ਕਹਿੰਦੇ ਨਹੀਂ ਲੱਗੇਗਾ ਪਾਏ। ਗੁਰਮੁਖੇ ਜਮ ਡੰਡ ਨਾ ਲੱਗੇ, ਹਉਮੈ ਵਿੱਚੋਂ ਜਾਏ। ਔਰ ਹਉਮੈ ਜਿਹੜੀ ਹੈਗੀ ਆ, ਹਉਮੈ ਦੀਰਘ ਰੋਗ ਹੈ। दारू भी इस माहे कृपा करे जे अपनी, ਤਾਂ ਗੁਰ ਕਾ ਸ਼ਬਦ ਕਮਾਏ। ਇਹ ਮਹਾਰਾਜ ਕਹਿੰਦੇ ਆ ਹਉਮੈ ਦੀਰਘ, ਕਹਿੰਦੇ ਬਹੁਤ ਹੀ ਜਿਹੜਾ ਹੈਗਾ ਗੰਭੀਰ ਰੋਗ ਹੈਗਾ, ਪਰ ਇਹ ਰੋਗ ਲਾ ਇਲਾਜ ਨਹੀਂ ਹੈਗਾ। ਹਉਮੈ ਦੀਰਘ ਰੋਗ ਹੈ। दारू ਵੀ ਇਸ ਮਾਏ, ਇਹਦੇ ਵਿੱਚ
ਇਹਦੇ ਵਿੱਚ ਦਵਾਈ ਵੀ, ਇਹਦਾ ਇਲਾਜ ਵੀ ਹੈਗਾ। ਕਿਰਪਾ ਕਰੇ ਜੀ ਆਪਣੀ ਤਾਂ ਗੁਰ ਕਾ ਸ਼ਬਦ ਕਮਾਏ। ਆਹੀ ਗੁਰੂ ਦੇ ਸ਼ਬਦ ਦੀ ਕਮਾਈ, ਧਿਆਨ ਸਿਮਰਨ। ਜੇ ਮਾਲਕ ਕਿਰਪਾ ਕਰ ਦੇ ਤੇ ਆਹ ਦਵਾਈ ਜਿਹੜੀ ਹੈ ਖਾਣੀ ਸ਼ੁਰੂ ਕਰ ਦੇ ਤੇ ਹਉਮੈ ਜਿਹੜੀ ਹੈ ਚਲੇ ਜਾਏਗੀ। ਆਪ ਛੋੜ ਸਰਨਾਏ ਪਵੈ ਮੰਨ ਲੈ ਰਜਾਏ। ਜਿਹੜਾ ਮੰਨ ਲਊਗਾ ਇਹ ਰਜ਼ਾ ਨੂੰ, ਮਾਲਕ ਪਰਮਾਤਮਾ ਦੀ ਰਜ਼ਾ ਨੂੰ ਮੰਨ ਕੇ ਜੋ ਹੋ ਰਿਹਾ ਆ, ਜਿਸ ਤਰ੍ਹਾਂ ਜੋ ਆਪਣੀ ਪ੍ਰਾਲਬਧ ਹੈਗੇ ਉਹਦੇ ਅਨੁਸਾਰ ਜੋ ਵੀ ਆਪਾਂ ਨੂੰ ਮਿਲ ਰਿਹਾ ਆ, ਜੋ ਵੀ ਆਪਣੇ ਕੋਲੋਂ ਜਾ ਰਿਹਾ ਆ, ਬਸ ਉਹਦਾ ਹੁਕਮ ਮੰਨ ਕੇ ਜਿਹੜਾ ਹੈਗਾ ਧਿਆਨ ਸਿਮਰਨ ਵਾਲਾ ਜਿਹੜੀ ਹੈਗੀ ਆ ਇਹ ਕਾਰਵਾਈ, ਇਹ ਐਕਸ਼ਨ ਕਰਦਾ ਰਹੂਗਾ ਤੇ ਫਿਰ ਜਮ ਡੰਡ ਨਹੀਂ ਲੱਗੂਗਾ ਔਰ ਨਾਲ ਨਾਲ ਹਉਮੈ ਵੀ ਚਲੇ ਜਾਏਗੀ। ਗੁਰਮੁਖੇ ਜਮ ਡੰਡ ਨਾ ਲੱਗੇ, ਹਉਮੈ ਵਿੱਚੋਂ ਜਾਏ। ਨਾਨਕ ਸੇਵਕ ਸੋਈ ਆਖੀਏ, ਜੇ ਸੱਚੇ ਰਹੇ ਲਿਵ ਲਾਏ। ਕਹਿੰਦੇ ਉਹੀ ਸੇਵਕ ਆ ਪਾਏ, ਉਹੀ ਸੇਵਕ ਕਾਢਿਆ ਜਾਣਾ ਹੈ, ਉਹੀ ਸੇਵਕ ਜਿਹੜਾ ਹੈਗਾ ਆਖਿਆ ਜਾ ਸਕਦਾ ਆ, ਆਖਿਆ ਜਾ ਸਕਦਾ ਹੈ ਕਹਿ ਰਹੇ। ਨਾਨਕ ਸੋਈ ਸੇਵਕ ਸੋਈ ਆਖੀਏ, ਕਿਹੜਾ ਜੇ ਸੱਚੇ ਰਹੇ ਲਿਵ ਲਾਏ। ਜਿਹੜਾ ਸੱਚ ਦੇ ਨਾਲ ਲਿਵ ਲਗਾਉਂਦਾ ਆ, ਲਿਵ ਲਗਾ ਕੇ ਰਹਿੰਦਾ ਹੈ। ਲਿਵ ਕਿਵੇਂ ਲੱਗਣੀ ਆ? ਲਿਵ ਤਾਂ ਅਗਲੀ ਸਟੇਜ ਹੈਗੀ ਆ, ਪਹਿਲਾਂ ਸਮਾਧੀ ਹੈਗੀ, ਫਿਰ ਲਿਵ ਲੱਗਣੀ ਆ। ਧਿਆਨ ਸਿਮਰਨ ਕਰਾਂਗੇ ਤੇ ਉਹਦੇ ਨਾਲ ਜਿਹੜੀ ਹੈਗੀ ਧਿਆਨ ਲੱਗ ਜਾਏਗਾ। ਧਿਆਨ ਕਿਵੇਂ ਲੱਗੇਗਾ? ਧਿਆਨ ਲੱਗੇਗਾ ਜੇ ਆਪਾਂ ਜਿਹੜੇ ਹੈਗੇ ਆਪਣੇ ਅੰਦਰ ਜਿਹੜਾ ਹੈਗਾ ਵੜਾਂਗੇ ਤੇ ਬੈਠਾਂਗੇ ਅੰਦਰ ਜਿਹੜੇ ਹੈਗੇ ਆ, ਆਪਣੇ ਅੰਦਰ ਜਿਹੜੇ ਹੈਗੇ ਆ ਬੈਠ ਕੇ ਆਪਣੇ ਆਪ ਨੂੰ ਆਬਜ਼ਰਵ ਕਰਾਂਗੇ। ਫਿਰ ਕਰੇ ਬੈਸੋ ਹਰ ਜਨ ਪਿਆਰੇ, ਸਤਿਗੁਰ ਤੁਮਰੇ ਕਾਜ ਸਵਾਰੇ। ਆਪਣੇ ਘਰ ਦੇ ਅੰਦਰ ਥਿਰ ਹੋ ਜਾਵਾਂਗੇ ਤਾਂ ਜਿਹੜਾ ਹੈਗਾ ਇਹ ਧਿਆਨ ਲੱਗੇਗਾ। ਧਿਆਨ ਲੱਗੇਗਾ ਤੇ ਫਿਰ ਲਿਵ ਲੱਗ ਜਾਏਗੀ। ਨਾਨਕ ਸੇਵਕ ਸੋਈ ਆਖੀਏ, ਜੇ ਸੱਚੇ ਰਹੇ ਲਿਵ ਲਾਏ। ਇਹ ਸ਼ਲੋਕ ਸੀਗਾ ਜੀ ਤੀਸਰੀ ਪਾਤਸ਼ਾਹੀ ਦਾ। ਸ਼ਲੋਕ ਮਹਲਾ ਤੀਜਾ। ਅਮਰ ਵੇ ਪ੍ਰਵਾਹ ਹੈ, ਤਿਸ ਨਾਲ ਸਿਆਣਪ ਨਾ ਚੱਲਈ, ਨਾ ਹੁਜਤ ਕਰਨੀ ਜਾਏ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਸਾਧ ਸੰਗਤ ਜੀ। ਇਹ ਬਾਣੀ ਆਪਾਂ ਨੂੰ ਇਹ ਸਮਝਾ ਰਹੀ ਆ ਕਿ ਪ੍ਰਮਾਤਮਾ ਦੇ ਗਾੜੀ ਜਿਹੜੀ ਨਾ ਸਿਆਣਪ ਕੰਮ ਨਹੀਂ ਕਰ ਸਕਦੀ। ਹਾਂ ਬਹੁਤ ਵਧੀਆ। ਕਿਉਂਕਿ ਕਈ ਵਾਰੀ ਏਦਾਂ ਗੱਲਾਂ ਸਮਝਾਈਆਂ ਜਾਂਦੀਆਂ ਨੇ, ਇਤਿਹਾਸ ਪੜ੍ਹੋਗੇ ਤੇ ਕਈ ਲੋਕ ਸੋਚਦੇ ਨੇ ਕਿ ਸ਼ਬਦ ਬ੍ਰਹਮ ਇਕੱਠਾ ਕਰੀ ਜਾਓ, ਕੋਈ ਮਤਲਬ ਗ੍ਰੰਥਾਂ ਦਾ ਇਹ ਨਹੀਂ ਕਿ ਇਹ ਨਹੀਂ ਹੁੰਦਾ ਕਿ ਆਪਾਂ ਬਹੁਤੇ ਜ਼ਿਆਦਾ ਗ੍ਰੰਥਾਂ ਨੂੰ ਜ਼ਿਆਦਾ ਆਪਾਂ ਆਪਣੇ ਅੰਦਰ ਲੈ ਆਉਂਦੇ ਹਾਂ ਤੇ ਆਪਾਂ ਪ੍ਰਮਾਤਮਾ ਕੋਲ ਪਹੁੰਚ ਜਾਵਾਂਗੇ ਜਾਂ ਉਹਨੂੰ ਜਾਣ ਲਵਾਂਗੇ। ਏਦਾਂ ਦੀ ਕਹਾਣੀ ਨਹੀਂ ਹੈਗੀ। ਇਹ ਇਸ ਲਈ ਬਾਣੀ ਸਾਨੂੰ ਇਹ ਸਮਝਾ ਰਹੀ ਆ ਕਿ ਉਹ ਤਰਕ ਤੇ ਵਿਤਰਕ ਤੋਂ ਪਰੇ ਆ ਸ਼ਕਤੀ। ਤੇ ਇੱਥੇ ਕਹਿੰਦੇ ਆ ਕਿ ਅਮਰ ਬੇਪਰਵਾਹ ਹੈ। ਪਹਿਲੀ ਗੱਲ ਤਾਂ ਬੇਪਰਵਾਹ ਹੈ ਔਰ ਉਹ ਸ਼ਕਤੀ। ਇਸ ਨਾਲ ਸਿਆਣਪ ਨਾ, ਉਹਦੇ ਨਾਲ ਕੋਈ ਸਿਆਣਪ ਨਾਲ ਵੀ ਗੱਲ ਨਹੀਂ ਬਣਨੀ, ਨਾ ਚੱਲੇ ਨਾ ਹੁਜਰਤ ਕਰਨੀ ਜਾਏ। ਹੁਜਰਤ ਦਾ ਮਤਲਬ ਹੁੰਦਾ ਦਲੀਲਬਾਜ਼ੀ। ਜਿੱਦਾਂ ਦਲੀਲਾਂ ਦੇਖ ਰਹੇ ਆਪਾਂ ਕਿਹਨੂੰ ਸਮਝਾਉਂਦੇ ਕਿ ਬਈ ਏਦਾਂ ਨਹੀਂ ਏਦਾਂ, ਏਦਾਂ ਨਹੀਂ ਏਦਾਂ। ਠੀਕ ਨੇ ਜੀ ਸਾਹਿਬ? ਬਿਲਕੁਲ ਠੀਕ ਹੈ ਜੀ। ਅਮਰ ਮਤਲਬ ਮਾਲਕ ਦਾ ਹੁਕਮ ਜਿਹੜਾ ਹੈਗਾ, ਉਹਦਾ ਹੁਕਮ ਜਿਹੜਾ ਹੈਗਾ ਉਹਦੇ ਅੱਗੇ ਦਲੀਲਬਾਜ਼ੀ ਨਹੀਂ ਚੱਲਦੀ। ਹਾਂ ਬਿਲਕੁਲ ਠੀਕ ਹੈ। ਹਾਂ ਉਹ ਦਲੀਲਬਾਜ਼ੀ ਨਹੀਂ ਚੱਲਦੀ ਤੇ ਕਿਉਂਕਿ ਦਲੀਲਬਾਜ਼ੀ ਦਾ ਵਿਸ਼ਾ ਨਹੀਂ ਹੈਗਾ, ਉਹ ਭਾਵਨਾ ਦਾ ਵਿਸ਼ਾ। ਤੇ ਇੱਥੇ ਸਾਧ ਸੰਗਤ ਜੀ ਬਾਣੀ ਆਪਾਂ ਨੂੰ ਇਹ ਸਮਝਾਉਣਾ ਚਾਹੁੰਦੀ ਆ ਕਿ ਮਤਲਬ ਇੱਕ ਤਰਫ ਪ੍ਰਮਾਤਮਾ ਨੂੰ ਕਹਿੰਦੇ ਆ ਦਲੀਲਬਾਜ਼ੀ ਦੀ, ਮਤਲਬ ਉਹਦੇ ਨਾਲ ਆਪਾਂ ਦਲੀਲਬਾਜ਼ੀ ਨਹੀਂ ਕਰਨੀ, ਪਰ ਦੂਜੇ ਬੰਨੇ ਬਾਣੀ ਇਹ ਵੀ ਕਹਿੰਦੀ ਆ ਕਿ ਵਿਵੇਕ ਬੁੱਧੀ ਤੋਂ ਬਿਨਾਂ ਕੋਈ ਕੰਮ ਵੀ ਨਹੀਂ ਕਰਨਾ। ਬਿਲਕੁਲ ਸਹੀ ਆ। ਦੇਖ ਲਓ ਦੋਨੋਂ ਦੇਖਣ ਨੂੰ ਕੰਟਰਾਵਰਸੀ ਲੱਗਣਗੀਆਂ ਦੋਨੋਂ। ਕਿਤੇ ਨਾ ਸੋਚ। ਹਾਂਜੀ ਦੋਨੋਂ ਚੀਜ਼ਾਂ ਕੰਟਰਾਵਰਸੀਆਂ ਲੱਗਦੀਆਂ, ਇੱਕ ਦੂਸਰੇ ਦੇ ਵਿਰੋਧਾਭਾਸ ਲੱਗਦੀਆਂ, ਪਰ ਹੈ ਦੋਨੋਂ ਜਿਹੜੀਆਂ ਇਹ ਇੱਕ ਦੂਸਰੇ ਦੀ ਸਹਾਇਕ ਹੈਗੀਆਂ। ਬਹੁਤ ਵਧੀਆ ਗੁਰਕੀ ਜੀ। ਹੁਣ ਇੱਕ ਬੰਨੇ ਇਹ ਨਾ ਸੋਚ ਲਿਓ ਕਿ ਇੱਥੇ ਪ੍ਰਮਾਤਮਾ ਨੂੰ ਮੂਰਖਾਂ ਦੀ ਭੀੜ ਚਾਹੀਦੀ ਹੈ। ਨਹੀਂ, ਏਦਾਂ ਦਾ ਨਹੀਂ ਇਸ਼ਾਰਾ ਉਹਨਾਂ ਦਾ। ਉਹਨਾਂ ਦਾ ਕਹਿਣ ਤੋਂ ਭਾਵ ਹੈ ਕਿ ਉਹਨਾਂ ਦੀ ਇਹ ਕੁਛ ਏਦਾਂ ਦੀ ਕੈਟਾਗਰੀ ਹੈਗੀ ਆ ਜਿਹੜੀ ਉਹਦੇ ਬਾਰੇ ਆਪਾਂ ਨੂੰ ਸਮਝਾ ਰਹੇ ਨੇ। ਦੂਜੀ ਤਰਫ ਜਿਹੜਾ ਦੇਖੋ ਆਪਣਾ ਜਿਹੜਾ ਨਾ, ਦੇਖੋ ਹੁਣ ਮੈਂ ਅੱਜ ਥੋੜਾ ਸਟੱਡੀ ਕਰ ਰਿਹਾ ਸੀ ਮਨ ਦੇ ਬਾਰੇ। ਹਾਂਜੀ ਹਾਂਜੀ। ਤੇ ਮਨ ਦੇ ਬਾਰੇ ਥੋੜਾ ਜਿਹਾ ਮੈਂ ਵਿਚਾਰ ਕੀਤੀ ਤੇ ਮੈਂ ਥੋੜਾ ਜਿਹਾ ਮਨ
ਮਨ ਇਹ ਤਿੰਨਾਂ ਚੋਂ ਪੰਜਾਂ ਚੀਜ਼ਾਂ 'ਚ ਗਤੀ ਕਰਦਾ ਜ਼ਿਆਦਾ। ਥੋੜਾ ਜਿਹਾ ਆਪਾਂ ਉਸ ਚੀਜ਼ ਨੂੰ ਸਮਝਾਂਗੇ ਤੇ ਤਾਂ ਜੋ ਸਾਨੂੰ ਆਪਣੇ ਮਨ ਦੇ ਥੋੜਾ ਬਾਰੇ ਪਤਾ ਲੱਗੂਗਾ। ਮਨ ਪ੍ਰਗਟ ਕਿੱਥੇ ਹੁੰਦਾ? ਮਨ ਨੰਬਰ 1 ਤੇ ਪ੍ਰਗਟ ਹੁੰਦਾ ਹੈ, ਉਹ ਹੈ ਕਲਪਨਾ, ਜਿਹਨੂੰ ਆਪਾਂ ਮੀਆਂ ਮਿੱਠੂ ਰਾਮ ਦੀ ਕਹਾਣੀ ਕਹਿੰਦੇ ਨਾ ਕਿ ਆਂਡੇ ਚੁੱਕੇ ਸਿਰ ਤੇ ਟੋਕਰੀ ਤੇ ਮੁਰਗੀ ਖਾਨਾ, ਫਿਰ ਬੱਚੇ, ਵਿਆਹ ਕਰ ਲਿਆ। ਤੇ ਏਦਾਂ ਮਨ ਏਦਾਂ ਦਾ ਕੰਮ ਕਰਦਾ ਜੇ, ਬਹੁਤ ਕਲਪਨਾ ਕਰਦਾ ਜਦੋਂ ਕਲਪਨਾ 'ਚ ਚੱਲ ਜਾਂਦਾ। ਇੱਕ ਮਨ ਦੀ ਇਹ ਸ਼ਕਤੀ ਹੈ, ਕਲਪਨਾ ਦੀ ਸ਼ਕਤੀ ਹੈ। ਇਹਦੇ 'ਚ ਇੱਕ ਸ਼ਕਤੀ ਹੋਰ ਹੈ, ਇੱਕ ਇਹ ਵਿਚਾਰ ਕਰਦਾ। ਇਹਦੇ ਕੋਲ ਦੋ ਕਿਸਮ ਦਾ ਗਿਆਨ ਹੁੰਦਾ, ਇੱਕ ਗਿਆਨ ਹੁੰਦਾ ਵਾ ਸਹੀ ਤੇ ਇੱਕ ਹੁੰਦਾ ਗਲਤ। ਸਹੀ ਵੀ ਹੁੰਦਾ ਤੇ ਗਲਤ ਵੀ ਹੁੰਦਾ। ਮਨ ਨੂੰ ਬੇਵਕੂਫ ਬਣਾ ਸਕਦਾ ਵਾ ਤੁਹਾਡੇ ਨੂੰ ਕੋਈ ਬੰਦਾ। ਇਹ ਚੀਜ਼ ਨੂੰ ਆਪ ਅੰਡਰਸਟੈਂਡ ਕਰੋ। ਮਨ ਕੋਈ ਬਹੁਤਾ ਇੰਟੈਲੀਜੈਂਟ ਨਹੀਂ ਹੈਗਾ, ਕੋਈ ਵੀ ਬੰਦਾ ਬੇਵਕੂਫ ਬਣਾ ਸਕਦਾ। ਉਹ ਕਹਾਣੀ ਨਹੀਂ ਵੇਖੀ ਜਿੱਦਾਂ ਉਹਨੇ ਪੰਡਤ ਨੇ ਮੋਢੇ ਤੇ ਬੱਕਰੀ ਚੁੱਕੀ ਤੇ ਕਹਿੰਦੇ ਇਹ ਕੁੱਤਾ ਵਾ, ਉਹਨੂੰ ਬਾਰ-ਬਾਰ ਕਹਿ ਕੇ ਉਹ ਤੁਹਾਨੂੰ ਏਦਾਂ ਦੇ ਗਲਤ ਕੰਮ ਵੀ ਲੋਕੀ ਕਰਾ ਲੈਂਦੇ ਜੋ ਧਿਆਨ ਨਾਲ। ਮਨ ਕੋਈ ਸਿਆਣਾ ਨਹੀਂ ਹੈਗਾ ਬਹੁਤਾ। ਹਾਂਜੀ ਨਿੱਜਰ ਸਾਹਿਬ, ਬਿਲਕੁਲ ਠੀਕ ਹੈ ਜੀ, ਬਿਲਕੁਲ ਠੀਕ ਹੈ। ਤੁਹਾਡੇ ਵੀ ਕੰਨ 'ਚ ਚੁਗਲੀ ਮਾਰੀ ਹੈ, 40-50 ਸਾਲ ਦਾ ਰਿਸ਼ਤਾ ਵਾ ਤੁਹਾਡਾ, ਇਹਨੇ ਕਹਿਤਾ ਚੁਗਲੀ ਮਾਰਦੀ ਹੈ, ਬੰਦਾ ਸਹੀ ਨਹੀਂ ਹੈ ਜੀ, ਤੇ ਉਹ ਇਹੋ ਲਾਈ ਤੁਸੀਂ ਦੀ ਗੱਲ ਸੁਣ ਲੈਣੀ ਅਗਲੇ ਦੀ, ਯਕੀਨ ਕਰ ਲੈਣਾ। ਮਨ ਇੰਨਾ ਲਾਈ ਲੱਗ ਹੈਗਾ। ਮਨ ਦੇ ਪਿੱਛੇ ਨਾ ਜਾਇਆ ਕਰੋ, ਮਨ ਬਹੁਤ ਸ਼ਰਾਰਤੀ ਹੈ ਪਰ ਗਲਤ ਲੈ ਜਾਂਦਾ ਫੈਸਲਾ ਅਕਸਰ। ਅੱਛਾ, ਇਹ ਇੱਕ ਕੰਮ ਹੋ ਗਈ ਕਲਪਨਾ। ਦੂਜਾ ਹੈਗਾ ਸਹੀ ਤੇ ਸਹੀ ਗਿਆਨ, ਤੀਜਾ ਹੈਗਾ ਗਲਤ ਗਿਆਨ, ਚੌਥਾ ਹੈਗਾ ਯਾਦ ਸ਼ਕਤੀ ਤੇ ਪੰਜਵਾਂ ਹੈਗਾ ਨਿਦਰਾ। ਕਲਪਨਾ ਦੇ ਵਿੱਚ ਤੁਹਾਨੂੰ ਪਤਾ ਹੀ, ਕਲਪਨਾ 'ਚ ਤੇ ਕਲਪਨਾ ਹੀ ਆ, ਬਸ ਕਲਪਨਾ ਕਰ ਵੀ ਸਕਦਾ। ਤੇ ਜਦੋਂ ਤੁਸੀਂ ਹੁਣ ਵੇਖੋ ਮਨ, ਹੁਣ ਜੇ ਤੁਸੀਂ ਕਲਪਨਾ ਕਰਦੇ ਜੋ ਨਾ ਤੇ ਸਮਝ ਲਓ ਕਿ ਤੁਹਾਡਾ ਮਨ ਜਿਹੜਾ ਕਿੱਥੇ ਚੱਲ ਗਿਆ, ਕਲਪਨਾ ਕਰਨ ਲੱਗ ਪਿਆ। ਹੁਣ ਕਈ ਵਾਰੀ ਮਨ ਜਿਹੜਾ ਨਾ ਗਲਤ ਵਿਚਾਰਧਾਰਾ 'ਚ ਵੀ ਚੱਲ ਜਾਂਦਾ ਵਾ ਔਰ ਉੱਥੇ ਵੀ ਪਹੁੰਚ ਜਾਂਦਾ ਹੈ, ਔਰ ਸਹੀ ਵਿਚਾਰਧਾਰਾ 'ਚ ਵੀ ਜਾਂਦਾ ਹੈ ਮਨ। ਇਹ ਦੋ ਆਪਸ਼ਨ ਹੋਰ ਹੋ ਗਏ, ਠੀਕ ਹੈ, 3 ਹੋ ਗਏ। ਉਸ ਤੋਂ ਬਾਅਦ ਮਨ ਕੋਈ ਇੱਕ ਹੋਰ ਬੜੀ ਵਧੀਆ ਚੀਜ਼ ਹੈਗੀ ਆ ਸਾਡੇ ਕੋਲ, ਮੈਮਰੀ ਹੈਗੀ, ਜਿਹਦੇ ਪਿੱਛੇ ਮੈਮਰੀ ਪਈ ਹੈ। ਔਰ ਮੈਮਰੀ ਦੇ ਵਿੱਚ ਵੀ ਚੱਲ ਜਾਂਦਾ ਹੈ। ਤੇ ਪਰ ਮੈਮਰੀ 'ਚ ਤੁਹਾਨੂੰ ਪਤਾ ਹੀ ਹੈ ਮੈਮਰੀ ਦਾ ਮਤਲਬ ਕੀ ਹੁੰਦਾ। ਮੈਮਰੀ ਦਾ ਮਤਲਬ ਤੇ ਇੰਨਾ ਵਾ ਕਿ ਅਸੀਂ ਆਪਣੇ ਜੀਵਨ ਨੂੰ ਸਹੀ ਤਰੀਕੇ ਨਾਲ ਚਲਾਉਣਾ। ਉਹਨਾਂ ਨੂੰ ਲਾ ਲਓ ਹਿਸਾਬ ਕਿਤਾਬ ਕਿ ਨਿੱਜਰ ਸਾਹਿਬ ਨਾਲ ਮੇਰਾ ਕੋਈ ਲੈਣਾ ਦੇਣਾ ਹੈਗਾ, ਪੈਸਿਆਂ ਦਾ ਹਿਸਾਬ ਕਿਤਾਬ ਹੈਗਾ, ਤੇ ਹੁਣ ਮੈਂ ਤੇ ਮੈਮਰੀ ਦੀ ਵਰਤੋਂ ਕਰਾਂ ਤੇ ਮੈਂ ਕਹਾਂ ਕਿ ਨਿੱਜਰ ਸਾਹਿਬ ਤੁਸੀਂ ਮੇਰਾ 1000 ਰੁਪਇਆ ਦੇਣਾ, ਇਹ ਤਾਂ ਹੈ ਇੱਕ ਤਰੀਕਾ। ਪਰ ਪ੍ਰੋਬਲਮ ਤੇ ਇਹ ਹੁੰਦੀ ਆ ਕਿ ਜਦੋਂ ਮਨ ਭੂਤਕਾਲ 'ਚ ਚੱਲ ਜਾਂਦਾ ਹੈ, ਫਿਰ ਉੱਥੋਂ ਆਉਂਦਾ ਨਹੀਂ ਹੈ ਵਾਪਸ, ਉੱਥੇ ਬੈਠਾ ਰਹਿੰਦਾ ਵਾ। ਜਦਕਿ ਜੀਵਨ ਤੇ ਵਰਤਮਾਨ ਕਾਲ 'ਚ ਇਹ ਇਸ ਟਾਈਮ ਇਹ ਜਿਹੜੀ ਬਿਮਾਰੀ ਹੈ ਨਾ, ਇਹ ਤੇ ਮੈਂ ਵੇਖਣ ਦੀ ਯੂਨੀਵਰਸਲ ਬਿਮਾਰੀ ਹੈ। ਇਹ ਕਾਫੀ ਵੱਡੀ ਡਿਸੀਜ਼ ਹੈ ਜਿਹੜੀ ਆਪਣੇ ਬਜ਼ੁਰਗਾਂ ਨੇ ਕੱਢ ਲਿਆ ਸੀ ਕਿ ਇਨਸਾਨ ਦਾ ਮਨ ਬਿਮਾਰ ਹੈ। ਉਹ ਜਾਂ ਤੇ ਕਲਪਨਾ 'ਚ ਹੈ ਤੇ ਜਾਂ ਉਹ ਯਾਦ ਸ਼ਕਤੀ 'ਚ ਬੈਠਾ ਹੈ। ਯਾਦ ਸ਼ਕਤੀ ਮਤਲਬ ਜਿਹੜੀ ਚੀਜ਼ ਬੀਤ ਚੁੱਕੀ ਹੈ, ਸੱਪ ਲੰਘ ਗਿਆ, ਉੱਥੇ ਲਕੀਰ ਤੇ ਬੈਠਾ ਰਹਿੰਦਾ। ਔਰ ਇਹਦੇ ਕੋਲ ਕਈ ਕਿਸਮ ਦੀਆਂ ਲੀਕਾਂ ਆਈਆਂ ਨੇ ਭੂਤਕਾਲ ਦੇ ਵਿੱਚ ਏਦਾਂ ਦੀਆਂ, ਉੱਥੇ ਜਾ ਕੇ ਬੈਠਾ ਰਹਿੰਦਾ ਹੈ। ਔਰ ਖਾਸ ਕਰਕੇ ਤੁਸੀਂ ਇਸ ਚੀਜ਼ ਦੇ ਉੱਤੇ ਧਿਆਨ ਦੇਣਾ ਹੈ, ਜਦੋਂ ਵੀ ਉੱਥੇ ਜਾਵੇ ਉਹ ਚੀਜ਼ ਨੂੰ ਕਿਸੇ ਤਰੀਕੇ ਨਾਲ ਉਹ ਜੋ ਵੀ ਹੈਗਾ ਹੈ ਉਹ ਸਿਸਟਮ ਉਹਨੂੰ ਕਲੋਜ਼ ਕਰੋ, ਉਸ ਫਾਈਲ ਨੂੰ ਕਲੋਜ਼ ਕਰੋ, ਇਹਨੂੰ ਸਮਝਾਓ ਕਿ ਇੱਥੇ ਕੁਛ ਨਹੀਂ ਹੈਗਾ, ਇੱਥੇ ਤੇ ਲੀਕ ਪਈ ਹੈ, ਸੱਪ ਤੇ ਲੰਘ ਗਿਆ, ਉਹ ਤੇ ਕਿੰਨੇ ਸਾਲ ਪਹਿਲਾਂ ਲੰਘਿਆ, ਹੁਣ ਤੇ ਕੁਛ ਨਹੀਂ ਹੈਗਾ। ਇਹ ਬਹੁਤ ਖਤਰਨਾਕ ਚੀਜ਼ ਹੈ। ਜਦੋਂ ਮਨ ਅਗਲੇ ਬੰਨੇ ਜਾਂਦਾ ਹੈ ਕਲਪਨਾ 'ਚ, ਤੇ ਕਲਪਨਾ ਦੀ ਮਨ ਦੀ ਉਡਾਰੀ ਤੁਹਾਨੂੰ ਪਤਾ ਹੈ, ਇਹ ਤੇ 1 ਸੈਕਿੰਡ ਲਾਉਂਦਾ ਹੈ ਉੱਡਣ ਲਈ। ਇੱਕ ਬੰਦੇ ਕਹਿੰਦਾ ਹੈ ਕਿ ਮੈਂ ਸਾਧ ਬਣ ਜਾਣਾ ਤੇ ਜੰਗਲਾਂ 'ਚ ਚੱਲ ਜਾਣਾ, ਉਸੇ ਸਾਣੀ ਇਹ ਫਿਰ 5 ਮਿੰਟਾਂ ਬਾਅਦ ਕਹਿੰਦਾ ਛੱਡ ਜੰਗਲਾਂ ਨੂੰ ਤੇ ਆਪਾਂ ਦੁਨੀਆ ਨੂੰ ਜਿੱਤਦੇ ਹਾਂ। ਮਨ ਵੇਖੋ, ਮਨ ਦੀ ਕਲਪਨਾ। ਔਰ ਇਹ ਕਲਪਨਾ ਫਿਰ ਕੀ ਕਰਦੀ ਹੈ, ਤੁਹਾਡਾ ਜਿਹੜਾ ਤੁਹਾਡੇ ਅੰਦਰ ਜਿਹੜੀ ਨਾ ਅਸ਼ਾਂਤੀ ਪੈਦਾ ਕਰਦਾ। ਠੀਕ ਹੈ ਨਾ ਜੀ ਸਾਹਿਬ? ਬਿਲਕੁਲ ਠੀਕ ਹੈ ਜੀ, ਬਹੁਤ ਵਧੀਆ। ਹਾਂ, ਇਹ 2 ਚੀਜ਼ਾਂ ਦਾ ਧਿਆਨ ਰੱਖੋਗੇ। ਹੁਣ ਵੇਖੋ, ਇਹ ਮਨ ਦੀ ਐਸੀ ਚੀਜ਼ ਆ, ਜਦੋਂ ਆਪਾਂ ਸੌਂ ਵੀ ਜਾਂਦੇ ਹਾਂ, ਹੁਣ 5ਵੀਂ ਅਵਸਥਾ ਵੀ ਹੈਗੀ ਇੱਕ, ਉੱਥੇ ਆਪਾਂ ਸੌਂ ਗਏ ਹਾਂ, ਉੱਥੇ ਕੀ ਕਰਦਾ, ਸੁਪਨੇ ਦਾ ਜਗਤ ਰਚ ਲੈਂਦਾ, ਉਹਨੂੰ ਵੇਂਹਦਾ ਫਿਰ ਸੁਪਨੇ ਨੂੰ, ਸੁਪਨਾ। ਕਿਉਂਕਿ ਜਿਹੜੀਆਂ ਅਧੂਰੀਆਂ ਇੱਛਾਵਾਂ ਹੁੰਦੀਆਂ ਨੇ, ਜਿਹੜੀਆਂ ਆਪਾਂ ਦਿਨੇ ਨਹੀਂ ਕਰ ਸਕਦੇ ਪੂਰੀਆਂ ਕਿਸੇ ਕਾਰਨ, ਆਪਾਂ ਕੀ ਕਰਦੇ ਹਾਂ, ਆਪਾਂ ਸੁਪਨੇ ਦੇ ਵਿੱਚ ਉਹਨੂੰ ਪੂਰਾ ਕਰਦੇ ਹਾਂ। ਆਪਾਂ ਨਹੀਂ ਕਰਦੇ, ਆਪਣਾ ਮਨ ਕਰਦਾ। ਸੋ ਇਹ ਚੀਜ਼ ਦਾ ਧਿਆਨ ਦੇਣਾ। ਠੀਕ ਹੈ ਨਿੱਜਰ ਸਾਹਿਬ? ਬਹੁਤ ਵਧੀਆ ਜੀ, ਬਹੁਤ ਵਧੀਆ। ਤੇ ਅਗਲੇ ਬੰਨੇ ਹਾਂ ਇੱਕ ਚੀਜ਼ ਹੋਰ ਹੈਗੀ ਹੈ, ਦੇਖੋ ਜਿਹੜੀ ਪਰਮਾਤਮਾ ਨੇ ਜੋ ਸਭ ਤੋਂ ਕੀਮਤੀ ਚੀਜ਼ ਸਾਨੂੰ ਦਿੱਤੀ ਹੈ ਨਾ ਮਨੁੱਖ ਨੂੰ, ਉਹ ਹੈ ਬੁੱਧੀ।
ਤੇ ਜਿੰਨਾ ਚਿਰ ਤੱਕ ਆਪਾਂ ਬੁੱਧੀ ਦਾ ਪ੍ਰਯੋਗ ਨਹੀਂ ਕਰਦੇ ਆਪਣਾ ਜੀਵਨ ਕਾਫੀ ਔਖਾ ਹੋ ਜਾਏਗਾ। ਕੋਸ਼ਿਸ਼ ਕਰੋ ਬੁੱਧੀ ਤੋਂ ਬਿਨਾ ਕੋਈ ਵੀ ਨਾ ਕੰਮ ਕਰੋ। ਜਜ਼ਬਾਤੀ ਹੋ ਜਾਂਦਾ ਇਨਸਾਨ। ਕਿਤੇ ਆਪ ਬਹੁਤੇ ਖੁਸ਼ ਹੋਵੋਗੇ ਜਾਂ ਬਹੁਤੇ ਦੁਖੀ ਹੋਵੋਗੇ, ਆਪ ਫੈਸਲਾ ਨਾ ਲੈਣਾ। ਜੇਕਰ आपने फैसला कर लिया है, कुछ समय बाद आप पछताओगे कि इतना मैं क्यों किया, मैं क्यों वादा किया। क्योंकि उदों मन की करता है कि मन फैसला कर जाता है। मन कुछ नहीं हैगा, मन कोई सियाना नहीं हैगा, बच्चा हैगा। और अक्सर इनू लोकी वलगा लेंदे ने, लोग इनू बेवकूफ बना लेंदे ने और फिर इनू ऐसियां चीजां दिखा देंदे ने। क्योंकि मन जिहड़ा ना मन को कल्पना हुंदी है और आम करके लोग फिर की करते हैं कि फिर स्वर्ग सुर्ग दी कल्पना बना देंदे ने और वो फिर तेनों पता है कल्पना ते कल्पना ही है। बुद्धि की कल्पना वा, बुद्धि की कर लूगी, कल्पना बना दूगी तुहाडे, मैं बना देना कोई ना कोई लैंड मैप, पर असल दे विच वो उदां होना ही नहीं है। कल्पना ते कल्पना ही। मैं आप जी नूं एक चीज कहना चाहुंदा वां, देखो आपां सारे साधक हां, तुसीं भी उसे किश्ती ते बैठे, मैं भी उसे किश्ती ते बैठा, मंजिल कोई दूर नहीं हैगी। आखिर दे विच आपां सारे मौत च प्रवेश करना। ਇਹਦੇ ਵਿਚਲਾ ਜਿਹੜਾ ਟਾਈਮ ਪੀਰੀਅਡ ਆ ਉਹ ਸਾਡੇ ਕਰਮ ਨੇ, ਉਹ ਲੇਖਾ ਜੋਖਾ ਜੋ ਅਸੀਂ ਕਰਾਂਗੇ। ਬਿਜ਼ਨਸ ਜਿੱਦਾਂ ਆਪਾਂ ਟ੍ਰੇਡ ਨਹੀਂ ਕਰਦੇ, ਬਾਜ਼ਾਰ 'ਚ ਰੁਪਈਆ ਦੇ ਦੀ ਤਾਂ ਪੰਜਾਬੀ ਜਾਂ ਬਿਜ਼ਨਸ ਕਾਰ ਬੈਂਕਾਂ ਤੋਂ ਲੋਨ ਲੈ ਕੇ ਸਮਝ ਲਓ ਕਿ ਪ੍ਰਮਾਤਮਾ ਨੇ ਤੁਹਾਨੂੰ ਕੁਝ ਸਵਾਤਾਂ ਦਿੱਤੇ ਨੇ। ਉਹ ਕਹਿੰਦਾ ਕਿ ਜਾ ਕੇ ਬਿਜ਼ਨਸ ਕਰੋ, ਜਾ ਕੇ ਉਹਦਾ ਬਿਜ਼ਨਸ ਆਪਾਂ ਕਰਨਾ ਹੈ। ਉਹਦੇ ਵਿੱਚ ਆਪਾਂ ਕਿੰਨਾ ਮਾਰਜਨ ਕੀਤਾ ਹੈ, ਕਿੰਨਾ ਲਾਸ ਕੀਤਾ ਹੈ, ਕਿੰਨਾ ਡੈਮੇਜ ਕੀਤਾ ਹੈ, ਕਿੰਨਾ ਪ੍ਰੋਪਰਟੀ ਲਾਸ ਕਰਕੇ ਆ ਗਏ ਆ, ਉਹਦਾ ਹੀ ਬਸ ਕੈਲਕੂਲੇਸ਼ਨ ਹੈ। ਸੰਸਾਰ ਇੰਨਾ ਹੀ ਹੈ, ਇਸ ਤੋਂ ਜ਼ਿਆਦਾ ਕੁਝ ਵੀ ਨਹੀਂ ਹੈਗਾ। ਹੁਣ ਜਿੱਦਾਂ ਦੀ ਆਪਣੀ ਸਿਸਟਮ ਹੁੰਦਾ ਵਾ ਕਿ ਆਪਾਂ ਜਿੱਦਾਂ ਦਾ ਕਾਰੋਬਾਰ ਕਰਦੇ ਹਾਂ ਉਦਾਂ ਦਾ ਹੀ ਸਾਨੂੰ ਸਰੀਰ ਮਿਲੀ ਜਾਂਦਾ। ਹੁਣ ਜਿਹੜੇ ਅਗਲੇ ਆਪਾਂ ਜਿੱਦਾਂ ਦੇ ਸੰਸਕਾਰ ਇਕੱਠੇ ਕੀਤੇ ਹੁੰਦੇ ਆ, ਉਸੇ ਹਿਸਾਬ ਨੂੰ ਉਹ ਚੀਜ਼ ਕੁਦਰਤ ਕੰਟੀਨਿਊ ਕਰਦੀ ਹੈ। ਕੁਦਰਤ ਦੇਖੋ, ਕੁਦਰਤ ਚੀਜ਼ ਨੂੰ ਛੱਡਦੀ ਨਹੀਂ ਪਈ। ਕਿਸੇ ਵੀ ਚੀਜ਼ ਨੂੰ ਦੇਖੋ, ਕੁਦਰਤ ਉਹਨੂੰ ਛੱਡਦੀ ਨਹੀਂ। ਉਹ ਚੀਜ਼ ਤੋਂ ਗਾਂਹ ਫਿਰ ਗਾਂਹ ਤੁਰ ਪੈਂਦੀ ਹੈ। ਜਿਹੜਾ ਘਾਹ ਵਾ, ਘਾਹ ਖਤਮ ਹੋਣ ਤੋਂ ਪਹਿਲਾਂ ਬੀਜ ਦੂਜਾ ਬਣਾ ਜਾਂਦਾ। ਇਸੇ ਹੀ ਤਰ੍ਹਾਂ ਜਿਹੜਾ ਵਾ ਅਸੀਂ ਵੀ ਇਸ ਸਰੀਰ ਦੇ ਖਤਮ ਹੋਣ ਤੋਂ ਪਹਿਲਾਂ ਕਾਫੀ ਬੀਜ ਇਕੱਠੇ ਕਰ ਜਾਂਦੇ ਆ, ਜਿਹੜੇ ਕਹਿੰਦੇ ਜਿਹਨੂੰ ਬੀਜ ਕਹਿ ਦਿੰਦੇ। ਉਹ ਉਹਨਾਂ ਦੀ ਸਮਾਪਤੀ, ਉਹਨਾਂ ਨੂੰ ਨਸ਼ਟ ਕੀਤਾ ਜਾ ਸਕਦਾ ਨਿਰਬੀਜ ਸਮਾਧੀ ਦੇ ਵਿੱਚ। ਜਦੋਂ ਆਪਾਂ ਨਿਰਬੀਜ ਸਮਾਧੀ ਜਾਂਦੇ ਆ ਨਾ, ਪਹਿਲਾਂ ਆਪਣੀ ਲੱਗਦੀ ਛੋਟੀ ਸਮਾਧੀ, ਉਸ ਤੋਂ ਅੱਗੇ ਇੱਕ ਵੱਡੀ ਸਮਾਧੀ ਹੈ ਨਿਰਬੀਜ ਸਮਾਧੀ। ਉਹਦੇ ਵਿੱਚ ਕੀ ਹੁੰਦਾ ਕਿ ਜਿਹੜੇ ਸਾਡੇ ਅੰਦਰ ਬੀਜ ਇਕੱਤਰ ਹੋ ਗਏ ਨੇ, ਕਰਮਾਂ ਦੇ ਸੰਸਕਾਰਾਂ ਦੇ ਬੀਜ, ਜਿੱਦਾਂ ਆਪਾਂ ਕੋਈ ਵੀ ਕੰਮ ਕਰਾਂਗੇ ਉਹਦਾ ਇੱਕ ਸੰਸਕਾਰ ਬਣ ਜਾਂਦਾ। ਔਰ ਜਿੱਦਾਂ ਦਾ ਹੀ ਸੰਸਕਾਰ ਬਣੂਗਾ ਸਾਡਾ ਮਨ ਉਦਾਂ ਦਾ ਹੀ ਬਣੂਗਾ। ਤੇ ਇੱਕ ਚੀਜ਼ ਦਾ ਧਿਆਨ ਰੱਖਣਾ ਹੈ, ਬਿਲਕੁਲ ਹੀ ਮੈਂ ਕਹਿੰਦਾ ਕਿ ਜੇਕਰ ਕਿਸੇ ਚੀਜ਼ ਤੇ ਵਿਸ਼ਵਾਸ ਕਰਨਾ ਹੈ ਨਾ, ਤੇ ਉਹਦੇ ਤੇ ਕਰਨਾ ਹੈ, ਉਹ ਹੈ ਤੁਸੀਂ ਆਪਣੇ ਅਨੁਭਵ ਤੋਂ ਇਲਾਵਾ ਕਿਸੇ ਦੀ ਗੱਪ ਨਹੀਂ ਸੁਣਨੀ, ਮੇਰੀ ਵੀ ਨਹੀਂ ਸੁਣਨੀ। ਹਾਂ, ਜਦੋਂ ਤੁਹਾਡੇ ਤਸਦੀਕ ਹੋ ਗਈ ਆ, ਤੁਹਾਡਾ ਅਨੁਭਵ ਬਣ ਗਈ ਆ, ਗੱਲ ਪੂਰੀ ਕਲੀਅਰ ਹੋ ਗਈ ਆ, ਉਸ ਤੋਂ ਬਾਅਦ ਕਹਿਣਾ ਹਾਂ ਵੀ ਹੁਣ ਟਿਕ ਮਾਰਕ ਕਰਨੀ ਹੈ। ਇਹ ਨਹੀਂ ਕਿ ਵੀਰ ਨੇ ਕਹਿਤਾ ਜਾਂ ਨੇਜਰ ਸਾਹਿਬ ਨੇ ਕਹਿਤਾ ਤਾਂ ਫਟਾਕ ਦੀ ਮੰਨ ਲੈਣੀ ਚਾਹੀਦੀ, ਕਿਉਂਕਿ ਇੱਥੇ ਗੜਬੜ ਆ। ਉੱਥੇ ਵਿਵੇਕ ਨਹੀਂ ਹੈਗਾ, ਇੱਥੇ ਤੇ ਭਾਵਨਾ ਹੈਗੀ ਆ। ਔਰ ਹੋ ਸਕਦਾ ਅਸੀਂ ਤੁਹਾਨੂੰ ਗਲਤ ਚੀਜ਼ ਵੀ ਦੇ ਦਈਏ, ਪਰ ਮੈਂ ਕਹਿੰਦਾ ਕਿ ਤੁਸੀਂ ਸਾਡੀ ਗੱਲ ਨੂੰ ਵੀ ਬਿਲਕੁਲ ਹੀ ਬੁੱਧੀ ਦੇ ਅਧੀਨ ਲੈ ਕੇ ਆਉਣਾ, ਮੈਂ ਉੱਥੇ ਥੱਲੇ ਰੱਖਣਾ, ਉਹਨੂੰ ਵੇਖਣਾ ਹੈ ਕਿ ਉਹਦਾ ਮਾਇਨਾ ਕਰਨਾ ਹੈ, ਔਰ ਉਸ ਤੋਂ ਬਾਅਦ ਆਪਣੇ ਅੰਦਰ ਚੀਜ਼ ਜਾਣ ਦੇਣੀ। ਹਾਂ ਬਈ ਇਹ ਚੀਜ਼ ਬਿਲਕੁਲ ਸਹੀ, ਗਲਤ ਹੈਗੀ ਆ, ਤੁਹਾਡੇ ਅੰਦਰ ਬਹੁਤ ਸ਼ਕਤੀ ਹੈ, ਤੁਸੀਂ ਗਲਤ ਚੀਜ਼ ਨੂੰ ਰੋਕ ਸਕਦੇ ਜੋ। ਬੁੱਧੀ ਬੜੀ ਪਾਵਰਫੁਲ ਹੈ। ਪ੍ਰਮਾਤਮਾ ਨੇ, ਗੋਡ ਨੇ ਸਾਨੂੰ ਇੱਕ ਬੜੀ ਤੜੀ ਚੀਜ਼ ਬਲੈਸ ਕੀਤੀ ਆ, ਬੁੱਧੀ। ਔਰ ਬੁੱਧੀ ਦਾ ਜੇਕਰ ਅਸੀਂ ਪ੍ਰਯੋਗ ਨਹੀਂ ਕਰਦੇ ਤੇ ਫਿਰ ਤੇ ਉਹਦਾ ਫਾਇਦਾ ਹੀ ਕੋਈ ਨਹੀਂ। ਫਿਰ ਤੇ ਅਸੀਂ ਤੇ ਜਾਨਵਰ ਤੇ ਕੋਈ ਹੈਗੇ, ਫਿਰ ਤੇ ਜਾਨਵਰ ਹੀ ਤੁਰੇ ਫਿਰਦੇ, ਅਸੀਂ ਵੀ ਤੁਰੇ ਫਿਰਾਂਗੇ। ਕੱਲੀ ਸਾਡੀ ਬੁੱਧੀ ਹੈ ਜਿਹੜਾ ਸਾਡਾ ਜੀਵਨ ਚੁੱਕ ਸਕਦੀ ਹੈ। ਠੀਕ ਹੈ ਨਜਰ ਸਾਹਿਬ? ਬਿਲਕੁਲ ਠੀਕ ਹੈ ਜੀ। ਹਾਂਜੀ, ਅੱਗੇ ਆਪ ਛੋੜ, ਸ਼ੁਰੂ ਕਰੋ ਜੀ। ਆਪ ਛੋੜ ਸਰਨਾਏ ਪਵੈ ਮਨ ਲੈ ਰਜਾਏ। ਕਹਿੰਦੇ ਆਪਣੀ ਹਉਮੈ ਨੂੰ ਛੱਡ ਦੇ, ਆਪਣੀ ਹਉਮੈ ਨਾ ਵਿੱਚ ਬਾੜੇ। ਬੁੱਧੀ ਨੂੰ ਯੂਜ਼ ਕਰਨਾ ਤੇ ਹਉਮੈ ਨਹੀਂ ਹੋਣੀ ਚਾਹੀਦੀ। ਆਪ ਛੋੜ ਸਰਨਾਏ ਪਵੇ, ਸਰਣੀ ਪੈ ਕੇ ਰਹੇ, ਆਪਣੇ ਆਪ ਨੂੰ ਨੀਵਾਂ ਸਮਝੇ ਔਰ ਰਜਾ ਨੂੰ ਮੰਨ ਲੈ। ਜੋ ਰਜਾ ਹੈ, ਜੋ ਗਿਆਨ ਕਹਿ ਰਿਹਾ ਆ, ਉਸ ਗੱਲ ਨੂੰ ਜਿਹੜੀ ਬੁੱਧੀ ਦੇ ਉੱਤੇ ਸਹੀ ਗੱਲ ਆ ਰਹੀ ਹੈ, ਜਿਹੜੀ ਉਹਨੂੰ, ਉਸ ਗੱਲ ਨੂੰ ਫਿਰ ਇੰਪਲੀਮੈਂਟ ਕਰੇ। ਇਹ ਨਹੀਂ ਕਿ ਬਸ ਵੀ ਗਿਆਨ ਲੈ ਲਿਆ ਤੇ ਬੁੱਧੀ ਨੇ ਐਕਸੈਪਟ ਵੀ ਕਰ ਲਿਆ, ਫਿਰ ਉਹਨੂੰ ਇੰਪਲੀਮੈਂਟ ਹੀ ਨਹੀਂ ਕੀਤਾ। ਹਾਂਜੀ ਵੀਰ ਜੀ। ਹਾਂਜੀ ਬਿਲਕੁਲ ਠੀਕ ਹੈ ਜੀ। ਆਪ ਛੋੜ ਦਾ ਮਤਲਬ ਇਹ ਹੈਗਾ ਕਿ ਇੱਥੇ ਹਉਮੈ ਨਹੀਂ ਛੱਡਣਾ ਆਪਾਂ। ਹਾਂ, ਕੰਮ ਤੇ ਕਰਨਾ ਹੀ ਆ, ਕੰਮ ਥੋੜੀ ਰੋਕ ਦੇਣੇ ਆਪਾਂ। ਹੁਣ ਦੇਖੋ ਜਿਹੜਾ ਬ੍ਰਹਮ ਗਿਆਨੀ ਨਾ, ਉਹ ਵੀ ਸੰਸਾਰ 'ਚ ਹੀ ਬੈਠਾ ਵਾ। ਬਿਲਕੁਲ, ਕੋਈ ਨਹੀਂ ਫਰਕ ਉਹਦਾ ਚਿੱਤ ਚੁੱਤ ਹੈਗਾ, ਸਾਰਾ ਮਨ ਵੀ ਹੈਗਾ ਉਹਦਾ, ਆਖਰ ਤੱਕ ਰਹੂਗਾ। ਪਰ ਜਿੰਨਾ ਚਿਰ ਤੱਕ ਸਰੀਰ ਆ, ਜਦੋਂ ਸਰੀਰ ਦਾ ਤਿਆਗ ਕਰ ਦੂ, ਉਸ ਤੋਂ ਬਾਅਦ ਸਾਰੇ ਲੀਨ ਹੋ ਜਾਣਗੇ।
ਆਪ ਜੀ ਨੂੰ ਅੰਡਰਸਟੈਂਡ ਕਰੋ। ਚਿੱਤ ਵੀ ਰਹਿਣਾ ਹੈ, ਬੁੱਧੀ ਵੀ ਰਹਿਣੀ ਹੈ, ਦੂਜੀਆਂ ਜਿਹੜੀਆਂ ਗਿਆਨ ਇੰਦਰੀਆਂ, ਕਰਮ ਇੰਦਰੀਆਂ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਆਖਰ ਤੱਕ ਨਾਲ ਜਾਣਗੇ ਉਹਦੇ। ਪਰ ਉਹ ਜਦੋਂ ਸਰੀਰ ਇਹ ਗਿਆ ਉਹ ਵੀ ਖੰਡਿਤ ਹੋ ਜਾਣੇ। ਪਰ ਉਹ ਕੀ ਹੈ, ਵਿਸ਼ਰਾਮ ਚ ਹੈ। ਜਿੱਦਾਂ ਆਪਣੇ ਘਰ ਯਾਰ, ਆਪਣੇ ਘਰ ਫ੍ਰਿਜ ਪਈ ਹੈ, ਆਪਾਂ ਨਹੀਂ ਚਾਲੂ ਕਰਦੇ, ਉਹ ਤਾਂ ਸਾਈਡ ਤੇ ਪਈ ਹੈ। ਜੀ ਸਾਹਿਬ ਬਿਲਕੁਲ ਠੀਕ ਹੈ ਜੀ। ਆਪਣੇ ਹਾਂ, ਇਹ ਨਹੀਂ ਕਿ ਚੀਜ਼ਾਂ ਖਤਮ ਹੋ ਗਈਆਂ, ਮਨ ਹੈਗਾ ਰੁਕੋ, ਪਰ ਪ੍ਰਗਟ ਨਹੀਂ ਹੋ ਰਿਹਾ। ਕਿਉਂ ਨਹੀਂ ਪ੍ਰਗਟ ਹੋ ਰਿਹਾ? ਕਿਉਂਕਿ ਚਿੱਤ ਹੀ ਇੰਨਾ ਜ਼ਿਆਦਾ ਕਲੀਨ ਕਰਤਾ ਉਹਨੇ। ਉਸ ਬੰਦੇ ਨੇ ਕੀ ਕੀਤਾ, ਉਸ ਬੰਦੇ ਨੇ ਬੁੱਧੀ ਦੇ ਨਾਲ ਕੀ ਕੀਤਾ ਕਿ ਜਦੋਂ ਨੇਤੀ 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 ਕਰਦਾ ਗਿਆ, ਇੱਕ ਸਮਾਂ ਆਇਆ ਉਹਨੇ A to Z ਨੂੰ ਡਿਲੀਟ ਕਰਤਾ, ਖਤਮ ਕਰਤਾ। ਹੁਣ ਚਿੱਤ ਹੈਗਾ, ਪਰ ਚਿੱਤ ਦੇ ਵਿੱਚ ਬਿਰਤੀ ਨਹੀਂ ਹੈਗੀ। ਝੀਲ ਹੈਗੀ ਆ, ਇਹ ਨਹੀਂ ਕਿ ਸੁੱਕ ਗਿਆ ਪਾਣੀ, ਝੀਲ ਦੇ ਉੱਤੇ ਸ਼ਕਤੀ ਆਪਣੇ ਅੰਦਰ, ਪਰ ਇਹਦੇ ਬਾਵਜੂਦ ਝੀਲ ਦੇ ਉੱਤੇ ਤਰੰਗ ਨਹੀਂ ਪੈਦਾ ਹੋ ਰਹੀ। ਹੁਣ ਝੀਲ ਦੇ ਉੱਤੇ ਤਰੰਗ ਨਹੀਂ ਪੈਦਾ ਹੋਊਗੀ, ਬੇਸ਼ੱਕ ਆਪਾਂ ਉੱਥੇ ਬੈਠੇ ਆ, ਆਪਾਂ ਕਿੱਦਾਂ ਵੇਖ ਲਾਂਗੇ ਉਹਨੂੰ? ਕਿਉਂਕਿ ਤਰੰਗ ਤੇ ਹੈਗੀ ਨਹੀਂ। ਮਨ ਜਿਹੜਾ ਵਾ, ਮਨ ਸਮਝ ਲਓ ਆਪਾਂ ਝੀਲ ਦੇ ਕੰਢੇ ਤੇ ਬੈਠੇ ਆ, ਇਸੇ ਤਰ੍ਹਾਂ ਮਨ ਜਿਹੜਾ ਚਿੱਤ ਦੇ ਗਾੜੀ ਬੈਠਾ ਵਾ। ਜਦੋਂ ਚਿੱਤ ਇੰਨਾ ਸੁਥਰਾ ਹੋ ਗਿਆ, ਚਿੱਤ ਕੀ ਹੋ ਗਿਆ, ਚਿੱਤ ਦੀ ਰਿਪੇਅਰ ਹੋ ਗਈ। ਚਿੱਤ ਜਿਹੜਾ ਹੋ ਗਿਆ ਉਹ ਸਾਫ਼ ਸੁਥਰਾ ਹੋ ਗਿਆ। ਸਾਫ਼ ਸੁਥਰਾ ਹੋ ਗਿਆ ਤਾਂ ਕਹਿਣ ਤੋਂ ਭਾਵ ਕਿਉਂਕਿ ਉੱਥੇ ਤਰੰਗ ਆਉਂਦੀ ਨਹੀਂ। ਔਰ ਉੱਥੇ ਜਦੋਂ ਆਪਾਂ ਹਉਮੈ ਪਿੱਛੇ ਕਰ ਲਾਂਗੇ ਨਾ, ਤੇ ਚਿੱਤ ਕਿਸੇ ਚੀਜ਼ ਨੂੰ ਫੜਦਾ ਨਹੀਂ ਜੇ। ਕੇਵਲ ਚਿੱਤ ਉਸ ਚੀਜ਼ ਨੂੰ ਫੜਦਾ ਜਿੱਥੇ ਜਿਹੜੀ ਚੀਜ਼ ਸਾਡੀ ਹਉਮੈ ਨੂੰ, ਸਾਡੇ ਹੰਕਾਰ ਨੂੰ ਠੇਸ ਵੱਜੀ ਹੈ ਨਾ, ਉਸ ਚੀਜ਼ ਨੇ ਉਹਨੂੰ ਫੜਨਾ ਵਾ। ਤੇ ਇਹ ਚੀਜ਼ ਦਾ ਧਿਆਨ ਰੱਖਣਾ। ਠੀਕ ਹੈ ਨਿਜਰ ਸਾਹਿਬ, ਅੱਗੇ ਚੱਲੀਏ। ਹਾਂਜੀ ਬਿਲਕੁਲ। ਇਹ ਤਰੰਗ ਜਿਹੜੀ ਹੈ ਪਤੰਗਾਂ ਹੈਗੀਆਂ ਭਾਈ, ਜਿਨ੍ਹਾਂ ਦੇ ਆਪਾਂ ਡੋਰ ਬੰਨ ਦਿੰਦੇ ਆ, ਚਿੱਤ ਦੀ ਡੋਰ। ਹਾਂ, ਤੇ ਹੁਣ ਇਹ ਮਾਤਾ ਦੀ ਵੇਖ ਲਓ। ਹੁਣ ਮਾਤਾ ਤੋਂ ਮੈਂ ਸਮਝਾਉਣਾ, ਮਾਤਾ ਦੇ ਮਨ 'ਚ ਇੱਕ ਸੰਸਕਾਰ ਪੈਦਾ ਹੋ ਗਿਆ। ਮਾਤਾ ਨੇ ਫਤਿਹ ਬੁਲਾਈ ਹੈ ਗਰੁੱਪ 'ਚ। ਮੈਂ ਜਿਹਨੂੰ ਨੋਟਿਸ ਕਰ ਲਿਆ ਸੀ, ਮਾਤਾ ਦੀ ਫਤਿਹ ਨੇ ਕਿਸੇ ਨੇ ਜਵਾਬ ਨਹੀਂ ਦਿੱਤਾ, ਪਰ ਉਸੇ ਟਾਈਮ ਤਰੰਗ ਪੈਦਾ ਹੋਈ ਹੈ ਚਿੱਤ 'ਚ, ਕਿਉਂਕਿ ਚਿੱਤ ਨੇ ਸੁੱਟੀ ਹੋਈ ਚੀਜ਼। ਪਰ ਆਦਤ ਹੈ ਉਹਨੂੰ, ਮੰਮੀ ਮੇਰੀ ਦੀ ਉਮਰ ਮੇਰੇ 70+ ਆ, ਕਿਉਂਕਿ ਫਤਿਹ ਦਾ ਜਵਾਬ ਫਤਿਹ ਨੂੰ ਚਾਹੀਦਾ ਵਾ ਅਗਲੇ ਨੂੰ। ਇਟਸ ਬਿਗ ਥਿੰਗ। ਪਰ ਮੈਂ ਚਾਹੁੰਦਾ ਕਿ ਫਤਿਹ ਸੁੱਟੀ ਹੈ ਬ੍ਰਹਮ 'ਚ, ਵਾਪਸ ਨਹੀਂ ਆਉਣੀ ਚਾਹੀਦੀ। ਜੇ ਵਾਪਸ ਆਉਂਦੀ ਹੈ ਤਾਂ ਮਤਲਬ ਕਿ ਅਸੀਂ ਅਜੇ ਵੀ ਦੋ ਬੈਠੇ ਆ। ਅਸੀਂ ਫਤਿਹ ਸੁਣਾਉਣ ਵਾਲਾ ਤੇ ਸੁਣਨ ਵਾਲਾ ਦੋ ਆ। ਆਪ ਜੀ ਨੂੰ ਅੰਡਰਸਟੈਂਡ ਕਰੋ, ਇਹ ਬੜੀ ਸੂਖਮ ਯਾਤਰਾ ਵਾ। ਜਿਹਦੀ ਪ੍ਰਾਪਤੀ ਹੋਣੀ ਹੈ, ਜਿਹਨੇ ਪ੍ਰਾਪਤੀ ਕਰਨੀ ਹੈ, ਦੋ ਨਹੀਂ ਹੈਗੇ, ਇੱਕ ਹੀ ਜੀ। ਜਿੰਨਾ ਚਿਰ ਤੱਕ ਸਾਡੇ ਅੰਦਰ ਅਨੁਭਵ ਕਰਨ ਵਾਲਾ ਬੈਠਾ ਨਾ, ਅਜੇ ਤੱਕ ਦੋ ਜੀ। ਇੱਕ ਸਮਾਂ ਆਊਗਾ, ਬਾਣੀ 'ਚ ਲਿਖਿਆ, ਅਨੁਭਵ ਰਹਿਤ ਅਨੁਭਵ, ਅਨੁਭਵ ਤੋਂ ਰਹਿਤ। ਜਦੋਂ ਚਿੱਤ ਸਾਫ਼ ਹੋ ਗਿਆ, ਚਿੱਤ 'ਚ ਵ੍ਰਿਤੀਆਂ ਖਤਮ ਹੋ ਗਈਆਂ, ਸੰਸਾਰ ਨਹੀਂ ਹੈਗਾ, ਨਾ ਤੁਸੀਂ ਹੈਗੇ, ਉੱਥੇ ਕੇਵਲ ਚੇਤਨਾ ਬੈਠੀ, ਸ਼ੁੱਧ ਚੇਤਨਤਾ। ਉਹ ਚੇਤਨਾ ਜਿਹੜੀ ਆਤਮਾ 'ਚ ਆਉਂਦੀ ਹੈ, ਔਰ ਉਸੇ ਚੇਤਨਾ ਨੂੰ ਇਸਤੇਮਾਲ ਕਰਦਾ ਹੈ ਮਨ। ਮਨ ਕੀ ਕਰਦਾ, ਉਸ ਚੇਤਨਾ ਨੂੰ, ਸੁਰਤੀ ਨੂੰ ਚੁੱਕਦਾ ਹੈ, ਕਿਉਂਕਿ ਮਨ ਵੀ ਚੇਤਨਾ ਤੋਂ ਬਿਨਾਂ ਕੰਮ ਨਹੀਂ ਕਰ ਸਕਦਾ। ਤਾਕਤ ਤੁਹਾਨੂੰ ਉੱਥੇ ਮਿਲਣੀ, ਉਹਨੂੰ ਨਾਲ ਯੂਜ਼ ਕਰਦਾ, ਉਹਨੂੰ ਕਨਵਿੰਸ ਕਰਦਾ ਕਿ ਆਪਾਂ ਆਹ ਕੰਮ ਕਰੀਏ। ਪਰ ਉਸ ਟਾਈਮ ਤੇ ਜਿਹੜੀ ਬੁੱਧੀ ਉਹ ਮਨ ਦੇ ਅਧੀਨ ਹੈਗੀ ਆ, ਕਿਉਂਕਿ ਬੁੱਧੀ ਵੀ ਮਨ ਕੋ ਟਾਈਮ ਹੁੰਦਾ ਵਾ, ਕਿਉਂਕਿ ਮਨ ਨੇ ਹੱਥ ਚੁੱਕਣਾ ਹੁੰਦਾ। ਹੱਥ ਚੁੱਕਣਾ ਕਿ ਨਹੀਂ ਚੁੱਕਣਾ, ਉਹ ਚੁੱਕਣ ਤੋਂ ਪਹਿਲਾਂ ਵਿਚਾਰ ਸ਼ਕਤੀ ਜਿਹੜੀ ਉਹ ਮਨ ਕੋ ਹੈਗੀ ਆ, ਕਮਾਂਡ। ਜੇਕਰ ਮਨ ਉੱਥੇ ਹੱਥ ਚੁੱਕਣ ਤੋਂ ਪਹਿਲਾਂ ਕਮਾਂਡ ਚੱਕ ਲੈਂਦਾ ਵਾ, ਬੁੱਧੀ ਨੂੰ ਲੈ ਆਉਂਦਾ ਵਾ ਕਿ ਇਹ ਕੰਮ ਹੈਗਾ ਵਾ, ਇਹ ਪੈਨ ਮੈਂ ਚੁੱਕਣਾ ਕਿ ਨਹੀਂ ਚੁੱਕਣਾ, ਫਿਰ ਬੁੱਧੀ ਆ ਗਈ ਹੈ। ਬੁੱਧੀ ਪੁੱਛੂਗੀ ਕਿ ਚਰਨਜੀਤ ਤੈਨੂੰ ਪੈਨ ਕਿਉਂ ਚਾਹੀਦਾ, ਕੁਝ ਲਿਖਣਾ, ਕੀ ਕਰਨਾ ਤੂੰ ਪੈਨ ਦਾ। ਫਿਰ ਉੱਥੇ ਫਿਰ ਮਨ ਨੂੰ ਫਿਰ ਕਲੈਰੀਫਾਈ ਹੋ ਜਾਣਾ ਕਿ ਹਾਂ ਬਈ ਇਹਦੇ ਨਾਲ ਮੈਂ ਫਲਾਣਾ ਕੰਮ ਕਰਨਾ, ਮੈਂ ਕੋਈ ਚੈੱਕ ਭਰਨਾ ਹੈ ਜਾਂ ਮੈਂ ਆਪਣਾ ਹੋਮਵਰਕ ਲਿਖਣਾ ਹੈ। ਉੱਥੇ ਤਸਦੀਕ ਹੋ ਗਈ ਜੀ। ਪਰ ਸਧਾਰਨ ਤੌਰ ਤੇ ਬੰਦਾ ਇੰਨੀ ਨਹੀਂ ਸੋਚਦਾ, ਬੰਦਾ ਬਸ ਕੰਮ ਕਰਦਾ ਤੇ ਐਕਸ਼ਨ ਵੇਂਦਾ, ਬੁੱਧੀ ਥੱਲੇ ਨਹੀਂ ਲਿਆਉਂਦਾ। ਹਾਂਜੀ ਨਿਜੋ ਸਾਹਿਬ, ਅਗਲੀ ਤੁਕ ਬੋਲੋ। ਗੁਰਮੁਖ ਜਮ ਡੰਡ ਨਾ ਲੱਗ ਗਈ, ਹਉਮੈ ਵਿੱਚੋਂ ਜਾਏ। ਕਹਿੰਦੇ ਆ ਜਿਹੜਾ ਤਰੀਕਾ ਦੱਸਿਆ ਹੈ ਭਾਈ, ਆਪ ਛੋੜ ਸਰਨਾਏ ਪਵੈ, ਮਨ ਲੈ ਰਜਾਏ। ਮਨ ਰਜਾ ਕੀ ਆ, ਮਾਲਕ ਪਰਮਾਤਮਾ ਜੋ ਹੋ ਰਿਹਾ ਹੈ ਰਜਾ ਆ, ਤੇ ਧਿਆਨ ਸਿਮਰਨ ਜਿਹੜੀ ਹੈਗੀ ਹੈ ਮਾਲਕ ਦੀ ਰਜ਼ਾ ਆ। ਤੁਧ ਭਾਵੇ ਤੇਰੀ ਬੰਦਗੀ, ਤੂੰ ਗੁਣੀ ਗਹੀਰਾ। ਆ ਰਜ਼ਾ ਹੈ ਮਾਲਕ ਪਰਮਾਤਮਾ ਦੀ। ਤੇ ਫਿਰ ਆਹੀ ਗੁਰਮੁਖ ਸਿਸਟਮ ਹੈ, ਆਹੀ ਬ੍ਰਹਮ ਗਿਆਨੀ ਕਹਿੰਦੇ ਆ, ਆਹੀ ਬ੍ਰਹਮ ਗਿਆਨ ਕਹਿੰਦੇ ਆ, ਕਹਿ ਰਿਹਾ ਹੈ। ਇਹੀ ਹੈਗਾ ਗੁਰੂ ਦੇ ਆਖੇ ਚੱਲਣਾ, ਗੁਰੂ ਵੱਲ ਨੂੰ ਮੂੰਹ ਹੈਗਾ ਭਾਈ। ਜਿਹੜਾ ਬੰਦਾ ਹੈ ਇਸ ਤਰੀਕੇ ਦੇ ਨਾਲ ਚੱਲ ਰਿਹਾ ਹੈ ਭਾਈ, ਗੁਰੂ ਦੇ ਅਨੁਸਾਰ, ਉਹਨੇ ਡਰਾਈਵਰ ਸੀਟ ਤੇ ਗਿਆਨ ਨੂੰ ਬਿਠਾ ਲਿਆ। ਗੁਰੂ ਗਿਆਨ ਨੂੰ ਜਿਹੜਾ ਹੈਗਾ, ਜਿਹੜਾ ਆਪਣੀ ਮੱਤ ਛੱਡ ਕੇ ਗੁਰਮੱਤ ਲੈ ਲਈ ਉਹਨੇ, ਫਿਰ ਉਹਨੂੰ ਜਮ ਡੰਡ ਨਹੀਂ ਲੱਗ ਸਕਦਾ ਭਾਈ। ਬਾਣੀ ਸਰਟੀਫਾਈ ਕਰ ਰਹੀ ਹੈ, ਤੀਸਰੀ ਪਾਤਸ਼ਾਹੀ ਸਰਟੀਫਾਈ ਕਰ ਰਹੀ।
ਤੇ ਹਉਮੈ ਵੀ ਮਹਾਰਾਜ ਕਹਿੰਦੇ ਗਈ ਉਹਦੀ, ਫਿਰ ਹਉਮੈ ਗਈ। ਜਦ ਉਹਨੇ ਆਪਣੇ ਮਨ ਨੂੰ ਅੱਗੇ ਰੱਖਿਆ ਹੀ ਨਹੀਂ, ਮਨਮੁਖ ਨਹੀਂ ਹੈਗਾ, ਮਨ ਦੇ ਪਿੱਛੇ ਚੱਲ ਨਹੀਂ ਦੇ ਰਿਹਾ, ਤੇ ਹਉਮੈ ਤਾਂ ਗਈ ਪਾਈ। ਉਹਨੇ ਤਾਂ ਗੁਰੂ ਦੀ ਮੱਤ ਲੈ ਲਈ ਅੱਗੇ, ਵਿਵੇਕ ਬੁੱਧੀ ਲੈ ਲਈ ਅੱਗੇ, ਹਉਮੈ ਵਿੱਚੋਂ ਜਾਏ। ਕਹਿੰਦੇ ਹਉਮੈ ਨੇ ਜਾਣਾ ਲਾਜ਼ਮੀ ਹੈਗਾ, ਇਸ ਤਰੀਕੇ ਦੇ ਨਾਲ ਹਉਮੈ ਜਾ ਸਕਦੀ ਆ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ। ਸਾਧ ਸੰਗਤ ਜੀ, ਇੱਥੇ ਬਾਣੀ ਆਪਾਂ ਨੂੰ ਪਤਾ ਕੀ ਸਮਝਾ ਰਹੀ ਹੈ। ਜਿਹੜਾ ਬ੍ਰਹਮ ਗਿਆਨੀ ਹੈ ਨਾ, ਬ੍ਰਹਮ ਗਿਆਨੀ ਸਾਡੇ ਵਾਂਗੂ ਆਮ ਹੀ ਸਧਾਰਨ ਹੀ ਬੰਦਾ ਹੈ। ਹੋ ਸਕਦਾ ਕਿ ਸਾਡੇ ਤੋਂ ਹੋਰ ਸਧਾਰਨ ਜੀਵਨ ਬਤੀਤ ਕਰਦਾ ਹੋਵੇ। ਬ੍ਰਹਮ ਗਿਆਨੀ ਚ ਇੱਕ ਫਰਕ ਹੈ, ਕੰਮ ਕਰਦਾ ਉਹਦੇ ਅੰਦਰ ਕੋਈ ਧਾਰਨਾ ਨਹੀਂ ਹੈਗੀ ਕਿ ਮੈਂ ਆਹ ਨਹੀਂ ਕਰਨਾ, ਮੈਂ ਆਹ ਨਹੀਂ ਕਰਨਾ, ਮੈਂ ਆਹ ਕਰਾਂਗਾ। ਏਦਾਂ ਨਹੀਂ ਚੱਲਦਾ, ਏਦਾਂ ਨਹੀਂ। ਜੇ ਜੇਕਰ ਤੁਹਾਡੇ ਮਨ ਚ ਏਦਾਂ ਦੀ ਭਾਵਨਾ ਹੈਗੀ, ਤੁਸੀਂ ਸਮਝ ਲਓ ਕਿ ਉਸ ਮਾਰਗ ਤੇ ਨਹੀਂ ਪਹੁੰਚ ਰਹੇ। ਉਹ ਵਰਤਮਾਨ ਚ ਬੈਠਾ ਹੈ ਕ੍ਰਿਸ਼ਨ ਵਾਂਗੂ। ਕ੍ਰਿਸ਼ਨ ਬ੍ਰਹਮ ਗਿਆਨੀ ਹੈ। ਵਾਅਦਾ ਕੀਤਾ ਸੀ ਕਿ ਮੈਂ ਸ਼ਸਤਰ ਨਹੀਂ ਚੁੱਕਾਂਗਾ, ਉਸ ਟਾਈਮ ਤੇ ਮੁੜ ਕੇ ਚੁੱਕ ਲਏ। ਕਿਉਂ ਚੁੱਕੇ? ਕਿਉਂਕਿ ਵਰਤਮਾਨ ਲੋੜ ਸੀ। ਇਸੇ ਤਰ੍ਹਾਂ ਹੀ ਬ੍ਰਹਮ ਗਿਆਨੀ ਕੋਈ ਸਸਟੇਨ ਟ੍ਰੇਨ ਦੀਆਂ ਪਟਰੀਆਂ ਤੇ ਜੀਵਨ ਨਹੀਂ ਚਲਾਉਂਦਾ। ਲੋਕੀ ਨਹੀਂ ਕਹਿੰਦੇ ਮੈਂ ਨਹੀਂ ਫਲਾਨਾ ਕੰਮ ਨਹੀਂ ਕਰਾਂਗਾ, ਮੈਂ ਫਲਾਨਾ ਢੀਂਗਾ ਨਹੀਂ ਕਰਾਂਗਾ। ਇਹ ਸਾਰੇ ਬਹੁਤ ਥੱਲੇ ਦੇ, ਬਹੁਤ ਛੋਟੀ ਜਿਹੀ ਹੈਗੀ ਇਹ ਵੈਲਿਊ, ਜਦੀ ਪਾਵਰਫੁਲ ਨਹੀਂ ਹੈਗੀ। ਬ੍ਰਹਮ ਗਿਆਨੀ ਬੈਠਾ, ਉਹਦੀ ਲੀਕਾਂ ਨਹੀਂ ਹੈਗੀਆਂ, ਪਗਡੰਡੀਆਂ ਨੂੰ ਚੱਲਦਾ ਪਿਆ, ਫਿਕਸ ਪੈਟਰਨ ਨਹੀਂ ਹੈਗਾ। ਹਾਂ ਚੀਜ਼ ਪ੍ਰਗਟ ਹੋ ਗਈ, ਉੱਥੇ ਯਥਾਰਕ ਬੁੱਧੀ ਦੇ ਹਿਸਾਬ ਦੇ ਨਾਲ ਉਹ ਕੰਮ ਕਰਦਾ। ਪਰ ਜੋ ਉਸ ਸਮੇਂ ਦੇ ਹਿਸਾਬ ਨਾਲ ਉਹਨੇ ਜੋ ਕਹਿਤਾ, ਜੋ ਬੋਲਤਾ, ਉਸ ਸਮੇਂ ਦੇ ਹਿਸਾਬ ਨਾਲ ਉਹੀ ਸਹੀ ਹੈ। ਭਵਿੱਖ ਦੇ ਵਿੱਚ ਜਾ ਕੇ ਤੁਸੀਂ ਕੰਪੇਅਰ ਨਹੀਂ ਕਰ ਸਕਦੇ ਉਸ ਨੂੰ। ਜੇ ਕੋਈ ਕਰਦੇ ਜੇ ਤੇ ਉਹਦੇ ਇਸੇ ਲਈ ਕਹਿੰਦੇ ਕਿ ਬ੍ਰਹਮ ਗਿਆਨੀ ਕੀ ਗੱਲ, ਤਾਂ ਬ੍ਰਹਮ ਗਿਆਨੀ ਜਾਣੇ। ਕਿਉਂਕਿ ਸਧਾਰਨ ਬੁੱਧੀ ਦੇ ਵੱਸ ਦੀ ਗੱਲ ਨਹੀਂ ਆ ਉਹ ਪੈਚ ਕਰਨ ਦੀ। ਹੁਣ ਤੁਸੀਂ ਕਹੋਗੇ ਕਿ ਕ੍ਰਿਸ਼ਨ ਭਗਵਾਨ ਕੋਈ ਗਲਤ ਹੋਏ, ਝੂਠ ਬੋਲਤਾ ਉਹਨਾਂ ਨੇ, ਨਹੀਂ। ਬ੍ਰਹਮ ਗਿਆਨੀ ਆ, ਉਹਦੀ ਉਸ ਗੱਲ ਨੂੰ ਸਮਝਣ ਲਈ ਦੂਜਾ ਬ੍ਰਹਮ ਗਿਆਨੀ ਚਾਹੀਦਾ। ਕਿਉਂਕਿ ਸਧਾਰਨ ਬੁੱਧੀ ਦੇ ਵਿਸ਼ੇ ਦੀ ਗੱਲ ਨਹੀਂ, ਉਹ ਵਰਤਮਾਨ ਚ ਬੈਠੇ ਹੋਏ ਨੇ। ਪਰ ਉਹਨਾਂ ਨੇ ਵੇਖਿਆ ਹੈ ਕਿ ਹੁਣ ਜਿਹੜਾ ਸ਼ਸਤਰ ਚੁੱਕਣਾ ਸਹੀ ਹੈ, ਨਹੀਂ ਤੇ ਪਾਂਡੂ ਹਾਰ ਜਾਣਗੇ। ਗੱਲ ਪਾਂਡੂਆਂ ਦੇ ਹਾਰਨ ਦੀ ਨਹੀਂ ਸੀ, ਗੱਲ ਕਿ ਸੱਚ ਹਾਰ ਜੂਗਾ। ਔਰ ਉਹ ਉਹਨਾਂ ਨੇ ਵੇਖ ਚੁੱਕਿਆ ਸ਼ਸਤਰ, ਆਪਣਾ ਕੀਤਾ ਵਾਦਾ ਤੋੜਤਾ। ਇਹ ਚੀਜ਼ ਨੂੰ ਆਪ ਅੰਡਰਸਟੈਂਡ ਕਰੋ। ਵਰਤਮਾਨ ਕਾਲ ਜਿਹੜਾ ਆਪਾਂ ਜੀਵਨ ਚ ਫੈਸਲਾ ਲੈਂਦੇ ਹਾਂ ਬਹੁਤ ਮਹੱਤਵਪੂਰਨ ਹੈ। ਹਾਂਜੀ ਨਿਜਰ ਸਾਹਿਬ। ਬਹੁਤ ਵਧੀਆ ਜੀ, ਬਹੁਤ ਵਧੀਆ। ਫਿਰ ਆਪਾਂ ਨੂੰ ਜਿਹੜਾ ਹੈਗਾ ਜਮ ਦਾ ਦੰਡ ਨਹੀਂ ਲੱਗ ਸਕਦਾ ਆਪਾਂ ਨੂੰ, ਫਿਰ ਕਾਲ ਜਿਹੜਾ ਹੈਗਾ ਨਹੀਂ ਆਪਾਂ ਨੂੰ ਜੂਨਾਂ ਦੇ ਵਿੱਚ ਪਾ ਸਕਦਾ। ਹਾਂ ਤੁਹਾਨੂੰ ਹਾਂ ਨਹੀਂ, ਤੁਹਾਨੂੰ ਕਿਉਂ ਫੜੂਗਾ? ਕਿਉਂ ਫੜੂਗਾ? ਤੁਸੀਂ ਬੁੱਧੀ ਦੇ ਆਧਾਰ ਤੇ ਕੰਮ ਕੀਤਾ, ਤੁਸੀਂ ਸਹੀ ਗਲਤ ਵੇਖਿਆ। ਤੁਸੀਂ ਵੇਖਣ ਦੇ ਬੰਦਾ ਚੋਰੀ ਕਰਕੇ ਜਾਣਦੇ, ਤੁਸੀਂ ਨੂੰ ਰੋਕਤਾ, ਭਾਵੇਂ 2 ਚਪੇੜਾਂ ਮਾਰੀਆਂ, ਤੁਹਾਨੂੰ ਕੋਈ ਸਜ਼ਾ ਨਹੀਂ ਮਿਲੂਗੀ। ਉਹਦਾ ਕਾਨੂੰਨ ਹੈ ਤੁਹਾਡਾ। ਪਰਮਾਤਮਾ ਨੇ ਵੇਖਿਆ ਕਿ ਬੁਰਾਈ ਨੂੰ ਰੋਕਣਾ, ਜਿੱਥੇ ਬੁਰਾਈ ਤੇ ਵਧੂਗੀ। ਫਿਰ ਜੇ ਤੁਸੀਂ ਬ੍ਰਹਮ ਗਿਆਨੀ ਹੈਗੇ ਜੋ, ਤੁਸੀਂ ਕਹਿੰਦੇ ਜੋ ਕਿ ਗੁਆਂਢੀਆਂ ਘਰ ਅੱਗ ਲੱਗੀ ਆ, ਤੁਸੀਂ ਕਹੋ ਪਰਮਾਤਮਾ ਨੇ ਲਾਈ ਤੇ ਪਰਮਾਤਮਾ ਬੁਝਾਊਗਾ। ਏਦਾਂ ਨਹੀਂ ਹੈਗਾ। ਤੁਸੀਂ 1-2 ਬਾਲਟੀਆਂ ਪਾਣੀ ਦੀਆਂ ਤੁਸੀਂ ਵੀ ਜਾ ਕੇ ਪਾਉਣੀਆਂ। ਇਹੋ ਹੀ ਹੈ ਬ੍ਰਹਮ ਗਿਆਨੀ। ਉਹ ਕਹਿੰਦੇ ਗੋਰਖੀ ਸਾਹਿਬ ਕਹਿੰਦੇ ਗੁਆਂਢੀ ਦੇ ਅੱਗ ਲੱਗੀ ਤੇ ਕਹਿੰਦੇ ਜੀ ਇਹ ਤਾਂ ਬਸੰਤਰ ਦੇਵਤਾ ਆਪਣੀ ਕਲਾ ਦਿਖਾ ਰਿਹਾ ਆ, ਤੇ ਆਪਣੇ ਅੱਗ ਲੱਗਦੀ ਆ ਤੇ ਫਿਰ ਕਹਿੰਦੇ ਅੱਗ ਲੱਗ ਗਈ ਸਾਡੇ ਤਾਂ। ਹਾਂ ਦੇਖੋ, ਬ੍ਰਹਮ ਗਿਆਨੀ ਦਾ ਮਤਲਬ ਤੇ ਉਹੀ ਆ ਕਿ ਵਰਤਮਾਨ ਚ ਬੈਠਾ ਹੋਇਆ ਇੱਕ ਐਸਾ ਇਨਸਾਨ ਜਿਹਦੇ ਕੋਲ ਕੋਈ ਫਿਕਸ ਕੁਛ ਵੀ ਨਹੀਂ ਹੈਗਾ। ਉਹਨੇ ਕਹਿਤਾ ਬਈ ਅੱਜ ਦਾ ਕੰਮ ਜੇ ਚਰਨਜੀਤ, ਉਹਨੇ ਅੱਜ ਕਹਿ ਦੇਣਾ ਚਰਨਜੀਤ ਅੱਜ ਆਪਣਾ ਸਾਗ ਨਾਲ ਰੋਟੀ ਖਾਣੀ ਹੈ, ਮੈਨੂੰ ਸਾਗ ਬਹੁਤ ਪਸੰਦ ਹੈ। ਕੱਲ ਉਹ ਕਹਿ ਸਕਦਾ ਕਿ ਗਾਜਰਾਂ ਨਾਲ ਵੀ ਰੋਟੀ ਖਾ ਸਕਦਾ, ਕਹੂਗਾ ਕਿ ਮੈਨੂੰ ਗਾਜਰਾਂ ਬੜੀਆਂ ਵਧੀਆ ਲੱਗਦੀਆਂ। ਤੁਸੀਂ ਕਹੋ ਕਿ ਬਾਬਾ ਜੀ ਕੱਲ ਤੇ ਚਰਨਜੀਤ ਤੁਸੀਂ ਕਹਿੰਦੇ ਸਾਗ ਬੜਾ ਵਧੀਆ ਲੱਗਦਾ, ਅੱਜ ਤੁਸੀਂ ਗਾਜਰਾਂ ਦੀ ਤਾਰੀਫ ਕਰੀ ਜਾਂਦੇ। ਉਹ ਬੰਦਾ ਉਹੀ ਆ, ਫਿਕਸ ਨਹੀਂ ਹੈਗਾ ਉਹਦਾ, ਉਹ ਕੋਈ ਪਿੱਛੇ ਨਹੀਂ ਹੈਗਾ, ਉਹਦਾ ਡਾਟਾ ਹੀ ਨਹੀਂ ਹੈਗਾ। ਕੋ ਨਾ ਕੋ ਅੱਗੇ ਦਾ ਡਾਟਾ, ਨਾ ਕੋ ਪਿੱਛੇ ਦਾ ਡਾਟਾ। ਉਹ ਇੱਥੇ ਬੈਠਾ ਵਾ ਪ੍ਰੈਜੈਂਟ ਚ, ਔਰ ਪ੍ਰੈਜੈਂਟ ਚ ਜੋ ਹੋ ਰਿਹਾ ਉਹਦੇ ਚ ਹੀ ਬੈਠਾ ਵਾ। ਨਾ ਉਹਨੇ ਪਲਾਨ ਕਰਨਾ ਵਾ, ਇਹ ਨਹੀਂ ਕੋਈ ਕੰਮ ਨਹੀਂ ਕਰੂਗਾ। ਫੈਕਟਰੀਆਂ ਫੁੱਟਣਾ ਸਾਰੀਆਂ ਰੁਕ ਗਈਆਂ, ਪਰ ਉਹਦੇ ਅੰਦਰ ਪਲਾਨ ਨਹੀਂ ਹੈਗਾ, ਇੱਛਾ ਨਹੀਂ ਹੈਗੀ। ਮੈਂ ਜਿੱਤਾਂਗਾ, ਮੈਂ ਉਹ ਕਰਾਂਗਾ, ਮੈਂ ਕਰਾਂਗਾ, ਬਸ ਹਾਂ ਜੋ ਚੱਲ ਰਿਹਾ ਬਸ ਉਹਨੂੰ ਉਦਾਂ ਕੈਰੀ ਆਨ ਕਰੂਗਾ। ਇਸੇ ਲਈ ਹੀ ਸੰਸਾਰ ਚ ਰਹਿ ਕੇ ਹੀ ਜੀਵਨ ਬਤੀਤ ਕਰਨਾ ਹੈ। ਹਾਂਜੀ ਨਿਜਰ ਸਾਹਿਬ। ਹਾਂਜੀ, ਨਾਨਕ ਸੇਵਕ ਸੋਈ ਆਖੀਏ, ਜੇ ਸੱਚ ਰਹੇ ਲਿਵ ਲਾਏ। ਕਹਿੰਦੇ ਸੇਵਕ ਉਹੀ ਹੈ ਭਾਈ ਮਾਲਕ ਪਰਮਾਤਮਾ ਦਾ। ਕਹਿੰਦੇ ਜਿਹੜਾ ਉਹੀ ਆਖਿਆ ਜਾ ਸਕਦਾ, ਉਸੇ ਨੂੰ ਸੇਵਕ ਕਹਿ ਸਕਦੇ ਹਾਂ ਆਪਾਂ, ਜਿਹੜਾ ਸੱਚ ਦੇ ਨਾਲ ਜੁੜਿਆ ਰਹੇ। ਸੱਚ ਹੈ ਪਰਮਾਤਮਾ, ਜਿਹੜਾ ਪਰਮਾਤਮਾ ਵੱਲ ਨੂੰ ਗਤੀ ਕਰੇ, ਆਤਮਾ ਵੱਲ ਨੂੰ ਗਤੀ ਕਰੇ। ਔਰ ਸੱਚ ਦੇ ਉੱਤੇ ਜਿਹੜਾ ਹੈਗਾ, ਸੱਚ ਹੈ ਜਿਹੜਾ ਹਮੇਸ਼ਾ ਹੀ ਰਹਿਣ ਵਾਲਾ ਹੈ, ਜਿਹੜੀ ਹਮੇਸ਼ਾ ਰਹਿਣ ਵਾਲਾ ਹੈ, ਉਹ ਸੱਚ ਦੇ ਉੱਤੇ ਹਮੇਸ਼ਾ ਹੀ
ਲਿਵ ਲਗਾ ਕੇ ਰੱਖੇ, ਉਹਦੀ ਲਿਵ ਲੱਗ ਜਾਣੀ ਹੈ। ਜਿਹੜੇ ਧਿਆਨ ਸਿਮਰਨ ਦੇ ਦੁਆਰਾ ਉਸਦੀ ਲਿਵ ਲੱਗ ਜਾਣੀ ਹੈ, ਜਿਹੜਾ ਸੱਚ ਦੇ ਨਾਲ ਜੁੜ ਗਿਆ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ। ਸਾਧ ਸੰਗਤ ਜੀ ਲਾਸਟ ਤੇ ਬੜੀ ਤਗੜੀ ਗੱਲ ਕਰ ਗਏ ਨੇ, ਕਹਿੰਦੇ ਨਾਨਕ ਸੇਵਕ ਸੋਈ ਆਖੀਏ ਜੇ ਸੱਚ ਰਹੇ ਚਿੱਤ ਲਾਵੇ, ਲਿਵ ਲਾਏ। ਹਾਂਜੀ, ਸੱਚ ਰਹੇ ਲਿਵ ਲਾਏ, ਹਨਾ। ਹੁਣ ਕਹਿੰਦੇ ਕਿ ਉਹ ਬੰਦਾ ਜਿਹੜਾ ਵਾ ਸੇਵਕ ਆ ਜਿਹਦਾ ਚਿੱਤ ਸ਼ਾਂਤ ਹੋ ਗਿਆ, ਜਿਹਦਾ ਚਿੱਤ ਸ਼ਾਂਤ ਹੋ ਗਿਆ ਤੇ ਲਿਵ ਲਾਉਣ ਦੀ ਲੋੜ ਪੈਣੀ ਹੈ, ਲਿੜ ਤਾਂ ਆਪੇ ਲੱਗ ਜਾਣੀ ਹੈ। ਜਿੰਨਾ ਚਿਰ ਤੱਕ ਡਿਸਪਲੇ ਦੇ ਵਿੱਚ ਪੜਦੇ ਤੇ ਆਪਾਂ ਹੁਣ ਸਿਨੇਮੇ ਥੀਏਟਰ 'ਚ ਜਾ ਰਹੇ ਹਾਂ, ਆਪਾਂ ਉੱਥੇ ਕੁਝ ਵੇਖਦੇ ਪਏ ਆ ਤੇ ਆਪਾਂ ਤਾਂ ਹੀ ਉੱਥੇ ਪੜਦੇ ਨੂੰ ਵੇਖਦੇ ਆਪਾਂ, ਉੱਥੇ ਪਤਾ ਲੱਗਦਾ ਹੈ ਕਿ ਮਸ਼ਹੂਰੀ ਆ ਰਹੀ ਹੈ ਜਾਂ ਫਿਲਮ ਚੱਲ ਰਹੀ ਹੈ। ਪਰ ਜਦੋਂ ਬਲੈਕ ਆਊਟ ਹੋ ਜਾਂਦਾ ਵਾ ਤੇ ਕੀ ਵੇਖਾਂਗੇ ਆਪਾਂ? ਤੇ ਫਿਰ ਸਾਡੀ ਉੱਥੇ ਉਹ ਬ੍ਰਹਮ ਦੇ ਵਿੱਚ ਲਿਵ ਲੱਗ ਜਾਂਦੀ ਹੈ। ਫਿਰ ਜਿਹੜਾ ਮਨ ਹੈ, ਮਨ ਫਿਰ ਪ੍ਰਗਟ ਨਹੀਂ ਹੋ ਸਕਦਾ, ਕਿਉਂਕਿ ਮਨ ਤੇ ਸੰਕਲਪ ਤੇ ਵਿਕਲਪ ਹੈ। ਉਹ ਤੇ ਮਨ ਤੇ ਇੱਕ ਜਸਟ ਤਰੰਗ ਹੈਗੀ ਆ ਪਾਣੀ ਦੇ ਉੱਤੇ, ਔਰ ਉਦੋਂ ਹੀ ਪੈਦਾ ਹੋਣੀ ਹੈ ਜਦੋਂ ਵਿਚਾਰ ਰੂਪੀ ਜਿਹੜੀ ਆ ਉਹਦੀ ਹਵਾ ਵੱਜਦੀ ਆ ਉਹਦੇ ਉੱਤੇ। ਮਤਲਬ ਕੋਈ ਵੀ ਸੰਸਕਾਰ ਆ, ਜੋ ਵੀ ਆਪਣੇ ਜੀਵਨ ਚ ਜਿੱਦਾਂ ਬੀਤਿਆ ਜੀਵਨ ਆ, ਕਾਰਨ ਸਰੀਰ ਤੇ ਜਦੋਂ ਵੀ ਕੋਈ ਚੀਜ਼ ਆਉਂਦੀ ਆ ਤੇ ਹਵਾ ਦੇ ਰੂਪ ਚ ਆ ਕੇ ਉਹ ਕੀ ਕਰਦੀ ਹੈ ਕਿ ਝੀਲ ਦੇ ਉੱਤੇ ਤਰੰਗ ਪੈਦਾ ਕਰਦੀ ਹੈ। ਇੱਕ ਸਮਾਂ ਆਉਂਦਾ ਹੈ, ਹੌਲੀ ਹੌਲੀ ਕਰਕੇ ਚਿੱਤ ਸ਼ਾਂਤ ਹੋ ਜਾਂਦਾ ਹੈ। ਅਗਰ ਮੰਨ ਲਓ ਕਾਰਨ ਸਰੀਰ ਤੋਂ ਕੋਈ ਤਰੰਗ ਆ ਵੀ ਗਈ ਨਾ, ਤੇ ਚਿੱਤ ਦੇ ਅੰਦਰ ਤਰੰਗ ਨਹੀਂ ਪੈਦਾ ਹੋ ਸਕਦੀ। ਚਿੱਤ ਜਿਹੜਾ ਉਹ ਸ਼ਾਂਤ ਹੋ ਗਿਆ, ਔਰ ਚਿੱਤ ਨੂੰ ਜਿੱਦਣ ਵੀ ਚਿੱਤ ਸ਼ਾਂਤ ਹੋ ਗਿਆ, ਉਸ ਤੋਂ ਬਾਅਦ ਹੀ ਜੀਵਨ ਬਦਲਣਾ ਹੈ। ਫਿਰ ਮਨ ਵੀ ਬਦਲ ਜਾਣਾ ਹੈ, ਕਿਉਂਕਿ ਮਨ ਨੂੰ ਤੇ ਚਿੱਤ ਕਰਕੇ ਤੇ ਮਨ ਪਰੇਸ਼ਾਨ ਹੈ। ਤੇ ਚਿੱਤ ਸ਼ਾਂਤ ਹੋ ਗਿਆ ਤੇ ਫਿਰ ਉਹਨੇ ਵੇਖਣਾ ਕਿ ਉੱਥੇ ਕੁਝ ਵੀ ਨਹੀਂ ਹੈਗਾ। ਹਾਂਜੀ ਨਜੋ ਸਾਹਿਬ, ਤੇ ਲਿਵ ਲੱਗ ਜਾਣੀ। ਬਿਲਕੁਲ। ਅਗਲਾ ਤਾਂ ਬਹੁਤ ਹੀ ਕਮਾਲ ਦਾ ਸ਼ਲੋਕ ਹੈ ਜੀ, ਤੀਸਰੀ ਪਾਤਸ਼ਾਹੀ ਦਾ, ਮਹੱਲਾ ਤੀਜਾ। ਦਾਤ ਜੋਤ ਸਭ ਸੂਰਤ ਤੇਰੀ। ਦੇਖ ਲਓ, ਕਹਿ ਰਹੇ ਆ ਤੀਸਰੀ ਪਾਤਸ਼ਾਹੀ ਕਹਿ ਰਹੀ ਆ, ਹੇ ਮਾਲਕਾ, ਮੇਰੇ ਜਿਹੜੀ ਜੀਓ, ਮੇਰੀ ਜਿੰਦ ਜਿਹੜੀ ਹੈਗੀ ਉਹ ਵੀ ਤੇਰੀ ਹੈਗੀ ਆ, ਔਰ ਮੇਰੇ ਕੋਲ ਜਿਹੜਾ ਸਰੀਰ ਹੈਗੀ, ਮੇਰੀ ਜਿਹੜੀ ਸੂਰਤ ਹੈਗੀ, ਇਹ ਵੀ ਤੇਰੇ ਦਿੱਤਾ ਹੋਇਆ ਹੈ। ਔਰ ਜੋ ਕੁਛ ਵੀ ਮੈਨੂੰ ਮਿਲ ਰਿਹਾ, ਜੋ ਕੁਛ ਵੀ ਤੇਰੀਆਂ, ਜੋ ਦੁਨੀਆ ਦੇ ਵਿੱਚ ਆਪਾਂ ਖਾ ਰਹੇ ਹਾਂ, ਪੀ ਰਹੇ ਹਾਂ, ਜੋ ਕੁਛ ਵੀ ਹੈਗਾ, ਸਾਰਾ ਕੁਛ ਤੇਰਾ ਹੈਗਾ। ਦੇਖ ਲਓ, ਸਾਰਾ ਕੁਛ ਉਸ ਮਾਲਕ ਪਰਮਾਤਮਾ ਦਾ ਹੈਗਾ। ਕੋਈ ਕਹਿੰਦੇ ਮੇਰੀ ਚੀਜ਼ ਤਾਂ ਕੋਈ ਇਹਦੇ ਵਿੱਚ ਹੈ ਹੀ ਨਹੀਂ ਹੈ ਕੁਛ ਵੀ ਮੇਰਾ। ਦਾਤ ਜੋਤ ਸਭ ਸੂਰਤ ਤੇਰੀ, ਔਰ ਜਿਹਦੀ ਹੈਗੀ ਉਹ ਤਾਂ ਕਹਿੰਦਾ ਹੀ ਨਹੀਂ ਮੇਰੀ ਹੈਗੀ ਆ। ਆਪਾਂ ਜ਼ਰੂਰ ਜਿਹੜੇ ਹੈ ਕਹਿ ਰਹੇ ਹਾਂ ਮੇਰਾ ਘਰ ਆ, ਮੇਰੀ ਘਰ ਵਾਲੀ, ਮੇਰਾ ਸਰੀਰ ਹੈਗਾ। ਦੇਖੋ ਕਿੰਨੀ ਜਿਹੜੇ ਆਪਾਂ ਕਿੰਨੇ ਝੂਠ ਦੇ ਉੱਤੇ ਖੜੇ ਹੋਏ ਆ। ਇਹਦੀ ਕੀ ਜਿਹੜੀ ਇਹ ਪਾਇਆ ਕੀ ਹੈਗੀ ਆਪਣੀ? ਦਾਤ ਜੋਤ ਸਭ ਸੂਰਤ ਤੇਰੀ, ਬਹੁਤ ਸਿਆਣਪ ਹਉਮੈ ਮੇਰੀ। ਮਾਲਕਾ ਮੇਰੇ ਕੋਲ ਤਾਂ ਆ ਹੈਗੀ, ਮੇਰੀ ਚਤੁਰਾਈ ਮੇਰੀ ਹੈਗੀ ਆ, ਮੇਰਾ ਹੰਕਾਰ ਮੇਰਾ ਹੈਗਾ। ਮੈਂ ਇਹਨਾਂ ਦੇ ਉੱਤੇ ਆਪਣੀ ਸਟੈਂਪ ਲਗਾ ਕੇ ਬੈਠਾ ਹੋਇਆ। ਇਹ ਦੇਖ ਲਓ, ਦੂਸਰੇ ਦੀ ਗੱਡੀ ਜਿਹੜੀ ਹੈਗੀ ਉਹਦੇ ਤੇ ਜਾ ਕੇ ਕਹਿ ਦੇ ਬਈ ਆਹ ਮੇਰੀ ਗੱਡੀ ਹੈਗੀ ਆ ਭਾਈ ਆਪਣੀ ਹਾਲਤ। ਦਾਤ ਜੋਤ ਸਭ ਸੂਰਤ ਤੇਰੀ, ਬਹੁਤ ਸਿਆਣਪ ਹਉਮੈ ਮੇਰੀ। ਬਹੁ ਕਰਮ ਕਮਾਵੇਂ ਲੋਭ ਮੋਹ ਵਿਆਪੇ, ਹਉਮੈ ਕਦੇ ਨਾ ਚੁੱਕਿਆ ਫੇਰੀ। ਕਹਿੰਦੇ ਲੋਭ ਤੇ ਮੋਹ ਦੇ ਵਿੱਚ ਜਿੰਨੇ ਕਰਮ ਕਰਦੇ ਹਾਂ, ਜਿੰਨਾ ਲਾਲਚ ਦੇ ਵਿੱਚ ਕੰਮ ਕਰਾਂਗੇ, ਲੋਭ ਦੇ ਨਾਲ, ਮੋਹ ਦੇ ਨਾਲ, ਅਟੈਚਮੈਂਟ ਦੇ ਨਾਲ, ਇਹਨੇ ਹੋਰ ਵਧੀ ਜਾਣਾ ਹੈ ਲੋਭ ਮੋਹ ਨੇ। ਔਰ ਕਰਮਾਂ ਦੇ ਵਿੱਚ ਜਿਹੜੀ ਕਰਮਾਂ ਦੀ ਗਤੀ ਕਦੀ ਖਤਮ ਹੀ ਨਹੀਂ ਹੋਣੀ, ਔਰ ਹਉਮੈ ਨੇ ਵੀ ਨਹੀਂ ਕਦੀ ਖਤਮ ਹੋਣਾ। ਜੇ ਹਉਮੈ ਨੇ ਨਹੀਂ ਖਤਮ ਹੋਣਾ ਤੇ ਫਿਰ ਆਪਣਾ ਜਿਹੜਾ ਹੈਗਾ, ਇਹ ਜਿਹੜਾ ਸੰਸਾਰ ਦੇ ਵਿੱਚ ਜਿਹੜੀ ਆਪਣਾ ਇਹ ਜਨਮ ਮਰਨ ਦਾ ਚੱਕਰ ਚੱਲ ਰਿਹਾ ਆ, ਇਹਨੇ ਵੀ ਨਹੀਂ ਖਤਮ ਹੋਣਾ ਭਾਈ। ਇਹ ਫੇਰ ਹੀ ਆਪਣੀ ਨਹੀਂ ਬੰਦ ਹੋਏਗੀ। ਨਾਨਕ ਆਪ ਖਰਾਏ ਕਰਤਾ, ਜੋ ਤਿਸ ਭਾਵੈ ਸਾਈ ਗੱਲ ਚੰਗੇਰੀ। ਕਹਿੰਦੇ ਸਾਰੀ ਦੀ ਸਾਰੀ ਖੇਡ ਇਹਦਾ ਕੰਟਰੋਲਰ ਮਾਲਕ ਪਰਮਾਤਮਾ ਕਰਵਾ ਰਿਹਾ ਹੈ, ਕਿਉਂਕਿ ਆਪਣਾ ਕੁਛ ਵੀ ਨਹੀਂ ਹੈਗਾ। ਸਾਰੀ ਖੇਡ ਮਾਲਕ ਪਰਮਾਤਮਾ ਦੀ ਹੈਗੀ। ਆਪਾਂ ਨੂੰ ਖੇਡਣ ਤੋਂ ਇਲਾਵਾ ਆਪਾਂ ਕੁਛ ਨਹੀਂ ਕਰ ਸਕਦੇ। ਜਿਵੇਂ ਉਹ ਚਾਹੁੰਦਾ ਹੈ ਉਵੇਂ ਕਰਨਾ ਪਊਗਾ। ਜੋ ਸਲਾਟ ਦਿੱਤੇ ਉਹਨਾਂ ਸਲਾਟਾਂ ਦੇ ਵਿੱਚ ਹੀ ਗਤੀ ਕਰ ਸਕਦੇ ਹਾਂ ਆਪਾਂ। ਨਾਨਕ ਆਪ ਕਰਾਏ ਕਰਤਾ, ਉਹ ਕਰਤਾ ਹੈਗਾ, ਆਪਾਂ ਕਿਰਤ ਹੈਗੇ ਆ। ਜੋ ਤਿਸ ਭਾਵੈ ਸਾਈ ਗੱਲ ਚੰਗੇਰੀ, ਜੋ ਉਸ ਨੂੰ ਚੰਗਾ ਲੱਗਦਾ ਹੈ ਪਾਏ, ਉਹੀ ਚੰਗਾ ਹੈ ਪਾਏ, ਉਹੀ ਚੰਗਾ ਹੈ ਮੇਰੇ ਵਾਸਤੇ, ਉਹੀ ਚੰਗਾ ਹੈਗਾ ਜੋ ਮਾਲਕ ਨੂੰ ਪਾਏ। ਔਰ ਮਾਲਕ ਨੂੰ ਜਿਹੜਾ ਹੈਗਾ ਉਹ ਕਹਿੰਦਾ ਤੈਨੂੰ ਮੈਂ ਦੁਨੀਆ ਦੇ ਵਿੱਚ ਸਭ ਤੋਂ ਸਿਖਰ ਦੇ ਡੰਡੇ ਤੇ ਬਿਠਾਇਆ ਆ ਮਿੱਤਰਾ। ਇਸ ਤੋਂ ਥੱਲੇ ਡਿੱਗ ਸਕਦਾ ਆ, ਉੱਪਰ ਜਿਹੜਾ ਹੈਗਾ ਸਿਰਫ ਮਾਲਕ ਹੈਗਾ। ਬੁੱਝ ਲਾ ਆਪਣੇ ਆਪ ਨੂੰ, ਤੇ ਆਹੀ ਗੱਲ ਚੰਗੀ ਹੈਗੀ ਆ।
ਤੇ ਬਾਕੀ ਆਪਣੀ ਕਿਸਮਤ ਹੈਗੀ ਭਾਈ। ਹਾਂਜੀ ਗੁਰਖੀ ਜੀ। ਮਹਲਾ ਤੀਜਾ। ਦਾਤ ਜੋਤ ਸਭ ਸੂਰਤ ਤੇਰੀ, ਬਹੁਤ ਸਿਆਣਪ ਹਉਮੈ ਮੇਰੀ। ਹਾਂਜੀ ਠੀਕ ਹੈ ਜੀ। ਸਾਧ ਸੰਗਤ ਜੀ ਕਹਿੰਦੇ ਆ ਕਿ ਪ੍ਰਮਾਤਮਾ ਇਹ ਜਿਹੜੀ ਜਿੰਦ ਆ ਸਾਡੇ ਸਰੀਰ 'ਚ, ਜਿਹੜੀ ਜਿਹਨੂੰ ਆਪਾਂ ਜੋਤ ਕਹਿ ਦਿੰਦੇ ਆ, ਸੂਰਤ ਵੀ ਤੇਰੀ ਹੈ, ਤੂੰ ਹੀ ਗਿਫਟ ਕੀਤਾ ਔਰ ਹਰ ਇੱਕ ਨੂੰ ਦਿੱਤਾ ਹੈ ਉਹਨੇ, ਰੱਬ ਨੇ ਆਪਣੀ ਮਰਜ਼ੀ ਨਾਲ, ਜਿੱਦਾਂ ਦੀ ਉਹਦੀ ਪਾਤਰਤਾ ਹੈਗੀ ਆ। ਨਿਜਰ ਸਾਹਿਬ ਬਿਲਕੁਲ ਸਹੀ ਗੱਲ ਹੈ। ਤੇ ਉਹ ਇਹ ਤੇ ਪਹਿਲੀ ਗੱਲ ਤੇ ਕਹਿੰਦੇ ਕਿ ਦਾਤ ਆ ਤੇਰੀ। ਦਾਤ ਮਤਲਬ ਪ੍ਰਭੂ ਤੇਰੇ ਮਤਲਬ ਤੇਰੀ ਬਖਸ਼ਿਸ਼ ਹੈ। ਤੂੰ ਸਾਨੂੰ ਸੂਰਤ ਵੀ ਦਿੱਤੀ ਹੈ ਔਰ ਸਾਨੂੰ ਇਹ ਜੀਵਨ ਵੀ ਦਿੱਤਾ ਹੈ, ਠੀਕ ਹੈ ਨਾ, ਜਿੰਦ ਦਿੱਤੀ ਹੈ। ਤੇ ਇਹ ਪਹਿਲੀ ਗੱਲ ਤੇ ਇੱਥੋਂ ਤੁਰਦੇ ਨੇ ਕਿ ਸਰੀਰ ਜਿਹੜਾ ਤੇਰਾ ਵਾ ਤੇ ਦਿੱਤਾ ਹੀ ਤੂੰ ਆ। ਅਗਲੀ ਕੀ ਬੋਲਦੇ ਨਿਜਰ ਸਾਹਿਬ? ਸਰੀਰ ਵੀ ਤੇ ਆਤਮਾ ਜਿਹੜੀ ਮਨ ਹੈਗਾ, ਜੋ ਵੀ ਹੈਗਾ ਉਹ ਵੀ ਤੇਰਾ ਹੀ ਹੈ। ਤੇ ਅਗਲੀ ਕਹਿੰਦੇ ਬਹੁਤ ਸਿਆਣਪ ਹਉਮੈ ਮੇਰੀ। ਮੇਰੇ ਕੋਲ ਤਾਂ ਮੇਰੀ ਸਿਆਣਪ ਹੈਗੀ, ਚਤੁਰਾਈ ਹੈਗੀ ਹੈ ਮੇਰੀ, ਮੇਰੇ ਕੋਲ ਤਾਂ ਹੁਜਤਬਾਜ਼ੀ ਹੈਗੀ ਤੇ ਮੇਰੀ ਹਉਮੈ ਹੈ, ਮੈਂ ਸਟੈਂਪ ਲਾਈ ਹੋਈ ਹੈ। ਸਾਰਾ ਕੁਝ ਤੇਰਾ ਦਿੱਤਾ ਹੋਇਆ, ਇਹ ਸਰੀਰ ਵੀ ਤੇਰਾ ਦਿੱਤਾ ਹੋਇਆ, ਇਹ ਸਾਰਾ ਪਰਿਵਾਰ ਵੀ ਤੇਰਾ ਦਿੱਤਾ ਹੋਇਆ, ਸਾਰੀ ਜੋ ਕੁਛ ਵੀ ਮੇਰੇ ਕੋਲ ਹੈਗਾ, ਇਹ ਕਾਰੋਬਾਰ ਸਾਰਾ ਤੇਰਾ ਹੈਗਾ, ਪਰ ਮੈਂ ਇਹਦੇ ਉੱਤੇ ਜਿਹੜਾ ਸਟੈਂਪ ਲਗਾ ਰਿਹਾ ਆਪਣੀ। ਆਹੀ ਹਉਮੈ ਹੈ ਮੇਰੀ। ਹਾਂਜੀ ਵੀਰ ਜੀ। ਹਾਂਜੀ ਬਿਲ ਠੀਕ ਹੈ। ਅਗਲੇ ਬੰਨੇ ਤੁਕ ਚ ਬੋਲਦੇ ਕਹਿ ਰਹੇ ਨੇ ਸਾਧ ਸੰਗਤ ਜੀ, ਬਹੁਤ ਸਿਆਣਪ ਹਉਮੈ ਮੇਰੀ। ਕਹਿੰਦਾ ਸਾਰਾ ਸਰੀਰ ਤੇਰਾ ਵਾ, ਸਭ ਕੁਝ ਤੇਰਾ ਵਾ, ਫਿਰ ਮੇਰੇ ਚ ਸਿਆਣਪ ਤੇ ਹਉਮੈ ਪਤਾ ਨੀ ਕਿੱਥੋਂ ਮੇਰੀ ਪੈਦਾ ਹੋ ਗਈ। ਹਉਮੈ ਇਹ ਹੈ ਤੇ ਹਉਮੈ ਤੇ ਜਦੋਂ ਹੈ ਸਾਰਾ ਕੁਝ ਤੇਰਾ ਵਾ ਤੇ ਫਿਰ ਮੇਰੀ ਹਉਮੈ ਮੇਰੇ ਚ ਕਿਉਂ ਪੈਦਾ ਹੋ ਗਈ? ਹਾਂ ਮੈਂ ਕਿੱਥੋਂ ਆ ਗਿਆ? ਹਾਂ ਮੈਂ ਕਿੱਥੋਂ ਆ ਗਿਆ ਫਿਰ? ਮੈਂ ਕਿੱਥੋਂ ਪੈਦਾ ਹੋ ਗਿਆ? ਮੈਂ ਇਹ ਇੱਥੇ ਗੜਬੜ ਹੋ ਗਈ। ਹਉਮੈ ਮੇਰੀ, ਹਉਮੈ ਦਾ ਕਰਕੇ ਤੇ ਸਾਰਾ ਹੁਣ ਤੁਹਾਨੂੰ ਪਤਾ ਨਾ, ਉੱਤੇ ਪੁਰਸ਼, ਅੱਗੇ ਪ੍ਰਕਿਰਤੀ ਸ਼ੁੱਧ ਅਸ਼ੁੱਧ, ਉਸ ਤੋਂ ਗਾੜੀ ਮੈਂ ਭਾਵ ਹਉਮੈ ਭਾਵ, ਮੈਂ ਦੇ ਅੱਗੇ ਹਉਮੈ ਤੇ ਹਉਮੈ ਦੇ ਵਿੱਚ ਫਿਰ ਅੱਗੇ ਆ ਗਿਆ ਮਨ, ਚਿੱਤ ਤੇ ਬੁੱਧੀ, ਇਹ ਆ ਗਏ ਤਿੰਨ। ਉਸ ਤੋਂ ਅੱਗੇ ਫਿਰ ਗਿਆਨ ਇੰਦਰੀਆਂ, ਕਰਮ ਇੰਦਰੀਆਂ, ਫਿਰ ਪੰਜ ਭੂਤ ਜਿਹੜੇ ਨੇ, ਹਵਾ, ਪਾਣੀ, ਆਕਾਸ਼, ਅਗਨੀ ਤੇ ਜਲ, ਇਹ ਸਾਰੇ ਇੱਕ ਹੋਰ ਪੰਜ ਤੱਤ ਜਿਹੜੇ ਹੈਗੇ ਨੇ, ਹਵਾ, ਆਕਾਸ਼, ਜਲ, ਪਾਣੀ ਤੇ ਧਰਤੀ। ਤੇ ਇਹ ਸਾਰੇ ਪੰਜ ਤੱਤ ਜਿਹੜੇ ਹੈਗੇ ਨੇ, ਇਹ ਅੱਗੇ ਪੈਦਾ ਹੋ ਗਏ ਤੇ ਉਹਦੇ ਨਾਲ ਹੀ ਸਾਡੀ ਰਚਨਾ ਹੋ ਗਈ ਹੈ, ਜਦਕਿ ਸਾਰਾ ਕੁਝ ਤਾਂ ਪ੍ਰਮਾਤਮਾ ਤੋਂ ਆ ਰਿਹਾ। ਪਰ ਹਉਮੈ ਜਿਹੜੀ ਆ, ਹਉਮੈ ਇਨਸਾਨ ਜਿਹੜਾ ਨਾ, ਇਨਸਾਨ ਇਹ ਜੀਵ ਦੇ ਵਿੱਚ ਪੈਦਾ ਹੋ ਜਾਂਦੀ ਹੈ। ਜਦੋਂ ਆਪਾਂ ਕਰਮ ਕਰਦੇ ਹਾਂ ਨਾ, ਕੋਈ ਵੀ ਕੰਮ ਕਰਦੇ ਹਾਂ, ਤੇ ਉਹਦੇ ਵਿੱਚ ਕੀ ਕਰਦਾ, ਜਦੋਂ ਛੋਟਾ ਬੱਚਾ ਹੁੰਦਾ, ਤੁਹਾਨੂੰ ਦੱਸਿਆ ਵਾ, ਛੋਟੇ ਬੱਚੇ ਚ ਹਉਮੈ ਨਹੀਂ ਹੁੰਦੀ ਉਦੋਂ। ਫਿਰ ਉਹ ਹਉਮੈ ਕਿੱਥੋਂ ਪ੍ਰਗਟ ਹੁੰਦੀ ਹੈ? ਜਦੋਂ ਉਹ ਵੇਂਦਾ ਕਿ ਮਾਂ ਮੇਰੇ ਵੱਲ ਵੇਂਦੀ ਨਹੀਂ ਪਈ ਔਰ ਮੈਨੂੰ ਭੁੱਖ ਲੱਗੀ ਹੋਈ ਆ, ਫਿਰ ਉਹ ਰੋਂਦਾ, ਫਿਰ ਉਹ ਵੇਂਦਾ ਵਾ ਕਿ ਇਹ ਤੇ ਰੋਣ ਤੋਂ ਬਾਅਦ ਜਿਹੜੀ ਉਹ ਮੇਰੀ ਕੇਅਰ ਜ਼ਿਆਦਾ ਕਰਦੀ ਹੈ। ਹੁਣ ਤੁਸੀਂ ਵੇਖੋ, ਆਮ ਹੀ ਬਜ਼ੁਰਗ ਬੰਦੇ ਨਾ, ਜਿਹੜੇ ਕਾਫੀ ਉਮਰ ਹੋਊਗੀ ਤੇ ਉਹ ਆਮ ਹੀ ਬਿਮਾਰ ਹੋ ਜਾਂਦੇ ਨੇ। ਕਈ ਵਾਰੀ ਅਸਲੀ ਬਿਮਾਰ ਨਹੀਂ ਹੁੰਦੇ, ਉਹ ਬਸ ਅਟੈਂਸ਼ਨ ਚਾਹੁੰਦੇ ਆ। ਉਹ ਅਟੈਂਸ਼ਨ ਪ੍ਰਾਪਤ ਕਰਨ ਦੇ ਲਈ ਉਹ ਸੇਮ ਉਹੀ ਫਾਰਮੂਲਾ ਵਰਤਦੇ ਨੇ ਬੱਚਿਆਂ ਵਾਲਾ, ਜਿੱਦਾਂ ਛੋਟੇ ਬੱਚੇ ਨਹੀਂ ਵਰਤਦੇ ਕਿ ਮਤਲਬ ਰੋਣਾ ਸ਼ੁਰੂ ਕਰ ਦਿੰਦੇ ਤੇ ਮਾਂ ਚੁੱਕ ਲੈਂਦੀ ਆ। ਨਕਲੀ ਰੋਂਦੇ ਹੀ ਆ ਬੱਚੇ, ਆਮ ਨਕਲੀ, ਅਸਲੀ ਥੋੜੀ ਹੁੰਦੇ ਆ ਹਰ ਵਾਰੀ। ਉਹ ਜਾਣ ਕੇ ਉਸ ਚੀਜ਼ ਨੂੰ ਕਰਦੇ ਨੇ, ਉਹ ਵੀ ਬਜ਼ੁਰਗ ਵੀ ਅਟੈਂਸ਼ਨ ਚਾਹੁੰਦੇ ਨੇ, ਔਰ ਉਸੇ ਤਰੀਕੇ ਨਾਲ ਉਹ ਜਿਹੜਾ ਉਹ ਮਤਲਬ ਉਹ ਚੀਜ਼ ਨੂੰ ਇੰਜੋਏ ਕਰਦੇ ਆ। ਠੀਕ ਹੈ ਨਿਜਰ ਸਾਹਿਬ? ਬਿਲਕੁਲ ਆਪਣੀ ਮੇਰੀ ਗੱਲ ਕਰ ਰਹੇ ਨੇ ਜੀ। ਹਾਂਜੀ, ਆਪਾਂ ਨੂੰ ਜਿਹੜਾ ਹੈਗਾ ਉਹਨਾਂ ਨੂੰ ਅਟੈਂਡ ਕਰਨਾ ਚਾਹੀਦਾ ਆ। ਉਹਨਾਂ ਦੀ ਗਲਤੀ ਨਹੀਂ ਹੈ, ਗਲਤੀ ਆਪਣੀ। ਕਈ ਵਾਰੀ ਉਹ ਵਿਚਾਰੇ ਏਦਾਂ ਦੀ, ਉਹਨਾਂ ਕੋਲ ਫਿਰ ਏਦਾਂ ਦਾ ਕੋਈ ਸੋਰਸ ਹੀ ਨਹੀਂ ਹੁੰਦਾ, ਫਿਰ ਏਦਾਂ ਦਾ ਕੋਈ ਐਕਸਕਿਊਜ਼ ਕੱਢਦੇ ਆ ਤੇ ਫਿਰ ਉਹ ਸਾਨੂੰ ਤੇ ਲੈ ਕੇ ਜਾਣਾ ਪੈਂਦਾ ਹਸਪੀਟਲ। 2-2.5 ਘੰਟੇ ਚ ਉਹਨੂੰ ਚੰਗਾ ਲੱਗਦਾ ਕਿ ਹਾਂ ਬਈ ਮੈਂ ਕੋਈ ਐਵੇਂ ਯੂਜ਼ਲੈਸ ਨਹੀਂ ਹੈਗਾ, ਮੇਰੀ ਵੈਲਿਊ ਹੈਗੀ ਆ, ਚੱਲ। ਹਾਂਜੀ ਨਿਜਰ ਸਾਹਿਬ, ਅਗਲੀ ਬੋਲੋ ਜੀ। ਤੋਂ ਬਹੁ ਕਰਮ ਕਮਾਵੇਂ, ਲੋਭ ਮੋਹ ਵਿਆਪੇ, ਹਉਮੈ ਕਦੇ ਨਾ ਚੂਕੈ ਫੇਰੀ। ਕਹਿੰਦੇ ਇੰਨੇ ਇਨਸਾਨ ਜਿਹੜਾ ਹੈਗਾ ਲੋਭ ਦੇ ਵਿੱਚ, ਮੋਹ ਦੇ ਵਿੱਚ, ਅਟੈਚਮੈਂਟ ਦੇ ਵਿੱਚ ਆ ਕੇ ਜਿਹੜਾ ਹੈਗਾ ਮਾਇਕ ਜਿਹੜੇ ਦੁਨਿਆਵੀ ਜਿਹੜੇ ਹੈਗੇ ਆ, ਇਹ ਆਪਣੀ ਸਿਆਣਪ ਦੇ ਅਨੁਸਾਰ ਜਿਹੜੇ ਹੈਗੇ ਕਰਮ ਕਮਾਉਂਦਾ ਹੈ। ਬਹੁ ਕਰਮ ਕਮਾਵੇਂ,
ਲੋਭ ਮੋਹ ਵਿਆਪੇ। ਲੋਭ ਮੋਹ ਦੇ ਵਿੱਚ ਪੂਰੀ ਤਰ੍ਹਾਂ ਉਹਨੂੰ ਲੋਭ ਮੋਹ ਹੋਰ ਜ਼ਿਆਦਾ ਵੱਧਦਾ ਹੈ। ਇਹਦੇ ਨਾਲ ਪਦਾਰਥਾਂ ਦੇ ਨਾਲ ਹੋਰ ਮੋਹ ਪੈਦਾ ਹੋ ਜਾਂਦਾ ਹੈ, ਹੋਰ ਇਹਨਾਂ ਦਾ ਲੋਭ ਹੋ ਜਾਂਦਾ ਹੈ, ਤ੍ਰਿਸ਼ਨਾ ਵੱਧ ਜਾਂਦੀ ਹੈ। ਹਉਮੈ ਕਦੇ ਨਾ ਚੂਕੈ ਫੇਰੀ। ਨਹੀਂ ਸੌਰੀ, ਇਹਦੇ ਵਿੱਚ ਨਾ ਹਉਮੈ ਨੂੰ ਆਪਾਂ ਨੂੰ ਇੱਧਰ ਲੈਣਾ ਪੈਣਾ ਹੈ। ਬਹੁ ਕਰਮ ਕਮਾਵੈ ਲੋਭ ਮੋਹ ਵਿਆਪੇ ਹਉਮੈ ਕਦੇ ਨਾ ਚੂਕੈ ਫੇਰੀ। ਕਹਿੰਦੇ ਹਉਮੈ ਤਾਂ ਵਿਆਪਦੀ ਰਹਿੰਦੀ ਹੈ, ਹਉਮੈ ਔਰ ਫੇਰੀ ਉਹਦੀ ਕਦੇ ਚੁੱਕਦੀ ਨਹੀਂ ਹੈ ਭਾਈ। ਇਹ ਹਉਮੈ ਦੇ ਕਾਰਨ, ਇਹ ਜਿਹੜੇ ਹੈਗੀ ਉਹਦੀ ਮੈਂ ਮੇਰੀ ਦੇ ਕਾਰਨ। ਬਹੁ ਕਰਮ ਕਮਾਵੈ ਲੋਭ ਮੋਹ ਵਿਆਪੇ ਹਉਮੈ ਕਦੇ ਨਾ ਚੂਕੈ ਫੇਰੀ। ਔਰ ਫੇਰੀ ਕਦੇ ਚੁੱਕਦੀ ਨਹੀਂ ਹੈ, ਜਿਹੜਾ ਹੈਗਾ ਇਸ ਤੋਂ ਨਿਕਲਦਾ ਨਹੀਂ ਹੈ। ਇਹ ਜਿਹੜਾ ਜਨਮ ਮਰਨ ਦਾ ਖੇਡ ਜਿਹੜੀ ਚੱਲ ਰਹੀ ਹੈ, ਗਤੀ ਜਿਹੜੀ ਹੋ ਰਹੀ ਹੈ ਇਹ ਜੂਨਾਂ ਦੇ ਵਿੱਚ, ਇਹ ਰੁਕ ਨਹੀਂ ਸਕਦੀ। ਹਾਂਜੀ ਗੋਰਖੀ ਜੀ। ਹਾਂਜੀ ਦੇਖੋ, ਬਹੁਤ ਕਰਮ ਕਮਾਵੇ। ਹੁਣ ਕਰਮ ਕਮਾਵੇ ਤੇ ਕਿ ਤੁਹਾਨੂੰ ਪਤਾ ਹੀ ਕਈ ਏਦਾਂ ਦੇ ਕਰਮ ਕਰਦਾ। ਹੁਣ ਕਰਮ ਇਨਸਾਨ ਜਿਹੜੇ ਨਾ ਵੇਖੋ ਕਿੰਨੇ % ਜਿਹੜੇ ਕਰਮ ਹੈ ਕੇਵਲ ਲੋਕਾਂ ਨੂੰ ਦਿਖਾਉਣ ਦੇ ਲਈ ਕਰਦਾ ਹੈ। ਗੱਡੀ ਲੈਂਦਾ ਹੈ ਵੱਡੀ, ਇਸ ਲਈ ਲੈਂਦਾ ਲੋਕਾਂ ਨੂੰ ਦਿਖਾਉਣ ਵਾਸਤੇ ਕਿ ਮੇਰੇ ਕੋਲ ਗੱਡੀ ਵੱਡੀ ਹੈਗੀ ਹੈ, ਅਟਰੈਕਸ਼ਨ। ਹੁਣ ਘਰ ਬਣਾਉਂਦਾ ਹੈ, ਘਰ ਦੀ ਲੋੜ ਨਹੀਂ ਹੈਗੀ ਏਡੇ ਵੱਡੇ ਘਰ ਦੀ। ਉੱਥੇ 15-20 ਲੱਖ ਰੁਪਏ ਦਾ ਐਕਸਟਰਾ ਐਡੀਸ਼ਨਲ ਸਮਾਨ ਲਾਉਂਦਾ ਹੈ, ਬਾਹਰ ਵੀ ਸ਼ੋਅਬਾਜ਼ੀ ਕਰਦਾ ਹੈ। ਉਹ ਲੋਕਾਂ ਨੂੰ ਸ਼ੋਅ ਕਰਦਾ ਹੈ ਕਿ ਮੈਂ ਇੱਥੇ ਹੈਗਾ ਪਿੰਡ 'ਚ, ਭੁੱਲ ਨਾ ਜਾਇਓ ਮੈਨੂੰ। ਵੱਡੀ ਗੱਡੀ ਲੈਣ ਦਾ ਮਤਲਬ ਇਹੋ ਹੀ ਆ, ਉਹ ਚਾਹੁੰਦਾ ਕਿ ਮੈਂ ਭੀੜ 'ਚੋਂ ਬਾਹਰ ਨਿਕਲਾਂ, ਲੋਕ ਮੈਨੂੰ ਡਿਫਰੈਂਟ ਸਮਝਣ। ਔਰ ਐਸੇ ਕਰਮ ਕਰਦਾ ਹੈ ਹਉਮੈ ਦੇ ਕਰ। ਤੇ ਉਹ ਫਿਰ ਹਉਮੈ, ਜਦੋਂ ਤੁਹਾਨੂੰ ਪਤਾ ਹੀ ਹਉਮੈ ਤੇ ਮਾੜੀ ਚੀਜ਼ ਹੈ ਨਾ, ਹਉਮੈ ਦੇ ਵਿੱਚ ਆਪਾਂ ਕੋਈ ਵੀ ਕਰਮ ਕਰਦੇ ਹਾਂ ਉਹਦਾ ਸੰਸਕਾਰ ਬਣਦਾ। ਕਿਉਂਕਿ ਬ੍ਰਹਮ ਗਿਆਨੀ ਜਿਹੜਾ ਉਹ ਕਰਮ ਕਰਦਾ ਪਰ ਉਹਦਾ ਸੰਸਕਾਰ ਨਹੀਂ ਬਣਨਾ, ਕਿਉਂਕਿ ਉਹ ਹਉਮੈ ਨਹੀਂ ਹੈਗੀ। ਕਿਉਂਕਿ ਉਹ ਕਰਮ ਕਰਦਾ ਹੈ ਪਰ ਕਰਮ ਦੇ ਵਿੱਚ ਹਉਮੈ ਤੋਂ ਹਉਮੈ ਵਾਲੀ ਭਾਵਨਾ ਨਹੀਂ। ਉਹ ਤਾਂ ਬਸ ਇੱਕ ਵਰਤਮਾਨ 'ਚ ਵਹਿੰਦਾ ਵਾ। ਗੱਡੀ ਜਦੋਂ ਸਾਹਮਣੇ ਖੱਡਾ ਆ ਗਿਆ, ਗੱਡੀ ਚਲਾਉਣ ਦਿਆ ਤੇ ਉਹ ਵੇਖਣ ਦਿਆ ਵਾ ਕਿ ਸਾਹਮਣੇ ਖੱਡਾ ਆ ਗਿਆ ਸੜਕ ਤੇ। ਇੱਕ ਬੰਨੇ ਸੱਜੇ 'ਚ ਵੱਡਾ ਖੱਡਾ ਵਾ ਤੇ ਖੱਬੇ ਬੰਨੇ ਛੋਟਾ ਵਾ, ਉਹ ਛੋਟੇ ਖੱਡੇ 'ਚ ਮਾਰ ਲੈਂਦਾ। ਨਿੱਜਰ ਸਾਹਿਬ ਬਿਲਕੁਲ ਠੀਕ ਹੈ ਜੀ। ਉਹ ਨਹੀਂ ਵਹਿੰਦਾ ਖੱਡਾ ਹੈਗਾ ਵਾ, ਉਹ ਕਹਿੰਦਾ ਵਾ ਕਿ ਇਸ ਟਾਈਮ ਵੱਡੇ ਖੱਡੇ 'ਚ ਵੱਜਣ ਨਾਲੋਂ ਛੋਟੇ ਖੱਡੇ 'ਚ ਵੱਜਣਾ ਕਈ ਗੁਣਾ ਚੰਗਾ, ਕਿਉਂਕਿ ਵਰਤਮਾਨ 'ਚ ਬੈਠਾ। ਉਹ ਵਹਿੰਦਾ ਬੁੱਧੀ ਦੇ ਆਧਾਰ ਤੇ। ਔਰ ਸਟਾਪ। ਹੁਣ ਇੱਥੇ ਪਤਾ ਕੀ ਹੁੰਦਾ ਸਾਧ ਸੰਗਤ ਜੀ, ਦੇਖੋ ਇੱਥੇ ਬੜੀ ਤਗੜੀ ਗੱਲ ਆ। ਹੁਣ ਜਦੋਂ ਆਪਾਂ ਸੋਚਦੇ ਹਾਂ ਕਿ ਆਪਾਂ ਹਉਮੈ 'ਚ ਕੋਈ ਕੰਮ ਕਰਨਾ, ਤੇ ਹਉਮੈ ਤੇ ਤੁਹਾਨੂੰ ਪਤਾ ਹੀ ਹਉਮੈ ਨੇ ਕੀ ਕਰਨਾ ਕਿ ਸਾਨੂੰ ਆਪਣੇ ਆਪ ਨੂੰ ਤੋੜ ਦੇਣਾ। ਤੇ ਜਦੋਂ ਅਸੀਂ ਆਪਣੇ ਵਰਤਮਾਨ ਕਾਲ 'ਚ ਬਹਿ ਕੇ ਜੋ ਆਪਾਂ ਕਾਰੋਬਾਰ ਕਰਦੇ ਹਾਂ, ਕੁਛ ਵੀ ਆਪਣਾ ਜੀਵਨ ਚਲਾਉਂਦੇ ਹਾਂ। ਹੁਣ ਵੇਖੋ ਸਾਨੂੰ ਪੈਸੇ ਦੀ ਲੋੜ ਹੈ, ਤੇ ਪੈਸਾ ਤੇ ਸਾਡੇ ਜੀਵਨ ਦਾ ਇੱਕ ਸੋਰਸ ਹੈ। ਪਰ ਜਦੋਂ ਅਸੀਂ ਪੈਸੇ ਦੇ ਮਗਰ ਆਪਣੀ ਹਉਮੈ ਜੋੜਦੇ ਹਾਂ, ਜਦੋਂ ਆਪਾਂ ਸੋਚਦੇ ਹਾਂ ਕਿ ਹਾਂ ਬਈ ਉਹ ਮੈਂ ਕੰਮ ਕਰਨਾ ਵਾ, ਮੈਂ ਮਤਲਬ ਕੁਝ ਜੇ ਮੈਂ ਨਹੀਂ ਕੰਮ ਕਰਾਂਗਾ ਤੇ ਇਹ ਕੰਮ ਹੋਣਾ ਨਹੀਂ, ਉੱਥੇ ਤਾਂ ਹਉਮੈ ਪ੍ਰਗਟ ਹੋ ਗਈ। ਪਰ ਜਦੋਂ ਹਉਮੈ ਪ੍ਰਗਟ ਹੋ ਗਈ ਕੋਈ ਵੀ ਤਰੀਕੇ 'ਚ, ਜਿੱਥੇ ਵੀ ਤੁਹਾਨੂੰ ਪਤਾ ਲੱਗ ਜਾਂਦਾ ਬੰਦੇ ਨੂੰ, ਜਦੋਂ ਹਉਮੈ 'ਚ ਬੰਦਾ ਕੰਮ ਕਰਦਾ ਨਾ, ਬੰਦੇ ਨੂੰ ਖੁਦ ਵੀ ਪਤਾ ਲੱਗਦਾ ਕਿ ਮੈਂ ਹਉਮੈ 'ਚ ਆ ਗਿਆ। ਤੇ ਜਦੋਂ ਪ੍ਰਗਟ ਹੋ ਗਈ ਹੈ ਤੇ ਫਿਰ ਚੁੱਕੇ ਫੇਰੀ, ਫਿਰ ਕਦੇ ਨਾ ਚੁੱਕੇ ਫੇਰੀ। ਫਿਰ ਉਹ ਕੀ ਹੋਣਾ ਵਾ ਕਿ ਕਿਉਂਕਿ ਜਿਹੜਾ ਵੀ ਇਹ ਕੰਮ ਆਪਾਂ ਹਉਮੈ ਦੇ ਵਿੱਚ ਪ੍ਰਭਾਵ 'ਚ ਆ ਕੇ ਕੀਤਾ ਹੈ ਨਾ, ਉਹਨੇ ਕੀ ਕਰਨਾ ਹੈ ਕਿ ਉਹਨੇ ਨਵੇਂ ਬੀਜ ਪੈਦਾ ਕਰ ਦੇਣੇ। ਨਵੇਂ ਜਿਹੜੇ ਬੀਜ ਪੈਦਾ ਹੋ ਗਏ, ਸੰਸਕਾਰ ਬਣ ਗਏ, ਉਹਨਾਂ ਨੂੰ ਭੋਗਣਾ ਹੀ ਪਊਗਾ। ਕਿਉਂਕਿ ਹਉਮੈ 'ਚ ਕੀਤੇ ਆ, ਦਾਨ ਕੀਤਾ, ਪੁੰਨ ਕੀਤਾ। ਹੁਣ ਤੁਸੀਂ ਹਉਮੈ 'ਚ ਆ ਕੇ ਕਹਿਤਾ ਕਿ ਚੰਗਾ ਕੰਮ ਕੀਤਾ, ਤੁਸੀਂ ਕਹਿਤਾ ਕਿ ਮੈਂ ਆਹ ਫਲਾਨਾ ਵਧੀਆ ਦਾਨ ਪੁੰਨ ਕਰਦਾ ਵਾਂ ਕਿ ਮੈਨੂੰ ਇਹਦੇ ਬਦਲੇ ਆਹ ਚੀਜ਼ ਮਿਲੇ। ਪ੍ਰਕਿਰਤੀ 'ਚ ਐਸਾ ਨਿਯਮ ਹੈ, ਤੁਹਾਡੀ ਪਾਤਰਤਾ ਦੇ ਹਿਸਾਬ ਨਾਲ ਤੁਹਾਨੂੰ ਉਹ ਚੀਜ਼ ਮਿਲ ਜੂਗੀ, ਪਰ ਤੁਹਾਨੂੰ ਉਹਨੂੰ ਭੋਗਣ ਵਾਸਤੇ ਵੀ ਤੁਹਾਨੂੰ ਦੁਬਾਰਾ ਆਉਣਾ ਪਊਗਾ ਧਰਤੀ ਤੇ। ਠੀਕ ਹੈ ਨਿਜਰ ਸਾਹਿਬ? ਬਿਲਕੁਲ ਠੀਕ ਹੈ ਜੀ। ਨਿਜਰ ਸਾਹਿਬ ਮੇਰੀ ਆਵਾਜ਼ ਆ ਰਹੀ? ਆ ਰਹੀ ਹੈ ਜੀ, ਆ ਰਹੀ। ਠੀਕ ਹੈ ਜੀ। ਹਾਂਜੀ ਹਾਂਜੀ ਬਿਲਕੁਲ ਵਧੀਆ ਆ ਰਹੀ। ਅੱਗੇ ਨਾਨਕ ਆਪ ਕਰਾਏ ਕਰਤਾ ਜੋ ਤਿਸ ਭਾਵੈ ਸਾਈ ਗੱਲ ਚੰਗੇਰੀ। ਇਹ ਖੇਡ ਜਿਹੜੀ ਹੈ ਸਾਰੀ ਦੀ ਸਾਰੀ ਮਾਲਕ ਪਰਮਾਤਮਾ ਆਪ ਚਲਾ ਰਿਹਾ ਆ, ਆਪ ਕੰਟਰੋਲਰ ਹੈਗਾ ਆ। ਤੇ ਇਹ 2 ਸਲਾਟ ਹੈਗੇ ਮਾਲਕ ਨੇ ਜਿਹੜੇ ਸਲਾਟ ਬਣਾਏ ਹੋਏ ਆ, ਲਿਵ ਔਰ ਧਾਤ ਵਾਲਾ ਜਿਹੜਾ ਹੈਗਾ ਇਹ ਖੇਡ ਦੋਨਾਂ ਦਾ ਕੰਟਰੋਲਰ ਮਾਲਕ ਹੈਗਾ। ਇਹ ਨੈਗੇਟਿਵਿਟੀ ਤੇ ਪੋਜ਼ਿਟਿਵਿਟੀ ਜਿਹੜੀ ਹੈਗੀ
ਇਹ ਮਾਲਕ ਨੂੰ ਦੋਨੋਂ ਚੀਜ਼ਾਂ ਚੰਗੀਆਂ ਲੱਗਦੀਆਂ ਨੇ ਭਾਈ। ਉਹਨੂੰ ਬੁਰਾਈ ਵੀ ਉਨੀ ਚੰਗੀ ਲੱਗਦੀ ਹੈ, ਭਲਾਈ ਵੀ ਉਨੀ ਚੰਗੀ ਲੱਗਦੀ ਹੈ। ਦੋਨੋਂ ਦੇ ਦੋਨੋਂ ਰੋਲ ਕਰੈਕਟਰ ਮਾਲਕ ਨੇ ਦਿੱਤੇ ਹੋਏ ਆ, ਉਹਦੀ ਖੇਡ ਚੱਲ ਰਹੀ ਆ। ਇਸ ਕਰਕੇ ਜੋ ਤਿਸ ਭਾਵ ਹੈ ਸਾਈ ਗੱਲ ਚੰਗੇਰੀ। ਜੋ ਮਾਲਕ ਨੂੰ ਭਾਉਂਦਾ ਹੈ ਭਾਈ ਉਹੀ ਗੱਲ ਚੰਗੀ ਆ। ਇਹ ਖੇਡ ਚੱਲ ਰਹੀ ਆ। ਆਪਾਂ ਖੇਡ ਦੇ ਵਿੱਚ ਜਿਹੜੇ ਹੈਗੇ ਆਪਾਂ ਵੀ ਮੋਹਰੇ ਹੈਗੇ ਆ। ਜੋ ਰੋਲ ਆਪਾਂ ਨੂੰ ਮਿਲਿਆ ਆਪਾਂ ਕਰੀਏ ਉਸ ਰੋਲ ਨੂੰ। ਔਰ ਜੋ ਜਿਹੜਾ ਹੈਗਾ ਇਹ ਖੇਡ ਕਾਹਦੇ ਵਾਸਤੇ ਮਾਲਕ ਨੇ ਬਣਾਈ ਆ? ਬ੍ਰਹਮ ਗਿਆਨੀਆਂ ਕੋਲੋਂ, ਗੁਰੂ ਕੋਲੋਂ, ਇਹ ਗੁਰਮਤ ਦੇ ਕੋਲੋਂ ਆਪਾਂ ਉਹਨੂੰ ਬੁੱਝ ਕੇ ਬਈ ਮਾਲਕ ਨੂੰ ਜਿਹੜਾ ਹੈਗਾ ਇਹ ਮਾਲਕ ਨੇ ਮੈਨੂੰ ਕਾਹਦੇ ਵਾਸਤੇ ਭੇਜਿਆ ਆ? ਇਹ ਮਨੁੱਖ ਸਰੀਰ ਕਿਉਂ ਮਿਲਿਆ ਆ? ਭਈ ਪ੍ਰਾਪਤ ਮਨੁੱਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਆਹ ਚੀਜ਼ ਜਿਹੜੀ ਹੈਗੀ ਆ ਇਹ ਬੁੱਝ ਲਈਏ, ਆਹੀ ਗੱਲ ਚੰਗੀ ਆ ਭਾਈ। ਹਾਂਜੀ ਵੀਰ ਜੀ ਠੀਕ ਹੈ ਸਾਧ ਸੰਗਤ ਜੀ, ਬਿਲਕੁਲ ਸਹੀ ਕਿਹਾ ਨੇ। ਇਹ ਸੰਸਾਰ ਜਿਹੜਾ ਹੈ ਨਾ ਪ੍ਰਮਾਤਮਾ ਨੇ ਆਪ ਹੀ ਰਚਿਆ ਹੋਇਆ ਹੈ, ਇਹਦੇ ਚ ਕੋਈ ਵੀ ਗਲਤੀ ਨਹੀਂ ਹੈਗੀ। ਜੇ ਬੁਰਾਈ ਦੇਖਦੀ ਪਈ ਆ ਤੇ ਉਹ ਵੀ ਪ੍ਰਕਿਰਤੀ ਦਾ ਇੱਕ ਨਿਯਮ ਆ। ਇਹ ਪ੍ਰਕਿਰਤੀ ਦਾ ਸ਼ੋਅ ਨਹੀਂ ਰਨ ਕਰ ਸਕਦੀ। ਨੈਗੇਟਿਵ ਪੁਆਇੰਟ ਦੋ ਤਾਰਾਂ ਨਹੀਂ ਚੱਲਦੀਆਂ ਘਰ ਚ, ਫੇਰ ਤੇ ਕਰੰਟ ਬਲਬ ਜਗਦਾ। ਜੇ ਤੁਸੀਂ ਬੁਰਾਈ ਨੂੰ ਖਤਮ ਕਰਤਾ ਤਾਂ ਚੰਗਿਆਈ ਵੀ ਖਤਮ ਹੋ ਜਾਣੀ ਹੈ। ਰਾਤ ਨੂੰ ਖਤਮ ਕਰਤਾ ਤਾਂ ਦਿਨ ਵੀ ਖਤਮ ਹੋ ਜਾਣਾ। ਆਪ ਜੀ ਨੂੰ ਅੰਡਰਸਟੈਂਡ ਕਰੋ ਥੋੜਾ ਜਿਹਾ। ਇਹਦੇ ਸੰਸਾਰ ਦੇ ਵਿੱਚ ਜਿਹੜੀਆਂ ਕਾਫੀ ਹੱਦ ਤੱਕ ਜਿਹੜੀਆਂ ਨੇ ਨੈਗੇਟਿਵ ਤੇ ਪੋਜ਼ਿਟਿਵ ਫੋਰਸਾਂ ਨੇ ਜਿਹੜੀਆਂ ਕਾਰਜ ਕਰ ਰਹੀਆਂ ਨੇ, ਕੁਦਰਤ ਦੀ ਇੱਕ ਲੀਲਾ ਵਾ ਪ੍ਰਮਾਤਮਾ ਦੀ। ਫਿਰ ਉਹ ਕਹਿੰਦੇ ਸੋ ਭਾਵੇ ਜੋ ਤੁਸ ਭਾਵੇ ਕੋਈ ਗੱਲ ਚੰਗੀ। ਉਹਨੂੰ ਤੇ ਇਹੋ ਹੀ ਪਾਉਂਦਾ ਵਾ ਕਿ ਕਹਿੰਦੇ ਆਪਣਾ ਕੰਮ ਕਰੋ, ਧਿਆਨ ਨਾਲ ਮਿਹਨਤ ਕਰੋ। ਹਾਂ ਨਿੱਜਰ ਸਾਹਿਬ ਬਿਲਕੁਲ ਸਹੀ ਜੀ, ਬਿਲਕੁਲ ਠੀਕ ਹੈ। ਆਪਣੀ ਡਿਊਟੀ ਨਿਭਾਓ ਜੋ ਤੁਹਾਡੀ ਡਿਊਟੀ ਹੈ। ਤੁਸੀਂ ਇੱਕ ਮਾਂ ਜੋ, ਭੈਣ ਜੋ, ਪਿਓ ਜੋ, ਭਰਾ ਜੋ, ਤੁਸੀਂ ਆਪਣੀ ਡਿਊਟੀ ਨੂੰ ਚੰਗੀ ਤਰ੍ਹਾਂ ਨਿਭਾਓ। ਔਰ ਉਹੀ ਗੱਲ ਚੰਗੀ ਆ, ਪ੍ਰਮਾਤਮਾ ਉਹੀ ਲਾਈਕ ਕਰਦਾ ਹੈ। ਔਰ ਜੋ ਵੀ ਤੁਹਾਡੀਆਂ ਜੋ ਪ੍ਰਮਾਤਮਾ ਨੇ ਰਿਸਪੌਂਸਿਬਿਲਿਟੀਆਂ ਦਿੱਤੀਆਂ, ਉਹ ਪ੍ਰਮਾਤਮਾ ਤੇ ਕਹਿੰਦੇ ਉਹਨੂੰ ਪ੍ਰੋਪਰਲੀ ਪਲੇ ਕਰ ਪਈ। ਤੇ ਚੀਟਿੰਗ ਕਰੇਗਾ ਤਾਂ ਫਿਰ ਤੇਰੀ ਫੇਰੀ ਪਈ ਜਾਣੀ। ਉੱਥੇ ਲਿਖਿਆ ਹੈਗਾ ਫੇਰੀ, ਫਿਰ ਚੁੱਕੀ ਫੇਰੀ, ਕਦੇ ਨਾ ਚੁੱਕੀ ਫੇਰੀ। ਹਾਂ ਕਦੀ ਚੁੱਕਣੀ, ਤੇਰੀ ਫੇਰੀ ਬੰਦ ਨਹੀਂ ਹੋਣੀ। ਹਾਂ ਨਿੱਜਰ ਸਾਹਿਬ ਬਿਲਕੁਲ, ਕਦੇ ਚੁੱਕਣੀ ਨਹੀਂ ਹੈ, ਕਦੇ ਬੰਦ ਹੀ ਨਹੀਂ ਹੋਣੀ। ਬਿਲਕੁਲ ਸਹੀ ਹੈ। ਹਾਂ ਤੇ ਉਹਨੂੰ ਤੇ ਇਹੋ ਪਾਉਂਦਾ ਵਾ ਕਿ ਚਰਨਜੀਤ ਤੂੰ ਆਪਣਾ, ਹੁਣ ਤੂੰ ਵਿੰਚ ਆਪਰੇਟਰ ਹੈਗਾ ਤੇ ਧਿਆਨ ਨਾਲ ਵਿੰਚ ਚਲਾ, ਠੀਕ ਹੈ। ਆਪਣਾ ਕੰਮ ਕਰ ਔਰ ਜਿੰਨੀ ਤੇਰੀ ਡਿਊਟੀ ਹੈਗੀ ਡਿਊਟੀ ਪੂਰੀ ਕਰ। ਔਰ ਉਸ ਸਮੇਂ ਦਾ ਕੰਪਨੀ ਲਈ ਚੰਗਾ ਕੰਮ ਕਰਕੇ ਜਾ, ਉਹਨੂੰ ਵਧਾ। ਇਹ ਨਾ ਹੋਵੇ ਕਿ 1000 ਰੁਪਏ ਤਨਖਾਹ ਲੈ ਜਾ ਤੇ 700 ਰੁਪਏ ਦਾ ਕੰਮ ਕਰ 300 ਦਾ ਘਾਟਾ ਪਾ ਜਾਏ ਅਗਲੇ ਨੂੰ। ਠੀਕ ਨਿੱਜਰ ਸਾਹਿਬ ਬਿਲਕੁਲ ਠੀਕ ਹੈ ਜੀ। ਹਾਂ ਨਾ ਹੱਕ ਮਾਰੋ ਤੇ ਨਾ ਕਿਸੇ ਦਾ ਮਤਲਬ ਹੱਕ ਮਾਰੋ ਨਾ ਤੇ ਨਾ ਹੀ ਕਿਸੇ ਨਾਲ ਧੋਖਾ ਕਰੋ। ਠੀਕ ਹੈ ਨਿੱਜਰ ਸਾਹਿਬ। ਅਗਲੀ ਬੋਲੋ ਜੀ। ਅਗਲੀ ਤਾਂ ਗੋਰਖੀ ਸਾਹਿਬ ਕਮਾਲ ਦੀ ਚੀਜ਼ ਹੈ। ਦੇਖੋ ਅਗਲੀ ਜਿਹੜੀ ਹੈ ਪੌੜੀ ਚੌਥੀ ਪਾਤਸ਼ਾਹੀ ਦੀ ਨਹੀਂ ਹੈ, ਪੰਜਵੀਂ ਪਾਤਸ਼ਾਹੀ ਨੇ ਲਗਾਈ ਹੈ, ਗੁਰੂ ਅਰਜਨ ਦੇਵ ਜੀ ਨੇ। ਇਹਦੇ ਚੌਥੀ ਪਾਤਸ਼ਾਹੀ ਦੀ ਵਾਰ ਆ ਤੇ ਪਹਿਲੀ ਪੌੜੀ ਉਹਨਾਂ ਨੇ ਆਪ ਲਗਾਤੀ ਆਪਣੀ। ਕਿੰਨੀ ਇੰਪੋਰਟੈਂਟ ਪੌੜੀ ਹੋਏਗੀ। ਦੇਖੋ ਇਹਦੇ ਵਿੱਚ ਪੌੜੀ ਲਗਾਈ ਆ ਉਹਨਾਂ ਨੇ ਆਪਣੀ। ਗੁਰੂ ਅਰਜਨ ਦੇਵ ਜੀ ਨੇ ਪੌੜੀ ਲਗਾਈ। ਐਡੀਟਰ ਜਿਹੜੇ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਹੈ ਸੰਪਾਦਨਾ ਕੀਤੀ ਆ, ਉਹਨਾਂ ਨੇ ਆਪਣੀ ਪੌੜੀ ਲਗਾਈ ਇਹਦੇ ਵਿੱਚ। ਤੇ ਕੋਈ ਨਾ ਕੋਈ ਖਾਸ ਜਿਹੜਾ ਇਹਦੇ ਵਿੱਚ ਕੋਈ ਪਰਪਸ ਹੈਗਾ ਲਗਾਉਣ ਦਾ। ਦੇਖੀਏ ਰਹੱਸ ਕੀ ਹੈਗਾ ਇਹਦੇ ਵਿੱਚ। ਮਾਲਕ ਮਹਾਰਾਜ ਮਿਹਰ ਕਰਨ ਆਪਾਂ ਨੂੰ ਇਹ ਰਹੱਸ ਜਿਹੜਾ ਹੈਗਾ ਆਏ ਆਪਾਂ ਨੂੰ। ਪੌੜੀ ਮਹੱਲਾ ਪੰਜਵਾਂ। ਸੱਚ ਖਾਣਾ, ਸੱਚ ਪਹਿਨਣਾ, ਸੱਚ ਨਾਮ ਆਧਾਰ। ਗੁਰੇ ਪੂਰੇ ਮਿਲਾਇਆ ਪ੍ਰਭ ਦੇਵਨਹਾਰ। ਦੇਖ ਲਓ ਭਾਈ, ਜਿਹਦੇ ਕੋਲ ਸੱਚ ਦਾ ਖਾਣਾ ਹੈ, ਸੱਚ ਦਾ ਹੀ ਪਹਿਨਣਾ ਹੈ ਔਰ ਸੱਚ ਨਾਮ ਹੀ ਆਧਾਰ ਹੈ ਜਿਨ੍ਹਾਂ ਦਾ। ਆ ਹੈਗਾ ਆਪਾਂ ਨੂੰ ਜਿਹੜਾ ਗਿਆਨ ਜਿਹੜਾ ਹੈਗਾ ਆਪਣਾ ਗੁਰੂ ਜਿਹੜੇ ਹੈਗੇ, ਆਪਣੇ ਗਾਈਡ ਜਿਹੜੇ ਹੈਗੇ ਆ, ਬ੍ਰਹਮ ਗਿਆਨੀ ਜਿਹੜੇ ਹੈਗੇ, ਗੁਰੂ ਦੀ ਮੱਤ ਆ ਹੈਗੀ ਭਾਈ। ਆ ਸੇਧ ਦੇ ਰਿਹਾ ਇਸ ਤਰੀਕੇ ਦੇ ਨਾਲ ਆਪਣੀ ਜੀਵਨ ਯਾਤਰਾ ਚਲਾ, ਸੱਚ ਦੇ ਉੱਤੇ ਚਲਾ, ਸੱਚ ਦੇ ਨਾਲ। ਇਹ ਜੋ ਕੁਛ ਆਕਾਰ ਦਿਸ ਰਿਹਾ ਹੈ, ਜੋ ਪਦਾਰਥ ਦਿਸ ਰਿਹਾ ਹੈ, ਜੋ ਸਰੀਰ ਦਿਸ ਰਿਹਾ ਤੈਨੂੰ, ਇਹ ਝੂਠ ਹੈਗੇ ਆ। ਇਹ ਝੂਠ ਹੈਗੇ। ਇਹ ਮਾਲਕ ਪਰਮਾਤਮਾ ਨੇ ਫੈਬਰੀਕੇਟ ਕੀਤੇ ਆ। ਮਾਲਕ ਪਰਮਾਤਮਾ ਨੇ ਉਹਦੀ ਸ਼ਕਤੀ ਦੇ ਨਾਲ, ਇਹਦੇ ਪਿੱਛੇ ਮਾਲਕ ਨੂੰ ਦੇਖ ਤਾਂ ਇਹ ਸੱਚ ਹੈਗੇ ਆ। ਜੇ ਇਹਦੇ ਪਿੱਛੇ ਮਾਲਕ ਨੂੰ ਦੇਖੇਗਾ ਤਾਂ ਇਹ ਸੱਚ ਹੈਗੇ। ਜੇ ਇਹਨਾਂ ਨੂੰ ਹੀ ਸੱਚ ਸਮਝ ਕੇ ਬੈਠੇਗਾ ਫਿਰ ਇਹ ਝੂਠ ਹੈਗੇ ਭਾਈ। ਬਹੁਤ 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 ਬਰੀਕ ਗੱਲ ਹੈਗੀ ਆ। ਪੌੜੀ ਮਹੱਲਾ ਪੰਜਵਾਂ। ਸੱਚ ਖਾਣਾ, ਸੱਚ ਪਹਿਨਣਾ, ਸੱਚ ਨਾਮ ਆਧਾਰ। ਕਹਿੰਦੇ ਸੱਚ ਹੀ ਖਾਣਾ ਹੈਗਾ, ਸੱਚ ਦਾ ਹੀ ਪਹਿਨਣਾ ਹੈਗਾ, ਸੱਚ ਨਾਮ ਆਧਾਰ। ਕਹਿੰਦਾ ਇਹਦਾ ਮਤਲਬ ਹਮੇਸ਼ਾ ਜੀਵਨ ਦੇ ਵਿੱਚ
ਦੁਨੀਆ ਦੇ ਵਿੱਚ ਆਪਾਂ ਆਏ ਆ ਸੱਚ ਦੇ ਨਾਲ, ਸੱਚ ਨੂੰ ਆਪਣੇ ਜੀਵਨ ਦੇ ਵਿੱਚ ਲੈ ਕੇ ਆਈਏ, ਸੱਚ ਦਾ ਆਧਾਰ ਬਣਾਈਏ, ਆਪਣੇ ਜੀਵਨ ਦਾ ਆਧਾਰ ਸੱਚ ਹੋਏ। ਗੁਰੇ ਪੂਰੇ ਮਿਲਾਇਆ ਪ੍ਰਭ ਦੇਵਨਹਾਰ। ਕਹਿੰਦੇ ਮਾਲਕ ਪਰਮਾਤਮਾ ਨੂੰ ਪੂਰੇ ਗੁਰੂ ਨੇ ਪਰਮਾਤਮਾ ਦੇ ਨਾਲ ਮਿਲਾਉਣਾ ਹੈਗਾ। ਔਰ ਉਹ ਮਾਲਕ ਦਾਤਾ ਹੈਗਾ, ਦੇਣ ਵਾਲਾ, ਸਾਰੀਆਂ ਦਾਤਾਂ ਦੇਣ ਵਾਲਾ ਉਹ ਮਾਲਕ ਹੈਗਾ। ਤੇਰਾ ਖਾਣਾ ਪੀਣਾ ਔਰ ਨਾਮ ਦੇਣਾ, ਨਾਮ ਦੀ ਦਾਤ, ਅੰਮ੍ਰਿਤ ਰਸ, ਜੋ ਕੁਛ ਮਾਲਕ ਨੇ ਦੇਣਾ ਹੈਗਾ ਭਾਈ, ਨਾਮ ਦਾ ਆਧਾਰ ਉਹ ਮਾਲਕ ਨੇ ਦੇਣਾ ਹੈਗਾ। ਔਰ ਪੂਰੇ ਗੁਰੂ ਨੇ ਮਾਲਕ ਦੇ ਨਾਲ ਮਿਲਾਉਣਾ ਹੈਗਾ। ਗੁਰੇ ਪੂਰੇ ਮਿਲਾਇਆ ਪ੍ਰਭ ਦੇਵਨਹਾਰ। ਭਾਗ ਪੂਰਾ ਤਿਨੇ ਜਾਗਿਆ ਜਪਿਆ ਨਿਰੰਕਾਰ। ਉਹਨਾਂ ਦਾ ਕਹਿੰਦੇ ਪੂਰੇ ਭਾਗ ਜਾਗ ਗਏ, ਪੂਰੀ ਕਿਸਮਤ ਖੁੱਲ ਗਈ, ਲਾਟਰੀ ਉਹਨਾਂ ਦੀ ਪਾਈ ਜਿਨ੍ਹਾਂ ਨੇ ਉਸ ਨਿਰੰਕਾਰ ਨੂੰ ਜਪਣਾ ਸ਼ੁਰੂ ਕਰ ਦਿੱਤਾ। ਨਿਰੰਕਾਰ ਦੇਖ ਲਓ, ਆਕਾਰ ਰਹਿਤ, ਜਿਹੜੇ ਆਕਾਰ ਤੋਂ ਇਹ ਪੰਜਾਂ ਤੱਤਾਂ ਤੋਂ ਉੱਪਰ ਉੱਠ ਗਏ, ਜਿਹੜੇ ਸ਼ੂन्य ਦੇ ਵਿੱਚ ਸ਼ੂन्य ਦੇ ਵਿੱਚ ਚਲੇ ਗਏ। ਭਾਗ ਪੂਰਾ ਤਿਨੇ ਜਾਗਿਆ ਜਪਿਆ ਨਿਰੰਕਾਰ। ਸਾਧੂ ਸੰਗਤ ਲੱਗਿਆ ਤਰਿਆ ਸੰਸਾਰ। ਕਹਿੰਦੇ ਗੁਰੂ ਦੀ ਸੰਗਤ ਹਮੇਸ਼ਾ ਕਰਦੇ ਰਹੋ, ਸਾਧੂਆਂ ਦੀ ਸੰਗਤ, ਸਾਧ ਸੰਗਤ ਹਮੇਸ਼ਾ ਕਰਦੇ ਰਹੋ, ਤਾਂ ਹੀ ਸੰਸਾਰ ਸਮੁੰਦਰ ਤਰਿਆ ਜਾ ਸਕਦਾ ਆ। ਕਿਉਂਕਿ ਮਨ ਜਿਹੜਾ ਹੈਗਾ ਫਿਰ ਜਿਹੜਾ ਹੈਗਾ ਇਹਨੇ ਫਿਰ ਆਕਾਰ ਦੇ ਵਿੱਚ ਚਲੇ ਜਾਣਾ ਹੈ, ਫਿਰ ਸੰਸਾਰ ਦੇ ਵਿੱਚ ਫਿਰ ਇਹਨੇ ਫਸ ਜਾਣਾ ਹੈ। ਮਨ ਨੇ ਮੈਲ ਲੱਗਦੇ ਦੇਰ ਨਹੀਂ ਲੱਗਦੀ। ਆਪਾਂ ਯਾਤਰਾ ਦੇ ਵਿੱਚ ਹੈਗੇ ਆ, ਸਫ਼ਰ ਦੇ ਵਿੱਚ ਹੈਗੇ ਆ। ਸਾਧੂ ਸੰਗਤ ਲੱਗਿਆ ਤਰਿਆ ਸੰਸਾਰ, ਨਾਨਕ ਸਿਫਤ ਸਲਾਹ ਕਰ ਪ੍ਰਭ ਕਾ ਜੈਕਾਰ। ਨਾਨਕ ਸਿਫਤ ਸਲਾਹ, ਕਹਿੰਦੇ ਪਰਮੇਸ਼ਰ ਦੀ ਸਿਫਤ ਸਲਾਹ ਇਹ ਕਰ ਭਾਈ, ਇਹ ਕਰ ਜਿਹੜਾ ਦਿਉਰੀ ਦੀਪਕ ਹੈ ਦੋਨੋਂ ਪਾਸੇ ਲੱਗੇਗਾ। ਨਾਨਕ ਸਿਫਤ ਸਲਾਹ ਕਰ ਪ੍ਰਭ ਕਾ ਜੈਕਾਰ। ਕਹਿੰਦੇ ਆਹੀ ਪਰਮਾਤਮਾ ਦੀ ਜੈਕਾਰ, ਇਹੀ ਪਰਮਾਤਮਾ ਦੀ ਭਗਤੀ ਹੈ, ਇਹੀ ਉਸਤਤ ਹੈਗੀ ਮਾਲਕ ਪਰਮਾਤਮਾ ਦੀ। ਇਹ ਸਿਫਤ ਸਲਾਹ, ਇਹ ਧਿਆਨ ਸਿਮਰਨ, ਇਹਨੂੰ ਹਮੇਸ਼ਾ ਕਰ। ਇਸ ਧਿਆਨ ਸਿਮਰਨ ਸਿਫਤ ਸਲਾਹ ਕਰਕੇ ਇਹੀ ਪਰਮਾਤਮਾ ਦਾ ਜੈਕਾਰ ਹੈਗਾ ਭਾਈ। ਇਸ ਤਰੀਕੇ ਦੇ ਨਾਲ ਹੀ ਪਰਮਾਤਮਾ ਦਾ ਜੈਕਾਰਾ ਲਾਇਆ ਜਾ ਸਕਦਾ ਆ, ਜਿਹੜਾ ਕਿ ਨਿਰੰਕਾਰ ਹੈਗਾ, ਆਕਾਰ ਰਹਿਤ ਹੈਗਾ ਮਾਲਕ ਪਰਮਾਤਮਾ। ਨਾਨਕ ਸਿਫਤ ਸਲਾਹ ਕਰੇ ਪ੍ਰਭ ਕਾ ਜੈਕਾਰ। ਉਸ ਮਾਲਕ ਪਰਮਾਤਮਾ ਦਾ ਇਸ ਤਰੀਕੇ ਦੇ ਨਾਲ ਜੈਕਾਰ ਆ ਭਾਈ। ਉਹਦੀ ਭਗਤੀ, ਪ੍ਰੇਮਾ ਭਗਤੀ ਆਹੀ ਹੈਗੀ। ਇਹ 35 ਹੋ ਗਈਆਂ ਜੀ। ਪੌੜੀ ਮਹੱਲਾ ਪੰਜਵਾਂ। ਸੱਚ ਖਾਣਾ ਸੱਚ ਪਹਿਨਣਾ ਸੱਚ ਨਾਮ ਆਧਾਰ, ਗੁਰੇ ਪੂਰੇ ਮਿਲਾਇਆ ਪ੍ਰਭ ਦੇਵਨਹਾਰ। ਪੂਰੇ ਗੁਰੂ ਨੇ ਮਿਲਾਉਣਾ ਹੈ ਆਪਾਂ ਨੂੰ ਪਰਮਾਤਮਾ ਦੇ ਨਾਲ। ਦਾਤਾ ਪਰਮਾਤਮਾ ਹੈਗਾ, ਸਾਰੀਆਂ ਦਾਤਾਂ ਦੇਣ ਵਾਲਾ, ਖਾਣਾ ਪਹਿਨਣਾ ਤੇ ਨਾਮ ਦੀ ਦਾਤ ਦੇਣ ਵਾਲਾ ਉਹ ਮਾਲਕ ਪਰਮਾਤਮਾ ਹੈ, ਨਾਮ ਪਦਾਰਥ ਦੇਣ ਵਾਲਾ। ਹਾਂਜੀ ਗੁਰੂ ਸਾਹਿਬ। ਹਾਂਜੀ ਠੀਕ ਹੈ ਸਾਧ ਸੰਗਤ ਜੀ। ਪਹਿਲਾਂ ਆਪਾਂ ਥੱਲੇ ਵਾਲੀ ਤੁਕ ਦੀ ਵਿਆਖਿਆ ਕਰਦੇ ਹਾਂ। ਗੁਰਪੂਰੇ ਮੇਲਿਆ ਪ੍ਰਭ ਦੇਵਨਹਾਰ ਮਿਲਾਇਆ। ਹਾਂਜੀ ਤੇ ਉਹ ਮਿਲਾਇਆ ਮਿਲਾਇਆ। ਹੁਣ ਜਦੋਂ ਦੇਖੋ, ਜਦੋਂ ਚੰਗੀ ਸੰਗਤ ਆਪਾਂ ਨੂੰ ਮਿਲ ਜਾਂਦੀ ਆ ਤੇ ਉਹ ਕੀ ਕਰਦੀ ਆ ਕਿ ਆਪਣੀ ਮਦਦ ਕਰਦੀ। ਉਹ ਮਦਦ ਕਰਦੀ ਆ ਅਵਿਦਿਆ ਤੋਂ ਮੁਕਤੀ ਪ੍ਰਾਪਤ ਕਰਨ ਦੀ। ਉਹ ਦੱਸਦੀ ਆ ਕਿ ਇਹ ਜਿਹੜੀਆਂ ਪ੍ਰੋਬਲਮਸ ਹੈਗੀਆਂ ਨੇ ਜਿਹਦੇ ਕਰਕੇ ਤੇਰਾ ਜਿਹੜਾ ਤੇਰਾ ਪ੍ਰਮਾਤਮਾ ਦੇ ਨਾਲ ਮਿਲਣ ਨਹੀਂ ਹੋ ਰਿਹਾ। ਦੱਸੋ, ਜਦ ਤੱਕ ਮੈਂ ਨਕਲੀ ਹੀਰੇ ਹੱਥ ਤੇ ਫੜੇ ਹੋਏ ਨੇ ਤੇ ਮੈਨੂੰ ਅਸਲੀ ਕਿੱਥੋਂ ਮਿਲ ਜਾਣਗੇ? ਆਪ ਇੱਕ ਜਸਟ ਚੀਜ਼ ਨੂੰ ਸੋਚੋ, ਜਦੋਂ ਮੈਂ ਚੀਜ਼ ਨਕਲੀ ਫੜ ਕੇ ਬੈਠਾ ਹੋਇਆ, ਮੇਰੇ ਘਰ ਪਈ ਹੋਈ ਨਕਲੀ ਚੀਜ਼, ਤੁਸੀਂ ਮੈਨੂੰ ਕਹੋ ਕਿ ਚਰਨਜੀਤ ਅਸਲੀ ਲੈ ਆ, ਮੈਂ ਕਹਾਂ ਕਿ ਮੈਂ ਕਿਉਂ ਲੈ ਆਵਾਂ? ਉਹ ਮੇਰੇ ਘਰ ਦੇ ਕੋਲ ਮੇਰੀ ਚੀਜ਼ ਘਰ ਚੀਜ਼ ਪਈ ਆ। ਫਿਰ ਉਹ ਕੀ ਕਰਦੇ ਆ? ਉਹ ਕਹਿੰਦੇ ਕਿ ਏਦਾਂ ਕਰਦੇ, ਮੇਰੀ ਗੱਲ ਸੁਣ, ਤੈਨੂੰ ਪਤਾ ਨਹੀਂ ਆ ਭੋਲਿਆ, ਸੰਗਤ ਦਾ ਬੜਾ ਪ੍ਰਭਾਵ ਹੁੰਦਾ ਜੇ। ਸੰਗਤ ਕੀ ਕਰਦੀ ਆ? ਉਹ ਕਹਿੰਦੇ ਆ ਕਿ ਏਦਾਂ ਦੇਖ, ਮੇਰੀ ਗੱਲ ਸੁਣ, ਇਹ ਕੋਈ ਟੀਵੀ ਟੂਵੀ ਨਹੀਂ ਆ, ਜਿਹੜਾ ਫ੍ਰਿਜ ਨਹੀਂ ਆ, ਜਿਹੜਾ ਕਿਤੇ ਨਕਲੀ ਵੀ ਲੈ ਕੇ ਤੇ ਕੰਮ ਚਲਾ ਲੈਂਗੇ। ਨਾਮ ਆ ਬੜਾ ਇੰਪੋਰਟੈਂਟ ਚੀਜ਼ ਹੈ। ਔਰ ਤੂੰ ਇੱਕ ਨਕਲੀ ਚੀਜ਼ ਘਰੇ ਲਿਆ ਕੇ ਰੱਖੀ ਹੋਈ ਹੈ ਔਰ ਤੂੰ ਸੋਚਦਾ ਹੈ ਅਸਲੀ ਹੈ। ਔਰ ਏਦਾਂ ਕਰ ਕਿ ਭਲਿਆ ਇਹ ਜਿਹੜਾ ਹੀਰਾ ਤੇਰੇ ਕੋਲ ਹੈਗਾ ਇਹਦੀ ਨਾ ਪਰਖ ਕਰ ਲਈ ਆਪਾਂ। ਔਰ ਉਹਦੀ ਉਹ ਕਹਿੰਦਾ ਕਿ ਪਰਖ ਦੀ ਕੀ ਲੋੜ ਪਈ ਹੈ? ਮੈਨੂੰ ਫਲਾਣੇ ਜਗ੍ਹਾ ਦੱਸਿਆ ਉਹਨਾਂ ਨੇ ਆਲਰੇਡੀ ਕਿ ਬ੍ਰਾਂਡਡ ਆ, ਹੋਲਮਾਰਕ ਦੀ ਸਟੈਂਪ ਵੱਜੀ ਹੋਈ ਆ, ਸਾਰੇ ਸਰਟੀਫਿਕੇਟ ਨਾਲ ਲੱਗੇ ਹੋਏ ਨੇ। ਵੇਖੋ ਕਿੱਡਾ ਬੰਦਾ ਮਸ਼ਹੂਰ ਆ, ਉਹਦੇ ਲੱਖਾਂ ਹੀ ਸ਼ਰਧਾਲੂ ਹੈਗੇ ਨੇ, ਕਰੋੜਾਂ ਬੰਦੇ ਉਹਨੂੰ ਜਪਦੇ ਨੇ। ਐਡੇ ਵੱਡੇ ਆਸ਼ਰਮ, ਐਡੇ ਵੱਡੇ ਉਹਨਾਂ ਦੀਆਂ ਜਿੱਥੇ ਪ੍ਰਚਾਰ ਕਰਦੇ ਨੇ, ਕਰੋੜਾਂ ਬੰਦੇ ਸੁਣਨ ਵਾਲੇ ਨੇ। ਹੋਰ ਸਟੈਂਪਾਂ ਕਿਹੜੀਆਂ ਚਾਹੀਦੀਆਂ ਨੇ? ਕਹਿੰਦੇ ਇਹ ਸਟੈਂਪ ਨਹੀਂ ਸਹੀ ਹੈਗੀ, ਇੱਥੇ ਕੁਝ ਗੜਬੜ ਹੈਗੀ ਆ, ਤੇਰੇ ਕੋਲ ਅਸਲੀ ਸਟੈਂਪ ਚਾਹੀਦੀ ਹੈ। ਇਹਦੀ ਤਸਦੀਕ ਕਰਨਾ ਪਊਗਾ ਕਿ ਜਿਹੜਾ ਤੇਰਾ ਨਾਮ ਆ
ਜੇ ਤੂੰ ਜਿਹਨੂੰ ਸੋਚ ਰਿਹਾ ਤੂੰ ਅਸਲੀ ਹੀਰਾ ਹੈਗਾ, ਉਹਦੀ ਪਰਖ ਕਰਨੀ ਪਊਗੀ। ਉਹ ਕਹਿੰਦਾ ਕਿ ਬਾਬਾ ਤੂੰ ਜਾ ਭਈ ਆਪਣਾ ਕੰਮ ਕਰ, ਇਹ ਹੀਰਾ ਮੇਰਾ ਅਸਲੀ ਹੈ। ਦੇਖ ਨੀ ਤੈਨੂੰ ਨਹੀਂ ਪਤਾ ਲੱਗਣ ਦਿਆ ਕਿੰਨੀ ਕਰੋੜਾਂ ਦੁਨੀਆ ਪਿੱਛੇ ਲੱਗੀ ਫਿਰਦੀ ਹੋਈ ਹੈ। ਔਰ ਉਸ ਬੰਦੇ ਨੇ ਮੈਨੂੰ ਚੀਜ਼ ਦਿੱਤੀ, ਉਹ ਕਹਿੰਦਾ ਜੈਨੂਇਨ ਹੈ, ਸਟੈਂਪ ਹੈ, ਸਟੈਂਪ ਪਿਓਰ। ਕਹਿੰਦੇ ਬਈ ਏਦਾਂ ਨਹੀਂ ਹੈ, ਤੇਰੇ ਜੀਵਨ 'ਚ ਤੇ ਕੋਈ ਪਰਿਵਰਤਨ ਨਹੀਂ ਆ ਰਿਹਾ। ਤੇ ਉਹ ਹੁਣ ਦੱਸ ਮੈਨੂੰ, ਜਦੋਂ ਤੇਰੇ ਘਰ ਬਲਬ ਜਗਨ ਨਹੀਂ ਦਿਆ, ਜੇ ਜਗੇਗਾ ਤਾਂ ਹਨੇਰਾ ਦੂਰ ਹੋਣਾ ਚਾਹੀਦਾ ਸੀ ਨਾ। ਤੇ ਤੇਰੇ ਜੀਵਨ 'ਚ ਤੇ ਮੈਂ ਵੇਖਣ ਡਿਆ ਤੂੰ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਤੇ ਗ੍ਰਸਤ ਹੋਇਆ ਪਿਆ। ਤੂੰ ਰਾਗ ਤੇ ਦਵੈਰ 'ਚ ਬੈਠਾ ਹੈ। ਤੂੰ ਤੇਰੀ ਜ਼ਬਾਨ ਤੋਂ ਪਤਾ ਲੱਗਦਾ ਹੈ ਕਿ ਤੂੰ ਤੇਰੇ ਜਿਹੜਾ ਤੇਰਾ ਲਾਈਟ ਜਗੀ ਨਹੀਂ ਹੈ। ਜੇ ਜਗੀ ਹੁੰਦੀ ਤੇ ਤੇਰੇ ਅੰਦਰ ਚਾਨਣ ਹੋ ਜਾਣਾ ਸੀ, ਤੇਰੀ ਜ਼ਬਾਨ ਤੇ ਪ੍ਰਗਟ ਹੋਣੀ ਸੀ ਉਹ ਚੀਜ਼। ਇੱਥੋਂ ਪਤਾ ਲੱਗਦਾ ਤੇਰੇ ਕੋਲ ਨਕਲੀ। ਉਹ ਦੱਸਦੇ ਨੇ ਆ ਕੇ, ਸੰਗਤ ਇਹੋ ਦੱਸਦੀ ਹੈ ਨਿਜਰ ਸਾਹਿਬ, ਅਸਲੀ ਉਹਨਾਂ ਚਿਰ ਤੱਕ ਨਹੀਂ ਮਿਲਣਾ ਜਦ ਤੱਕ ਸਾਨੂੰ ਕੋਈ ਨਕਲੀ ਦੱਸਦਾ ਹੀ ਨਹੀਂ ਹੈ। ਕਈ ਵਾਰੀ ਅਸੀਂ ਨਕਲੀ ਫੜ ਕੇ ਬੈਠੇ ਰਹਿੰਦੇ। ਤੇ ਉਹਦੇ ਕਰਕੇ ਫਿਰ ਬਾਣੀ ਕਹਿੰਦੀ ਆ ਕਿ ਫਿਰ ਕਹਿੰਦੇ ਕਿ ਜੇ ਤੇਰਾ ਹੀਰਾ ਅਸਲੀ ਆ, ਕਿ ਆਹ ਗੁਣ ਤੇਰੇ ਚ ਹੋਣੇ ਚਾਹੀਦੇ ਆ। ਸੱਚ ਖਾਣਾ, ਤੂੰ ਸੱਚ ਦਾ ਖਾਣਾ ਖਾਣਾ ਸੀ। ਉਸ ਤੋਂ ਬਾਅਦ ਸੱਚ ਪਹਿਨਣਾ, ਤੂੰ ਸੱਚ ਦੇ ਕੱਪੜੇ ਪਾਉਣੇ ਸੀ। ਤੇਰੇ ਸੱਚ ਨਾਮ ਆਧਾਰ, ਤੇਰੇ ਜੀਵਨ ਦਾ ਆਧਾਰ ਸੱਚ ਹੋਣਾ ਚਾਹੀਦਾ, ਸੱਚ ਦਾ ਨਾਮ ਹੋਣਾ ਚਾਹੀਦਾ। ਉਹ ਤੇ ਦਿਖਦਾ ਨਹੀਂ ਪਿਆ। ਤੇ ਫਿਰ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਕ੍ਰਾਈਟੇਰੀਆ ਕਹਿੰਦੇ ਨੇ, ਉਹ ਪਰਖ ਤੇ ਤੇਰੀ ਚਿੱਤ ਸਵੱਤੀ ਚ ਉਤਰਦਾ ਨਹੀਂ ਪਿਆ ਤੂੰ। ਇਹਦਾ ਮਤਲਬ ਜਾਂ ਤੇ ਤੇਰੇ ਚ ਗੜਬੜ ਹੈ, ਤੇ ਜਾਂ ਜਿੱਥੋਂ ਤੂੰ ਚੀਜ਼ ਲਿਆ ਉਹ ਚੀਜ਼ ਤੇਰੀ ਸਹੀ ਨਹੀਂ ਹੈਗੀ। ਉਹ ਬਲਬ ਬਰਾਬਰ ਨਹੀਂ ਹੈਗਾ। ਜੇ ਜਗਦਾ ਹੋਵੇ ਤੇ ਤੇਰੇ ਘਰ ਜਦੋਂ ਪ੍ਰਕਾਸ਼ ਹੋਣਾ ਵਾ, ਤੇਰੇ ਸਰੀਰ ਰੂਪੀ ਜਿਹੜਾ ਘੱਟ ਆ, ਤੇ ਔਗਣ ਦੂਰ ਹੋਣੇ ਚਾਹੀਦੇ ਸੀ ਤੇਰੇ। ਇਹਨੂੰ ਲੱਗਦਾ ਕੋਈ ਨਕਲੀ ਬਲਬ ਦੇ ਦਿੱਤਾ ਗਿਆ। ਹਾਂਜੀ ਨਿਜਰ ਸਾਹਿਬ। ਹਾਂਜੀ ਗੋਰਖੀ ਸਾਹਿਬ, ਦੇਖੋ ਆਪਾਂ ਨਾ ਇਹ ਗੱਲ ਬਹੁਤ 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 ਜਿਹੜੀ ਹੈਗੀ ਡੀਪ ਗੱਲ ਹੈਗੀ ਆ, ਕਿਉਂਕਿ ਇਸ ਦੇ ਬਗੈਰ ਗੱਲ ਬਣਨੀ ਨਹੀਂ ਆ। ਕਿਉਂਕਿ ਆਪਾਂ ਨਕਲੀ ਬਲਬ ਜਿਹੜੇ ਹੈਗੇ ਲੈ ਕੇ ਘੁੰਮ ਰਹੇ ਆ, ਨਕਲੀ ਬਲਬ ਜਿਹਨਾਂ ਦੁਕਾਨਾਂ ਦੇ ਫੈਕਟਰੀਆਂ ਦੇ ਵਿੱਚ ਜਾ ਰਹੇ ਆ। ਇੱਥੇ ਜਿਹੜੀ ਇਹ ਤੁਕ ਨੂੰ ਆਪਾਂ ਹੋਰ ਵਿਸ਼ਲੇਸ਼ਣ ਕਰਦੇ ਆ। ਗੁਰੇ ਪੂਰਾ ਮਿਲਾਇਆ ਪ੍ਰਭ ਦੇਵਨਹਾਰ। ਹੁਣ ਇੱਥੇ ਪੂਰਾ ਲਿਖਿਆ, ਪੂਰਾ ਗੁਰੂ ਨੇ, ਪੂਰੇ ਬ੍ਰਹਮ ਗਿਆਨੀ, ਪੂਰੇ ਜਿਨ੍ਹਾਂ ਕੋਲ ਅਸਲੀ ਹੈਗਾ ਉਹਨਾਂ ਨੇ ਮਿਲਾਇਆ। ਹੁਣ ਇੱਥੇ ਮਹਾਰਾਜ ਜਿਹੜੇ ਇਹ ਵੀ ਲਿਖ ਸਕਦੇ ਸੀ, ਗੁਰੇ ਪ੍ਰਭੂ ਮਿਲਾਇਆ ਪ੍ਰਭ ਦੇਵਨਹਾਰ। ਇਸ ਤਰ੍ਹਾਂ ਵੀ ਬਾਣੀ ਬਣ ਸਕਦੀ ਸੀ, ਪੋਇਮ ਬਣ ਸਕਦੀ ਸੀ ਇਸ ਤਰ੍ਹਾਂ ਜਿਹੜੀ ਹੈਗੀ। ਫਿਰ ਇਸ ਤਰ੍ਹਾਂ ਵੀ ਲਿਖ ਸਕਦੇ ਸੀ, ਗੁਰੇ ਹਰੀ ਮਿਲਾਇਆ ਪ੍ਰਭ ਦੇਵਨਹਾਰ, ਐਵੇਂ ਵੀ ਬਣ ਸਕਦੀ ਸੀਗੀ। ਫਿਰ ਇੱਥੇ ਪੂਰਾ ਕਿਉਂ ਲਿਖਿਆ? ਇਹਦਾ ਮਤਲਬ ਪੂਰਾ ਲਿਖਣ ਦੀ ਲੋੜ ਮਹਾਰਾਜ ਨੂੰ ਪੈ ਗਈ। ਕਿਉਂ? ਕਿਉਂਕਿ ਅਧੂਰੇ ਬਹੁਤ ਜ਼ਿਆਦਾ ਸੀਗੇ। ਅਧੂਰੇ ਬਹੁਤ ਹੈਗੇ ਆ, ਨਕਲੀ ਬਹੁਤ ਹੈਗੇ, ਨਕਲੀ ਹੀਰੇ ਦੇਣ ਵਾਲੇ ਬਹੁਤ ਹੈਗੇ ਦੁਨੀਆ ਦੇ ਵਿੱਚ। ਇਸੇ ਲਈ ਤਾਂ ਟਪਲਾ ਖਾ ਰਹੇ ਆਪਾਂ। ਗੁਰੇ ਪੂਰੇ ਮਿਲਾਇਆ ਪ੍ਰਭ ਦੇਵਨਹਾਰ। ਇਸ ਕਰਕੇ ਭਾਈ ਗੋਰਖੀ ਸਾਹਿਬ ਜੋ ਕਹਿ ਰਹੇ ਆ, ਇਹ ਨਕਲੀ ਔਰ ਅਸਲੀ, ਇਹ ਬਹੁਤ ਜ਼ਰੂਰੀ ਹੈਗੀ ਆ ਇਹ ਚੀਜ਼। ਜੇ ਹੈਗੇ ਆਪਾਂ ਗਲਤ ਬੋਰਡ ਤੇ, ਨਕਲੀ ਹੈਗੇ ਆ ਹੀਰੇ ਆਪਣੇ ਕੋਲ, ਜੇ ਨਕਲੀ ਦੇ ਰਹੇ ਆ ਆਪਾਂ ਨੂੰ ਬਾਂਟੇ, ਤੇ ਭਾਈ ਉਹਨਾਂ ਨੂੰ ਸੁੱਟੀਏ ਔਰ ਅਸਲੀ ਵੱਲ ਲੱਗ ਜਾਈਏ। ਬਸ ਇਹੀ ਬੇਨਤੀ ਹੈਗੀ ਭਾਈ। ਹਾਂਜੀ ਗੋਰਖੀ ਸਾਹਿਬ। ਹਾਂ ਬਿਲਕੁਲ ਠੀਕ ਹੈ ਜੀ। ਹਾਂਜੀ ਨਿਜਰ ਸਾਹਿਬ, ਜਦੋਂ ਅਸਲੀ ਚੀਜ਼ ਹੈਗੀ ਨਾ, ਨਕਲੀ ਚੀਜ਼ ਬਾਜ਼ਾਰ ਚ ਆਉਣੀ ਹੋਣੀ ਹੈ, ਕਿਉਂਕਿ ਮਾਇਆ ਨੇ ਉਹ ਚੀਜ਼ ਨੂੰ ਕਰਨਾ ਹੀ ਕਰਨਾ ਵਾ। ਤੁਸੀਂ ਦੇਖੋ ਸਾਧ ਸੰਗਤ ਜੀ, ਤੁਸੀਂ ਨਕਲੀ ਚੀਜ਼ਾਂ ਵੀ ਮਿਲਦੀਆਂ ਨਾ ਬਾਜ਼ਾਰ ਚ ਹੁੰਦੀਆਂ, ਸਟੈਂਪਾਂ ਸਟੂਪਾਂ, ਸਾਰੇ ਸਟਿੱਕਰ ਸਟੁੱਕਰ ਉਦਾਂ ਹੀ ਲੱਗੇ ਹੁੰਦੇ। ਟੀ-ਸ਼ਰਟਾਂ, ਜਿਹੜੀ ਅਸਲੀ ਟੀ-ਸ਼ਰਟ ਆ ਤੁਸੀਂ ਲਾ ਲਓ 4-5 ਹਜ਼ਾਰ ਦੀ ਆ, ਤੇ ਸਾਡੇ ਅੰਮ੍ਰਿਤਸਰ 300-400 ਦੀ ਵੀ ਮਿਲ ਜਾਂਦੀ ਸੇਮ ਹੀ ਕਾਪੀ ਵਧੀਆ ਕਾਪੀ। ਉੱਥੇ ਹੈਗੀਆਂ 3 ਕਿਸਮ ਦੀਆਂ ਕਾਪੀ 1, ਕਾਪੀ 2, ਕਾਪੀ 3। ਜਿਹੜੀ 1 ਹੈ ਨਾ, ਉਹ ਅਸਲੀ ਤੋਂ ਵੀ ਵਧੀਆ ਪਰ ਹੈ ਕਾਪੀ ਆ। ਕਹਿੰਦੇ ਆ ਉਹ ਏਦਾਂ ਨਹੀਂ ਬੋਲਦੇ, ਝੂਠ ਨਹੀਂ ਬੋਲਦੇ। ਇਹ ਤੇ ਝੂਠ ਬੋਲ ਦਿੰਦੇ ਨਾ ਲੋਕਾਂ ਨੂੰ, ਉਹ ਸੱਚ ਦੱਸਦੇ ਆ ਕਿ ਕਾਪੀ ਆ, ਪਰ ਕਾਪੀ 1 ਹੈ। 1 ਤੋਂ ਵੱਧ ਸਟਿੱਕਰ ਲੱਗੇ ਹੋਏ ਨੇ ਨਿਜਰ ਸਾਹਿਬ। ਹਾਂਜੀ ਬਿਲਕੁਲ ਠੀਕ ਹੈ। ਹਾਂ ਠੀਕ ਹੈ ਜੀ। ਜੇ ਪੂਰੇ ਕਹੇ ਤਾਂ ਸਾਧ ਸੰਗਤ ਜੀ ਅਧੂਰੇ ਵੀ ਬੜੇ ਹੁੰਦੇ ਆ ਸੰਸਾਰ ਤੇ। ਤੇ ਸੋ ਕੋਸ਼ਿਸ਼ ਕਰਿਆ ਕਰੋ ਬੁੱਧੀ ਦੀ ਵਰਤੋਂ ਕਰਨੀ ਆ। ਦੇਖੋ ਮੈਂ ਪਤਾ ਕੀ ਕਹਿਣਾ ਵਾ, ਬੰਦੇ ਦੀ ਮੈਂ ਬੰਦੇ ਦੀ ਨਲਾਇਕੀ ਕਹਿਣਾ ਵਾ, ਔਰ ਉਹਦੇ ਚ ਮੈਂ ਵੀ ਹੋਣਾ। ਕਈ ਵਾਰੀ ਨਾ ਅਸੀਂ ਸਾਡੀ ਬੁੱਧੀ ਦਾ ਕਹਿਣਾ ਵੀ ਨਹੀਂ ਮੰਨਦੇ ਆਪਾਂ, ਉਹਨੂੰ ਬਹੁਤ ਕਮਜ਼ੋਰ ਕਰ ਦਿੰਦੇ ਆ। ਉਹਦੀ ਇੰਨੀ ਹਾਲਤ ਖਸਤਾ ਕਰ ਦਿੰਦੇ ਆ, ਉਹ ਚਾਰੀ ਬੋਲਣ ਤੋਂ ਹੀ ਰਹਿ ਜਾਂਦੀ। ਉਹ ਜੇਕਰ ਸਾਨੂੰ ਸਹੀ ਕੰਮ ਕਹਿੰਦੀ ਹੈ ਨਾ, ਅਸੀਂ ਸੁਣਦੇ ਹੀ ਨਹੀਂ ਆਉਂਦੀ। ਜਿਸ ਤੋਂ ਏਡਾ ਜ਼ਬਰਦਸਤ ਟੂਲ ਪ੍ਰਮਾਤਮਾ ਨੇ ਸਾਨੂੰ ਦਿੱਤਾ ਸਾਡੀ ਬੁੱਧੀ, ਔਰ ਬੁੱਧੀ ਦੇ ਸਿਰ ਤੇ ਜਦੋਂ ਆਪਾਂ ਚੱਲਦੇ ਹਾਂ, ਆਪਣਾ ਜੀਵਨ ਚਲਾਉਂਦੇ ਹਾਂ, ਵਿਸ਼ਲੇਸ਼ਣ ਕਰਦੇ ਹਾਂ, ਪਰ ਆਪਾਂ ਬੁੱਧੀ ਦਾ ਕਹਿਣਾ ਕਿਉਂ ਨਹੀਂ ਮੰਨਦੇ? ਜੇ ਆਪਣਾ ਮੰਨ ਲਓ ਜੀਵਨ ਨਹੀਂ ਨਾ ਬਦਲਦਾ, ਤੇ ਆਪਾਂ ਇਹ ਬੁੱਧੀ ਨੂੰ ਕਹਿੰਦੇ ਹਾਂ ਵੀ ਰਹਿਣ ਦੇ। ਉਧਰ ਵੇਖ ਲੱਖਾਂ ਲੋਕ ਉਹਦੇ ਬਾਬੇ ਦੇ ਪਿੱਛੇ ਲੱਗੇ ਫਿਰਦੇ, ਕਿੱਡਾ ਪੰਡਾਲ ਭਰਿਆ, ਤੇ ਕਿੰਨੀ ਦੁਨੀਆ ਉੱਥੇ ਆਉਂਦੀ ਹੈ, ਤੇ ਤੈਨੂੰ ਇਕੱਲੇ ਨੂੰ ਪ੍ਰੋਬਲਮ ਹੈ, ਤੇ ਬੁੱਧੀ ਰੌਲਾ ਪਾਈ ਜਾਂਦੀ ਹੈ।
कि सज्जे बन्ने वेख के ते सारे हिप्नोटाइज कीते हुए ने। उन्हां दे लफ्ज सुणो की बोलन दे ने, एक एक लाइन च की कह रहे ने, तेनू मुक्त कर रहे हैं कि बंधन च पा रहे ने। बाणी कहती आ, कबीर जी ने खुद लिखिया वा कि उस बंदे दी मां मनो जेड़े संग रह के बंदे दा भरम ना दूर होवे, उन्होंने कुछ ना कहो, ਉਹਦੀ ਮਾਈ ਮੁੰਡੋ ਤਿਸ ਗੁਰੂ ਕੀ ਜਾਤੇ ਭਰਮ ਨਾ ਜਾਏ। ਹਾਂ ਕਹਿੰਦੇ ਉਹਨੂੰ ਨੇ ਕੁਝ ਕੁੱਤੇ ਚੋਰ ਨੂੰ ਕੁੱਟੋ, ਚੋਰ ਦੀ ਮਾਂ ਨੂੰ ਕੁੱਟੋ। ਕਬੀਰ ਜੀ ਖੁਦ ਕਹਿ ਰਹੇ ਆ ਕਿ ਜਿਹੜੇ ਬੰਦੇ ਖੁਦ ਭਰਮ ਪਾ ਰਹੇ ਆ, ਇਨਸਾਨ ਨੂੰ ਉਹਦੇ ਮਾਰਗ ਤੋਂ ਭਟਕਾ ਰਹੇ ਨੇ, ਪਰ ਮੈਂ ਉਹਨਾਂ ਦਾ ਕੋਈ ਕਸੂਰ ਨਹੀਂ ਮੰਨਦਾ, ਮੈਂ ਕਿਤੇ ਵੀ ਇਹਨਾਂ ਦਾ ਕਸੂਰ ਨਹੀਂ ਮੰਨਦਾ। ਮੈਂ ਇਹ ਸੋਚਦਾ ਕਿ ਗਿਆਨ ਇੰਨਾ ਸਸਤਾ ਨਹੀਂ ਹੈ, ਪਰ ਜੇ ਕਿਤੇ ਗਿਆਨ ਇੰਨਾ ਸਸਤਾ ਹੁੰਦਾ ਨਾ, ਇਹ ਧਰਤੀ ਸਵਰਗ ਬਣ ਜਾਣੀ ਸੀ। और ये नहीं मैं कहन दिया। हाँ जी, मैं एक चीज कहना चाहना है, गलत है, मैं कहना कि ਆਪਾਂ बुद्धि ਦੀ ਵਰਤੋਂ ਕਰਨੀ। ਹਾਂਜੀ ਬੋਲੋ। मैं कह रहा ਸੀਗਾ ਕਬੀਰ ਸਾਹਿਬ ਨੇ ਜਿਹੜਾ ਕਿਹਾ ਨਾ, ਮਾਈ ਮੁੰਡੋਂ ਤਿਸ ਗੁਰੂ ਕੀ ਜਾਤੇ ਭਰਮ ਨਾ ਜਾਏ, ਤੇ ਇਹਦਾ ਉਹਨੂੰ ਜਨਮ ਦੇਣ ਵਾਲੀ ਮਾਂ ਦੀ ਗੱਲ ਨਹੀਂ ਕਰ ਰਹੇ। ਉਹ ਗੱਲ ਕਰ ਰਹੇ ਆ ਜਿਹੜੀ ਮਾਂ ਨੇ ਗੁਰੂ ਬਣਾਇਆ ਹੈ, ਇਹਨੂੰ ਇਹੋ ਜਿਹੀਆਂ ਗੁਰਤਾ ਦਿੱਤੀ ਆ, ਆਹ ਗੁਣ ਦਿੱਤੇ ਆ, ਅਵਗੁਣ ਦਿੱਤੇ ਆ ਇਹਦੇ ਅੰਦਰ। ਇਹ ਕਿੱਥੋਂ ਸਿੱਖ ਕੇ ਆਇਆ ਆ, ਕਿਹਦਾ ਚੇਲਾ ਹੈਗਾ? ਉਸ ਗੁਰੂ ਦੀ ਮਾਂ, ਉਹਨੂੰ ਕਹਿੰਦੇ, ਉਹਨੂੰ ਮੁੰਡੋ ਕਹਿੰਦੇ। ਜਾ ਕੇ ਗਾਹਾਂ ਪ੍ਰੋਡਕਸ਼ਨ ਨਾ ਕਰੇ ਇਹ ਜੇ ਗੁਰੂ। ਹਾਂ ਪ੍ਰੋਡਕਸ਼ਨ ਤੇ ਕਰ ਦਿੰਦੇ ਆ ਨਿਜਰ ਸਾਹਿਬ, ਇਹ ਤੇ ਪ੍ਰੋਡਕਸ਼ਨ ਤੇ ਇਹ ਵੈਸੇ ਮਾਇਆ ਦਾ ਹੀ ਪ੍ਰਭਾਵ ਹੈ ਨਿਜਰ ਸਾਹਿਬ। ਮੈਂ ਵੇਖਣਾ ਨਾ ਮਾਇਆ ਦਾ ਹੀ ਕੋਈ ਪ੍ਰਪੰਚ ਹੈਗਾ, ਨਹੀਂ ਤੇ ਇੰਨੀ ਭੀੜ ਇਕੱਠੀ ਨਹੀਂ ਹੋ ਸਕਦੀ, ਕਿਉਂਕਿ ਭੀੜ ਪ੍ਰਮਾਤਮਾ ਤਾਂ ਮਰ ਗਿਆ, ਥੋੜਾ ਉੱਪਰ ਨੂੰ ਪਹਾੜੀ ਵਾਲੇ ਚੜ੍ਹਨਾ ਵਾ, ਉਹ ਤੇ ਕੋਈ ਚੜ੍ਹਨਾ ਨਹੀਂ ਚਾਹੁੰਦਾ। ਨੀਵੀਂ ਵਾਲੇ ਤਾਂ ਸਾਰੀ ਦੁਨੀਆ ਚੱਲੀ ਜਾਂਦੀ। ਹੁਣ ਨਾਮ ਦੀ ਕਿਹੜੀ ਗੱਲ ਹੈ? ਉਹ ਜਦੋਂ ਬਾਈਬਲ ਦੇ ਵਿੱਚ ਮਤਲਬ ਕਈ ਜਗ੍ਹਾ ਲਿਖਿਆ ਵਾ ਸਵਰਗ 'ਚ ਜਾਣਾ, ਤੇ ਸਾਰੇ ਸਵਰਗ ਦੀ ਆਸ ਲਾ ਕੇ ਬੈਠੇ ਨੇ ਨਿਜਰ ਸਾਹਿਬ। ਬਿਲਕੁਲ। ਉਹ ਜੋ ਵੀ ਕਰਦੇ ਉਹ ਕਹਿੰਦੇ ਸਵਰਗ 'ਚ ਜਾਣਾ, ਹੈਵਨ 'ਚ ਜਾਣਾ, ਗੱਲ ਖਤਮ ਹੋ ਗਈ। ਹੈਵਨ ਦੀਆਂ ਗੱਲਾਂ ਹੁਣ ਬੁੱਧੀ ਦੇ ਨਾਲ ਜਦੋਂ ਆਪਾਂ ਹੈਵਨ ਬਣਾ ਦਾਂਗੇ, ਸਵਰਗ ਬਣਾ ਦਾਂਗੇ, ਤੇ ਫਿਰ ਬੰਦੇ ਦੇ ਮਨ 'ਚ ਉਹੀ ਵਿਚਾਰ ਬਣਨਾ ਵਾ ਕਿ ਮੈਂ ਸਵਰਗ 'ਚ ਜਾਣਾ, ਫਿਰ ਸਵਰਗ ਲਈ ਉਹ ਕੰਮ ਕਰੂਗਾ। ਇੱਥੇ ਬ੍ਰਹਮ ਗਿਆਨੀ ਜਿਹੜਾ ਕਹਿੰਦੇ ਉਹ ਕੰਮ ਨਹੀਂ ਕਰਨਾ, ਉਹ ਹਉਮੈ ਤੋਂ ਮੁਕਤ ਹੋ ਕੇ ਕੰਮ ਕਰਨਾ, ਜੀਵਨ ਬਤੀਤ ਕਰਨਾ। ਹਾਂਜੀ ਨਿਜਰ ਸਾਹਿਬ ਅਗਲੀ। ਹਾਂਜੀ, ਇਹਦੇ ਵਿੱਚ ਇੱਕ ਹੋਰ ਚੀਜ਼ ਮੈਂ ਦੱਸਦਾ, ਜੇ ਚਲੋ ਆਪਾਂ ਨੂੰ ਨਹੀਂ ਪਤਾ ਵੀ ਇਹ ਨਕਲੀ ਹੈਗਾ, ਆਪਾਂ ਜੁੜੇ ਹੋਏ ਕਾਫੀ ਸਮੇਂ ਦੇ ਜੁੜੇ ਹੋਏ ਆ ਭਾਈ, ਕਾਫੀ ਸਮੇਂ ਦੇ ਜੁੜੇ ਆ, ਗਿਆਨ ਨਹੀਂ ਹੈਗਾ, ਆਪਣੀ ਪਰਖ ਨਹੀਂ ਹੈ ਆਪਣੇ ਕੋਲ, ਤੇ ਭਾਈ ਇਸ ਤਰ੍ਹਾਂ ਕਰੋ ਭਾਈ, ਜਦ ਜੇ ਤੁਸੀਂ ਜਿਹੜਾ ਹੈ ਨਾ ਆਹ ਸੈਂਪਲ ਜਿਹੜਾ ਹੈਗਾ, ਜਿਹੜਾ ਬ੍ਰਹਮ ਗਿਆਨ ਦੇ ਰਿਹਾ ਸੈਂਪਲ, ਜਿਹੜਾ ਪੂਰਾ ਗੁਰੂ ਸੈਂਪਲ ਦੇ ਰਿਹਾ, ਇਹ ਸੈਂਪਲ ਵੀ ਲੈ ਲਓ ਨਾ, ਫ੍ਰੀ ਸੈਂਪਲ ਦੇ ਰਿਹਾ ਹੈ। ਇਹ ਸੈਂਪਲ ਨੂੰ ਲੈ ਕੇ ਇਹਨੂੰ ਵੀ ਤੁਸੀਂ ਖਾ ਕੇ ਦੇਖ ਲਓ, ਇਹਨੂੰ ਵੀ ਖਾ ਕੇ ਦੇਖ ਲਓ ਨਾ। ਜੇ ਇਹਦੇ ਵਿੱਚੋਂ ਕੁਝ ਫਾਇਦਾ ਨਹੀਂ ਹੋਇਆ ਤੁਹਾਨੂੰ, ਤੇ ਵਾਪਸ ਉੱਥੇ ਚਲੇ ਜਾਓ। ਕਿਹਨੇ ਰੋਕਿਆ ਹੋਇਆ ਤੁਹਾਨੂੰ? ਜੇ ਇਹਦੇ ਵਿੱਚ ਫਾਇਦਾ ਹੋ ਰਿਹਾ ਤੇ ਭਾਈ ਕਿਉਂ ਆਪਣਾ ਜੀਵਨ ਬਰਬਾਦ ਕਰ ਰਹੇ ਹੋ ਤੁਸੀਂ? ਆਹ ਸੈਂਪਲ ਤਾਂ ਲਾਓ ਨਾ ਫ੍ਰੀ। ਹਾਂਜੀ ਬਿਲਕੁਲ ਠੀਕ ਹੈ ਸਾਧ ਸੰਗਤ ਜੀ, ਇਹ ਤੇ ਸੰਸਾਰ ਹੈ। ਦੇਖੋ ਮੈਂ ਸਾਧ ਸੰਗਤ ਜੀ ਇੱਥੇ ਇਹ ਮਹਿਸੂਸ ਕਰਦਾ ਵਾਂ ਕਿ ਕੁਦਰਤ ਨੇ ਨਾ ਦੋਨੋਂ ਪੱਖ ਛੱਡੇ ਨਾ, ਝੂਠ ਆਪਣਾ ਪ੍ਰਚਾਰ ਕਰਦਾ, ਸੱਚ ਵੀ ਆਪਣਾ ਪ੍ਰਚਾਰ ਕਰਨ ਦਿਆ ਵਾ। ਐਵੇਂ ਨਹੀਂ ਕਿ ਸੱਚ ਬਹੂਗਾ, ਸੱਚ ਨੂੰ ਵੀ ਕਰਨਾ ਪੈਣਾ ਪ੍ਰਚਾਰ, ਕਿਉਂਕਿ ਅਗਲੇ ਦੇ ਤੇ ਅਗਲੇ ਦੇ ਉਹ ਤੇ ਬਹੁਤ ਜ਼ਿਆਦਾ ਨੇ। ਤੇ ਜਦੋਂ ਵੀ ਬ੍ਰਹਮ ਗਿਆਨੀ ਪ੍ਰਗਟ ਹੁੰਦਾ ਵਾ, ਰੌਲਾ ਪਾਉਂਦਾ ਆਪਣੇ ਲੈਵਲ ਤੇ ਪੂਰਾ। ਬਿਲਕੁਲ। ਬੇਸ਼ੱਕ ਉਸ ਨੂੰ ਵਰਣਨ ਤੇ ਨਹੀਂ ਕੀਤਾ ਜਾ ਸਕਦਾ, ਪਰ ਉਹ ਜਿੰਨੀ ਕੁ ਉਹਦੀ ਸਮਰੱਥਾ ਹੈਗੀ ਉਹ ਰੌਲਾ ਪਾ ਕੇ ਜਾਂਦਾ। ਉਹਨੂੰ ਇਹ ਪਤਾ ਵਾ ਕਿ ਮੈਂ ਜਾਣ ਤੋਂ ਪਹਿਲਾਂ ਜੇ 2-4 ਬੰਦੇ ਵੀ ਤਿਆਰ ਕਰ ਗਿਆ ਤੇ ਕੰਮ ਤੁਰ ਪਿਆ, ਤੇ ਕੋਈ ਨਾ ਕੋਈ ਪਿਆਸਾ ਮਿਲਦਾ ਹੀ ਰਹਿੰਦਾ ਵਾ। ਇਹ ਸੰਸਾਰ ਏਦਾਂ ਹੀ ਚੱਲਣਾ ਵਾ। ਇੱਕ ਜਦੋਂ ਰੁੱਖ ਖਤਮ ਹੁੰਦਾ ਨਾ, ਖਤਮ ਹੋਣ ਤੋਂ ਪਹਿਲਾਂ ਕੋਈ ਨਾ ਕੁਝ ਬੀਜ ਪੈਦਾ ਕਰ ਜਾਂਦਾ, ਉਹ ਰੁੱਖ ਪੈਦਾ ਕਰ ਜਾਂਦਾ ਹੈ, ਕੁਦਰਤ ਦਾ ਨਿਯਮ ਹੈ। ਹਾਂਜੀ ਨਿਜਰ ਸਾਹਿਬ। ਹਾਂਜੀ ਅਗਲੀ ਤੋਂ ਬੋਲੋ। ਭਾਗ ਪੂਰਾ ਤਿਨੈ ਜਾਗਿਆ ਜਪਿਆ ਨਿਰੰਕਾਰ। ਬਸ ਜਿਨ੍ਹਾਂ ਦਾ ਭਾਗ ਜਾਗ ਗਿਆ, ਜਿਹੜੇ ਪੂਰੇ ਗੁਰੂ ਦੇ, ਜਿਨ੍ਹਾਂ ਨੂੰ ਪੂਰੇ ਗੁਰੂ ਨੂੰ ਮਿਲਾ ਦਿੱਤਾ, ਕਹਿੰਦੇ ਪੂਰੇ ਗੁਰੂ ਦੇ ਲੜ ਲੱਗ ਗਏ, ਜਿਨ੍ਹਾਂ ਨੇ ਸੱਚ ਦਾ ਖਾਣਾ, ਸੱਚ ਦਾ ਪਹਿਨਣਾ, ਸੱਚ ਨੂੰ ਆਧਾਰ ਬਣਾ ਲਿਆ, ਕਹਿੰਦੇ ਉਹਨਾਂ ਦਾ ਤਾਂ ਭਾਗ ਜਾਗ ਗਿਆ ਭਾਈ। ਉਹਨਾਂ ਦੀ ਕਿਸਮਤ, ਉਹਨਾਂ ਦੇ ਉੱਪਰ ਕੋਈ ਕਿਸੇ ਦੀ ਕਿਸਮਤ ਨਹੀਂ ਹੈ ਭਾਈ। ਭਾਗ ਪੂਰੇ ਭਾਗ ਜਾਗ ਗਏ ਉਹਨਾਂ ਦੇ, ਤਿਨੇ ਜਾਗਿਆ, ਉਹਨਾਂ ਦੇ ਜਾਗ ਗਏ। ਜਪਿਆ ਨਿਰੰਕਾਰ, ਉਹ ਤਾਂ ਫਿਰ ਲੱਗ ਗਏ ਧਿਆਨ ਸਿਮਰਨ ਨੂੰ, ਉਸ ਨਿਰੰਕਾਰ ਮਾਲਕ ਪਰਮਾਤਮਾ ਦੀ ਭਗਤੀ ਕਰਨ ਲੱਗ ਗਏ। ਉਹਨਾਂ ਨੇ ਛੱਡਤੇ ਜਿਹੜੇ ਹੈਗੇ ਇਹ ਅਧੂਰੇ ਜਿਹੜੇ ਹੈਗੇ, ਇਹ ਜਿਹੜੇ ਹੈਗੇ ਆਕਾਰ ਵਾਲੇ ਗੁਰੂ। ਭਾਗ ਪੂਰਾ ਤਿਨੇ ਜਾਗਿਆ ਜਪਿਆ ਨਿਰੰਕਾਰ, ਸਾਧੂ ਸੰਗਤ ਲੱਗਿਆ ਤਰਿਆ ਸੰਸਾਰ। ਆਹੀ ਹੈ ਭਾਈ। ਸਾਧੂ ਕਹਿਤਾ ਤੇ ਗੁਰੂ, ਪੂਰਾ ਗੁਰੂ ਕਹਿਤਾ, ਕਿਤੇ ਬ੍ਰਹਮ ਗਿਆਨੀ ਕਹਿ ਦਿੰਦੀ ਹੈ ਬਾਣੀ। ਸਾਰੇ ਜਿਹੜੇ ਹੈਗੇ ਮੇਨ ਮਕਸਦ ਹੈਗਾ ਬਈ ਸਹੀ ਗਿਆਨ ਹੈਗਾ, ਸਹੀ ਗਿਆਨ ਚਾਹੀਦਾ ਹੈ ਭਾਈ, ਬ੍ਰਹਮ ਗਿਆਨ ਚਾਹੀਦਾ ਹੈ। ਔਰ ਬ੍ਰਹਮ ਗਿਆਨ ਜਿੱਥੇ ਹੈਗਾ ਉੱਥੇ ਹੀ ਜਿਹੜਾ ਹੈਗਾ ਪੂਰਾ ਗੁਰੂ ਹੈਗਾ ਆ, ਉਹੀ ਸਾਧ ਸੰਗਤ ਹੈਗੀ ਆ। ਸਾਧੂ ਸੰਗਤ ਲੱਗਿਆ, ਸਾਧੂ ਸੰਗਤ ਮਤਲਬ ਸਾਧ ਦੀ ਸੰਗਤ ਕਰਨ ਦੇ ਨਾਲ ਤਰਿਆ ਸੰਸਾਰ। ਇਹ ਸੰਸਾਰ ਸਮੁੰਦਰ ਤਰਿਆ ਜਾ ਸਕਦਾ ਹੈ।
ਤੇ ਆਖਰੀ ਦੇ ਵਿੱਚ ਮਹਾਰਾਜ ਕਹਿੰਦੇ ਆ, ਨਾਨਕ ਸਿਫਤ ਸਲਾਹ ਕਰ ਪ੍ਰਭ ਕਾ ਜੈਕਾਰ। ਕਹਿੰਦੇ ਇਹੀ ਪਰਮੇਸ਼ਰ ਦੀ ਸਿਫਤ ਸਲਾਹ ਹੈ ਪਿਆਰਿਆ, ਇਹ ਧਿਆਨ ਸਿਮਰਨ ਇਹੀ ਕਰ, ਇਹੀ ਜੈਕਾਰਾ ਹੈ ਮਾਲਕ ਪਰਮਾਤਮਾ ਦਾ, ਜਿਹਦੀ ਸਾਰੀ ਖੇਡ ਹੈਗੀ ਆ, ਜੋ ਸਾਰਿਆਂ ਦੇ ਉੱਪਰ ਹੈਗਾ, ਜਿਹਦੇ ਤੋਂ ਸਾਰੀ ਸ੍ਰਿਸ਼ਟੀ ਪੈਦਾ ਹੋਈ ਹੈ। ਇਹੀ ਉਹਦਾ ਜੈ ਜੈਕਾਰ, ਆਹੀ ਉਹਦੀ ਜੈ ਜੈਕਾਰ ਹੈਗੀ। ਹਾਂਜੀ ਵੀਰ ਜੀ। ਹਾਂਜੀ ਸਾਧ ਸੰਗਤ ਜੀ, ਇੱਥੇ ਬਾਣੀ ਆਪ ਨੂੰ ਇਹ ਸਮਝਾਉਣਾ ਕਰ ਰਹੀ ਹੈ, ਭਾਗ ਪੂਰਾ ਤਿਨ ਜਾਗਿਆ ਜਪਿਆ ਨਿਰੰਕਾਰ। ਨਿਰੰਕਾਰ ਦਾ ਮਤਲਬ ਇੱਥੇ ਹੈਗਾ ਵਾ ਜਿਹੜਾ ਆਕਾਰ ਤੋਂ ਰਹਿਤ। ਨਿਰਗੁਣ ਦੀ ਤੇ ਸਰਗੁਣ ਦੀ ਦੋ ਭਗਤੀਆਂ ਨੇ। ਬਿਲਕੁਲ। ਸਰਗੁਣ ਜਿਹੜਾ ਬਹੁਤ ਵਿਸ਼ਾਲ ਹੈ, ਉਹਨੇ ਮਨ ਨੂੰ ਇਕਾਗਰ ਨਹੀਂ ਹੋਣ ਦੇਣਾ। ਜਿੰਨੀ ਮਰਜ਼ੀ ਪੂਜਾ ਕਰ ਲਓ, ਕਿਸੇ ਦੀ ਫੋਟੋ ਅੰਦਰ ਚਿੱਤ ਦੇ ਗਾੜੀ ਲੈ ਆਓ। ਆਮ ਹੀ ਲੋਕੀ ਕਹਿੰਦੇ ਕਿ ਸਾਡੇ ਬਾਬੇ ਦੀ ਫੋਟੋ ਅੱਖਾਂ ਦੇ ਗਾੜੀ ਧਿਆਨ ਕਰੋ। ਉਹ ਬਾਬਾ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹੋ ਯਾਰ, ਕਿੱਥੇ ਲਿਖਿਆ ਵਾ ਕਿਸੇ ਦੀ ਫੋਟੋ ਫੁੱਟ ਦੀ ਤੇ ਗੱਲ ਹੀ ਨਹੀਂ ਕਰਦੇ। ਉਹ ਤੇ ਇਕੱਲੇ ਗੁਰੂ ਨਾਨਕ ਪਾਤਸ਼ਾਹ ਦਾ ਹੀ ਨਾਂ ਵਰਤੀ ਜਾਂਦੇ, ਹੁਣ ਆਪਣਾ ਨਾਂ ਤੱਕ ਨਹੀਂ ਪਾਇਆ। ਦੇਖੋ ਕਿੱਡੀ ਵੱਡੀ ਵਡਿਆਈ ਆ। ਉਹ ਕਹਿੰਦੇ ਸਾਨੂੰ ਜਾਣਦਾ ਹੀ ਨਹੀਂ ਕੋਈ। ਬਿਲਕੁਲ। ਮੈਨੂੰ ਸਾਡੀ ਕੋਈ ਪਛਾਣ ਹੀ ਨਹੀਂ, ਆਇਡੈਂਟੀਫਿਕੇਸ਼ਨ ਨਹੀਂ ਹੈਗਾ। ਵੇਖੋ ਉਹਨਾਂ ਦਾ ਗਿਆਨ ਵੇਖੋ। ਇੱਕ ਸਮਾਂ ਆ ਗਿਆ ਕਿ ਇਹ ਨਹੀਂ ਕਿ ਆਪਣੇ ਬੱਚੇ ਨੂੰ ਗੱਦੀ ਦੇਣ ਦੇ। ਉਹ ਕਹਿੰਦੇ ਬੰਦਾ ਰਾਈਟ ਬੰਦਾ ਚਾਹੀਦਾ ਹੈ ਪੋਜੀਸ਼ਨ ਨੂੰ ਸਾਂਭਣ ਦੇ ਲਈ। ਉਹ ਇਹ ਬਿਗ ਰਿਸਪੋਂਸਿਬਿਲਿਟੀ। ਹੁਣ ਜਦੋਂ ਬ੍ਰਹਮ ਗਿਆਨੀ ਬੰਦਾ ਬੈਠਾ ਵਾ, ਉਹ ਗਲਤ ਬੰਦੇ ਨੂੰ ਚੀਜ਼ ਦੇ ਨਹੀਂ ਸਕਦਾ, ਕਿਉਂਕਿ ਉਹ ਘਰ ਦੀ ਚੀਜ਼ ਥੋੜੀ ਜਿਹੀ ਦੇਤੀ ਕਿਸੇ ਨੂੰ। ਉਹ ਕਹਿੰਦੇ ਕਿ ਇਹ ਬੜੀ ਵੱਡੀ ਰਿਸਪੋਂਸਿਬਿਲਿਟੀ ਆ, ਔਰ ਕੱਲ ਨੂੰ ਕਿਸੇ ਗਲਤ ਬੰਦੇ ਕੋਲ ਚੱਲ ਜੂਗੀ ਤੇ ਬੜੀ ਦੁਨੀਆ ਨੂੰ ਇਹ ਗਲਤ ਦਿਸ਼ਾ ਵੱਲ ਲੈ ਜਾਏਗਾ। ਇਸੇ ਕਰਕੇ ਗੁਰੂਆਂ ਨੇ ਮਨਾ ਕੀਤਾ ਇਸ ਚੀਜ਼ ਨੂੰ, ਕਿਉਂਕਿ ਰਾਈਟ ਬੰਦਾ ਜਦੋਂ ਐਜੀ ਇੱਕ ਅੰਦਰ ਦੀ ਯਾਤਰਾ ਦੇ ਵਿੱਚ ਜਾਂਦਾ ਹੈ ਤੇ ਉਹਦੇ ਨਾਲ ਦੂਜਿਆਂ ਦਾ ਭਲਾ ਹੁੰਦਾ ਹੈ। ਜਿੱਦਾਂ ਆਪਾਂ ਗਲਤ ਬੰਦਾ ਵਾ ਜਿਹੜਾ ਹੈ ਕਾਮ ਕ੍ਰੋਧ ਲੋਭ ਮੋਹ ਹੰਕਾਰ ਚ ਫਸਿਆ ਹੋਇਆ, ਔਰ ਉਸਨੂੰ ਕਿਸੇ ਧਾਰਮਿਕ ਪੋਜੀਸ਼ਨ ਤੇ ਆਪਾਂ ਪਾ ਦਿੰਦੇ ਆ, ਤੇ ਉਹਨੇ ਫਿਰ ਉਹਨੇ ਤੇ ਗੜਬੜ ਕਰ ਦੇਣੀ ਆ, ਕਿਉਂਕਿ ਉਹਨੇ ਤੇ ਫਿਰ ਉਹ ਗੜਬੜ ਕਰ ਦੇਣੀ, ਲੱਸੀ ਘੋਲ ਦੇਣੀ ਨੇ ਸਾਰੀ। ਇੱਥੇ ਕਹਿੰਦੇ ਭਾਗ ਪੂਰਾ ਤਿਨ ਜਾਗਿਆ ਜਪਿਆ ਨਿਰੰਕਾਰ। ਜਿਹੜੇ ਨਿਰੰਕਾਰ ਨੂੰ ਜਪਦੇ ਨੇ, ਹਾਂ ਬਿਲਕੁਲ, ਤੇ ਉਹਨਾਂ ਦਾ ਕੀ ਹੁੰਦਾ ਵਾ, ਉਹਨਾਂ ਦਾ ਉਹਨਾਂ ਦੀ ਪੂਰੀ ਕਿਸਮਤ, ਉਹਨਾਂ ਦੀ ਕਿਸਮਤ ਜਿਹੜੀ ਹੈ ਨਾ ਉਹ ਚਮਕ ਜਾਂਦੀ ਹੈ। ਕਿਉਂਕਿ ਉਹਨਾਂ ਨੇ ਕੀ ਕੀਤਾ ਹੈ, ਉਹਨਾਂ ਨੇ ਆਕਾਰ ਨੂੰ ਛੱਡਿਆ ਹੈ ਤੇ ਨਿਰਾਕਾਰ ਦੇ ਉਹਦੀ ਭਗਤੀ ਕੀਤੀ। ਬਾਣੀ ਕਹਿੰਦੀ ਨਾ, ਰੂਪ ਨਾ ਰੰਗ ਨਾ ਰੇਖ ਕੁਛ ਤ੍ਰੈਗੁਣ ਤੇ ਪ੍ਰਾਪਤ। ਹਾਂ, ਇਹ ਉਹਦੀ ਗੱਲ ਕਰਦੇ। ਨਿਰਗੁਣ ਦੀ ਭਗਤੀ ਜਿਹੜੀ ਆਪਾਂ ਕਰ ਰਹੇ ਹਾਂ, ਕਿ ਉੱਥੇ ਆਕਾਰ ਨਹੀਂ ਆ। ਜਦੋਂ ਤੁਸੀਂ ਅੱਗੇ ਜਾਂਦੇ ਜੋ, ਤੁਹਾਨੂੰ ਪਹਿਲਾਂ ਮਨ ਮਿਲਦਾ, ਵਿਚਾਰ ਮਿਲਦੇ, ਵਿਚਾਰਾਂ ਤੋਂ ਵੀ ਅੱਗੇ ਲੰਘ ਜਾਂਦੇ ਤੁਸੀਂ। ਪਰ ਇੱਕ ਚੀਜ਼ ਵੇਖੋ, ਹੁਣ ਕਈ ਮੈਨੂੰ ਕਹਿੰਦੇ ਕਿ ਵੀਰ ਜੀ ਸਾਨੂੰ ਪਤਾ ਨਹੀਂ ਲੱਗਦਾ ਤੁਸੀਂ ਵਿਚਾਰ ਅਸੀਂ ਰਹਿਤ ਹੋ ਰਹੇ ਆ ਜਾਂ ਨਹੀਂ ਹੋ ਰਹੇ। ਮੈਂ ਦੇਖੋ ਵੀਰ ਜੀ, ਜੇਕਰ ਖਾਣਾ ਸਵਾਦ ਨਹੀਂ ਹੈ ਨਾ, ਤਾਂ ਤੁਸੀਂ ਕਿੰਨੇ ਮਰਜ਼ੀ ਭੁੱਖੇ ਹੋ ਗਏ, ਤੁਸੀਂ ਖਾਣਾ ਨਹੀਂ ਖਾਣਾ। ਇੱਕ ਸਿੰਪਲ ਜੀ ਗੱਲ ਆ, ਮੈਂ ਖਾਣਾ ਸਵਾਦ ਹੀ ਨਹੀਂ ਆ, ਤੁਹਾਡਾ ਦਿਲ ਹੀ ਨਹੀਂ ਕਰਨਾ ਖਾਣ ਨੂੰ। ਮੈਂ ਜੇ ਤੁਹਾਡਾ ਮਨ ਬਾਰ-ਬਾਰ ਕਹਿ ਰਿਹਾ ਕਿ ਮੈਨੂੰ ਭਗਤੀ 'ਚ ਲੈ ਕੇ ਜਾ, ਸਾਧਨਾ ਕਰਨੀ ਆ, ਧਿਆਨ ਸਿਮਰਨ ਕਰਨਾ, 2 ਟਾਈਮ ਬਹਿੰਦੇ ਜੋ, ਇਹਦਾ ਮਤਲਬ ਕਿ ਤੁਹਾਡੇ ਅੰਦਰ ਕੋਈ ਹੈ ਤੱਤ ਜਿਹੜਾ ਉਹਨੂੰ ਅਨੁਭਵ ਕਰ ਰਿਹਾ ਹੈ, ਉਸ ਨਾਲ ਆਨੰਦ ਲੈ ਰਿਹਾ। ਤਾਂ ਉਹ ਤਾਂ ਬਾਰ-ਬਾਰ ਤੁਹਾਨੂੰ ਕੋਸ਼ਿਸ਼ ਕਰ ਰਿਹਾ ਕਿ ਉੱਥੇ ਭੇਜੋ, ਮੈਨੂੰ ਉੱਥੇ ਲੈ ਕੇ ਜਾਓ। ਤੁਹਾਡੀ ਜਿਹੜੀ ਸੁਰਤੀ ਦੀ ਤੇਜ਼ ਨਹੀਂ ਆ, ਇਸ ਕਰਕੇ ਕੈਚਅਪ ਨਹੀਂ ਕਰ ਪਾ ਰਹੀ ਕਿ ਨਿਰਾ ਵਿਚਾਰ ਹੋ ਰਹੇ ਕਿ ਨਹੀਂ ਹੋ ਰਹੇ। ਹਾਂਜੀ ਨਿਜਾ ਸਾਹਿਬ, ਅਗਲੀ ਤੱਕ ਬੋਲੋ। ਸਾਧੂ ਸੰਗਤ ਲੱਗਿਆ ਤਰਿਆ ਸੰਸਾਰ। ਕਹਿੰਦੇ ਸਾਧੂ ਸੰਗਤ ਦੇ ਨਾਲ, ਗੁਰੂ ਦੀ ਸੰਗਤ ਦੇ ਨਾਲ, ਇਹ ਬ੍ਰਹਮ ਗਿਆਨੀਆਂ ਦੀ ਸੰਗਤ ਦੇ ਨਾਲ, ਬ੍ਰਹਮ ਗਿਆਨ ਦੇ ਨਾਲ ਲੱਗ ਕੇ ਹੀ ਸਾਧ ਸੰਗਤ ਦੇ ਨਾਲ ਇਹ ਸੰਸਾਰ ਧਰਿਆ ਜਾਂਦਾ ਹੈ ਭਾਈ। ਹਾਂਜੀ ਗੁਰਕੀ ਸਾਹਿਬ। ਇੱਕ ਸਾਈਡ ਨਿਜਾ ਸਾਹਿਬ, ਇੱਕ ਸਾਈਡ ਨਹੀਂ ਕੋਈ ਨਾਨਕ ਸਿਫਤ ਸਲਾਹ ਕਰ ਪ੍ਰਭ ਕਾ ਜੈਕਾਰ। ਪ੍ਰਭੂ ਦਾ ਜੈਕਾਰ ਕਰ ਭਾਈ, ਸਿਫਤ ਸਲਾਹ ਕਰ। ਆਹੀ ਹੈਗਾ ਭਾਈ ਸਾਧੂ ਸੰਗਤ ਦੇ ਲੱਗਣ ਦਾ ਜਿਹੜਾ ਹੈਗਾ। ਸਾਧੂ ਸੰਗਤ ਦੇ ਲੱਗਣ ਦਾ ਜਿਹੜਾ ਹੈਗਾ, ਵੀ ਲੱਗਿਆ ਕਿ ਨਹੀਂ ਸਾਧੂ ਦੀ ਸੰਗਤ ਦੇ ਨਾਲ, ਤੇ ਸੰਸਾਰ ਸਮੁੰਦਰ ਤੋਂ ਤਰਨ ਵਾਲਿਆਂ ਦੀ ਸੰਗਤ ਦੇ ਨਾਲ ਲੱਗਿਆ ਹੈ ਕਿ ਨਹੀਂ ਲੱਗਿਆ ਭਾਈ। ਆਹੀ ਉਹਦਾ ਟੈਸਟ ਹੈਗਾ। ਜੇ ਪ੍ਰਮਾਤਮਾ ਦੀ ਸਿਫਤ ਸਲਾਹ ਕਰਨ ਲੱਗ ਪਿਆ ਤੇ ਲੱਗ ਗਿਆ ਭਾਈ ਸਾਧੂ ਸੰਗਤ ਦੇ ਨਾਲ, ਗੁਰੂ ਦੀ ਸੰਗਤ, ਗਿਆਨ ਦੀ ਸੰਗਤ ਕਰ ਲਈ ਆਪਾਂ ਨੇ, ਸਹੀ ਰਸਤੇ ਤੇ ਤੁਰ ਪਏ ਸੰਸਾਰ ਸਮੁੰਦਰ ਤੋਂ ਤਰਨ ਵਾਸਤੇ।
ਮਨ ਜੀਤੇ ਜਗ ਜੀਤ ਵਾਲੀ ਹੈ। ਮਨ ਨੂੰ ਜਿੱਤਣਾ ਹੈ, ਆਹੀ ਸੰਸਾਰ ਸਮੁੰਦਰ ਨੂੰ ਤਰਨਾ ਹੈ। ਸਾਧੂ ਸੰਗਤ ਲੱਗਿਆ ਤਰਿਆ ਸੰਸਾਰ, ਨਾਨਕ ਸਿਫਤ ਸਲਾਹ ਕਰ ਪ੍ਰਭ ਕਾ ਜੈਕਾਰ। ਉਸ ਮਾਲਕ ਪਰਮਾਤਮਾ ਦਾ ਆਹੀ ਸਿਫਤ ਸਲਾਹੀ ਉਹਦੀ ਭਗਤੀ ਹੈਗੀ, ਆਹੀ ਉਹਦਾ ਜੈ ਜੈਕਾਰ ਹੈ ਭਾਈ। ਮਾਲਕ ਥੋੜੀ ਨਾ ਚਾਹੁੰਦਾ ਹੈ ਕਿ ਮੇਰੀ ਜੈ ਜੈਕਾਰ ਹੋਏ। ਮਾਲਕ ਤਾਂ ਕਹਿੰਦਾ ਕਿ ਜੇ ਸਭ ਮਿਲ ਕੇ ਆਖਣ ਪਾਹੇ, ਵੱਡਾ ਨਾ ਹੋਵੇ ਘਾਟ ਨਾ ਜਾਏ। ਸਾਰੇ ਮਿਲ ਕੇ ਭਾਵੇਂ ਉਹਦੀ ਉਸਤਤ ਕਰ ਦੇਣ ਤਾਂ ਵੀ ਉਹਨੇ ਵੱਡਾ ਨਹੀਂ ਹੋਣਾ, ਤੇ ਜੇ ਸਾਰੀ ਉਹਦੀ ਨਿੰਦਿਆ ਕਰਨ ਲੱਗ ਜਾਣ ਤਾਂ ਉਹਨੇ ਘਟਣਾ ਨਹੀਂ ਹੈ ਭਾਈ। ਨਾ ਉਸਤਤ ਕਰਨ ਤਾਂ ਉਹਨੇ ਘਟਣਾ ਨਹੀਂ ਹੈ। ਉਹ ਮਾਲਕ ਤਾਂ ਜਿਹੇ ਜਾਏਗਾ ਹੋਏ ਜਾਏ ਰਹਿਣਾ। ਹਾਂਜੀ ਗੋਰਖੀ ਸਾਹਿਬ। ਹਾਂਜੀ ਮੈਂ ਸਮਾਂ ਯੂਜ਼ ਕਰ ਲਿਆ ਤੁਹਾਡਾ। ਹਾਂਜੀ ਲਾਸਟ ਤੱਕ ਬੋਲੇ ਨੇ ਤੁਹਾਡੀ ਐਬਸੈਂਟ ਦੇ ਵਿੱਚ। ਹਾਂ ਚੰਗਾ ਕੀਤਾ ਨਿੱਜਰ ਸਾਹਿਬ, ਵੈਸੇ ਵੀ ਇਹ ਤੇ ਹਾਂ ਚੰਗਾ ਕੀਤਾ ਤੁਸੀਂ। ਦੁਬਾਰਾ ਬੋਲ ਦਿਓ। ਅੱਛਾ, ਸਾਧੂ ਕਿਤੇ ਭਾਗ ਪੂਰਾ ਤੈਨੂੰ ਜਾਗਿਆ, ਜਪਿਆ ਨਿਰੰਕਾਰ। ਜਪਿਆ ਨਿਰੰਕਾਰ। ਨਿਰੰਕਾਰ ਦੇ ਜਪਣ ਦੇ ਨਾਲ ਇਨਸਾਨ ਦੇ ਜਿਹੜੇ ਭਾਗ ਜਪ ਜਾਂਦੇ ਆ। ਨਿਰੰਕਾਰ ਦਾ ਮਤਲਬ ਕੋਈ ਦੇਹਧਾਰੀ ਬਾਬਾ ਨਹੀਂ ਹੈ, ਕੋਈ ਬੰਦਾ ਨਹੀਂ ਆ, ਕੋਈ ਬੁੱਢੀ ਨਹੀਂ ਆ, ਨਾ ਉਹ ਨਾ ਰਿਹਾ ਇੱਕ ਨਿਰਗੁਣ ਸ਼ਕਤੀ ਹੈ ਜਿਹੜੀ ਬ੍ਰਹਮ ਨੂੰ ਚਲਾ ਰਹੀ ਆ, ਜਿਹਦੇ ਕਰਕੇ ਆਪਾਂ ਜਿੰਦਾ ਵਾਂ ਸਾਰੇ, ਜਿਹਦੇ ਕਾਰਨ ਹੀ ਅਸੀਂ ਸਾਡੇ ਅੰਦਰ ਚੇਤਨਾ ਹੈ, ਅਸੀਂ ਸੋਚ ਵਿਚਾਰ ਕਰ ਸਕਦੇ ਹਾਂ। ਅਗਲੀ ਤੁਕ ਬੋਲੇ ਨਿੱਜਰ ਸਾਹਿਬ। ਸਾਧੂ ਸੰਗਤ ਲੱਗਿਆ ਤਰਿਆ ਸੰਸਾਰ। ਇਹ ਦੇਖੋ ਇੱਥੇ ਸਾਧ ਸੰਗਤ ਨਹੀਂ ਲਿਖਿਆ ਗੋਰਖੀ ਸਾਹਿਬ, ਸਾਧੂ ਸੰਗਤ ਲਿਖਿਆ। ਸਾਧੂ ਹੈਗੇ, ਸਾਧੂ ਦਾ ਮਤਲਬ ਹੈਗਾ ਜਿਹੜਾ ਗਿਆਨ ਜਿਹੜਾ ਹੈਗਾ ਆ ਰਿਹਾ ਆ ਸਾਧੂ ਤੋਂ, ਗੁਰੂ ਤੋਂ, ਬ੍ਰਹਮ ਗਿਆਨੀਆਂ ਤੋਂ ਜਿਹੜਾ ਗਿਆਨ ਆ ਰਿਹਾ ਆ, ਉਸ ਗਿਆਨ ਦੀ ਸੰਗਤ ਕਰਨ ਦੇ ਨਾਲ ਇਹੀ ਹੈ ਭਾਈ, ਉਹਨਾਂ ਦੀ ਸੰਗਤ ਕਰਨੀ। ਸਾਧੂ ਸੰਗਤ ਲੱਗਿਆ ਤਰਿਆ ਸੰਸਾਰ। ਇਹ ਸੰਸਾਰ ਸਮੁੰਦਰ ਤਰਿਆ ਜਾ ਸਕਦਾ ਹੈ। ਔਰ ਕਿਵੇਂ? ਕੀ ਐਕਸ਼ਨ ਹੈਗੀ? ਨਾਨਕ ਸਿਫਤ ਸਲਾਹ ਕਰ ਪ੍ਰਭ ਕਾ ਜੈਕਾਰ। ਉਹਨਾਂ ਨੇ ਆਪਾਂ ਨੂੰ ਕੀ ਕਹਿ ਦੇਣਾ ਹੈ, ਕੀ ਗਿਆਨ ਦੇ ਦੇਣਾ ਹੈ? ਬਈ ਪਰਮਾਤਮਾ ਦੀ ਸਿਫਤ ਸਲਾਹ ਕਰ ਭਾਈ, ਉਸ ਮਾਲਕ ਪਰਮਾਤਮਾ ਦੀ ਸਿਫਤ ਸਲਾਹ ਕਰ। ਉਹਦੇ ਨਾਲ ਤੈਨੂੰ ਫਾਇਦਾ ਹੋਊਗਾ, ਮਾਲਕ ਨੂੰ ਕੋਈ ਫਾਇਦਾ ਨਹੀਂ ਹੋਊਗਾ। ਉਹ ਸਿਫਤ ਦੇ ਨਾਲ ਨਾ ਵੱਡਾ ਹੁੰਦਾ ਹੈ, ਨਾ ਨਹੀਂ ਕਰੂਗਾ ਸਿਫਤ, ਨਾ ਉਹਨੇ ਛੋਟਾ ਹੋਣਾ ਹੈ। ਨਾਨਕ ਸਿਫਤ ਸਲਾਹ ਕਰ ਪ੍ਰਭ ਕਾ ਜੈਕਾਰ। ਇਹੀ ਧਿਆਨ ਸਿਮਰਨ, ਇਹ ਸਿਫਤ ਸਲਾਹ, ਇਹ ਸਹਿਜ ਸਮਾਧੀ, ਇਹੀ ਪਰਮਾਤਮਾ ਦਾ ਜੈਕਾਰ ਹੈ ਭਾਈ। ਇਹੀ ਹੈ ਸੰਸਾਰ ਸਮੁੰਦਰ ਤੋਂ ਤਰਨ ਦਾ ਜਿਹੜੀ ਹੈ ਨੁਕਤਾ, ਵਿਧੀ, ਤਰੀਕਾ। ਹਾਂਜੀ ਗੋਰਖੀ ਜੀ। ਹਾਂਜੀ ਠੀਕ ਹੈ। ਸਾਧ ਸੰਗਤ ਜੀ ਇਹ ਕਹਿੰਦੇ ਗਿਆਨ ਰੂਪੀ ਜੋ ਹੈਗੀ ਸੰਗਤ ਆ, ਹਾਂ, ਉਹਦੇ ਵਿੱਚ ਜਦੋਂ ਆਪਾਂ ਬਹਿੰਦੇ ਆ ਤੇ ਸਾਨੂੰ ਗਿਆਨ ਮਿਲਦਾ। ਉਹਦੇ ਦਾਦਾ ਕਿ ਤੇਰੇ ਹੱਥ 'ਚ ਨਕਲੀ ਹੀਰਾ ਵਾ ਤੇ ਅਸਲੀ ਆ, ਤੇਰੀ ਪਰਖ ਕਰ ਲਈਏ। ਫਿਰ ਤੂੰ ਖੁਦ ਹੀ ਪਰਖ ਕਰਨੀ ਆ, ਕਿਸੇ ਹੋਰ ਨੇ ਨਹੀਂ ਕਰਨੀ, ਆਪ ਹੀ ਕਰਨੀ ਪੈਂਦੀ ਹੈ। ਅਸੀਂ ਆਪ ਹੀ, ਸਾਡੇ ਅੰਦਰ ਮੂਰਤੀ ਆ ਔਰ ਅਸੀਂ ਆਪ ਹੀ ਘੜਨੀ ਆ। ਔਰ ਇਹ ਕੰਮ ਸਾਡਾ ਹੀ ਹੈ, ਕਿਸੇ ਬਾਹਰਲੇ ਬੰਦੇ ਦਾ ਕੋਈ ਕੰਮ ਨਹੀਂ ਹੈਗਾ। ਔਰ ਫਿਰ ਉਹ ਜਿੱਦਾਂ ਉਹ ਦੱਸਦੇ ਨੇ ਕਿ ਬਈ ਦੇਖ ਲਾ ਕਿ ਆਪਣਾ ਥੋੜਾ ਸੈਣੀ ਜਿਹੜਾ ਤੇਰਾ ਬਰਾਬਰ ਆ, ਤੇਰਾ ਕੰਮ ਕਰਨ ਦਿਆ। ਜੇ ਕੰਮ ਕਰਦਾ ਤੇ ਤੇਰੀ ਮੂਰਤੀ ਤੇਰੇ ਅੰਦਰ ਪੈਦਾ ਹੋਣੀ ਚਾਹੀਦੀ ਸੀ। ਜਿਹੜੇ ਔਗਣ ਆ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਰੂਪੀ ਜਿਹੜੇ ਪੱਥਰ ਸੀ ਤੇਰੇ ਸਰੀਰ ਤੋਂ ਅਲੱਗ ਹੋਣੇ ਚਾਹੀਦੇ ਸੀ। ਅਜੇ ਵੀ ਜੁੜੇ ਹੋਏ ਆ ਤੇ ਇਹਦਾ ਮਤਲਬ ਜਾਂ ਤੇ ਤੇਰੀ ਥੋੜੀ ਖਰਾਬ ਆ ਤੇ ਜਾਂ ਤੇਰੀ ਛੰਨੀ ਖਰਾਬ ਆ, ਕੁਛ ਤੇ ਗੜਬੜ ਹੈਗੀ। ਤੇ ਜਦੋਂ ਆਪਾਂ ਸਹੀ ਤਰੀਕੇ ਨਾਲ ਉਹਨਾਂ ਦੀ ਗੱਲ ਸੁਣਦੇ ਆ ਤੇ ਅਗਿਆਨ ਨੂੰ ਛੱਡ ਦਿੰਦੇ ਆ, ਫਿਰ ਆਪਾਂ ਸੰਸਾਰ ਤੋਂ ਪਾਰ ਹੋ ਜਾਂਦੇ ਆ। ਤੇ ਜੇਕਰ ਆਪਾਂ ਅਗਿਆਨ ਦੇ ਬਸ ਉਸੇ ਜਿਹੜੀ ਬੋਟ ਪੱਥਰਾਂ ਦੇ ਵਿੱਚ ਪਈ ਆ, ਜਿਹੜੀ ਬੋਟ ਦੇ ਵਿੱਚ ਕੋਈ ਜਲ ਦੇ ਨਾਲ ਕੋਈ ਸੰਪਰਕ ਨਹੀਂ ਹੈ, ਜ਼ਮੀਨ ਤੇ ਪਈ ਹੋਈ ਹੈ, ਜੇਕਰ ਆਪਾਂ ਉੱਤੇ ਚੜ੍ਹ ਕੇ ਆਪਣੇ ਆਪ ਨੂੰ ਸਮਝਦੇ ਕਿ ਅਸੀਂ ਪਹੁੰਚ ਜਾਵਾਂਗੇ, ਬੇਸ਼ੱਕ ਉਹ ਕਿਸ਼ਤੀ ਦਿਖਦੀ ਆ, ਹੈ ਵੀ ਕਿਸ਼ਤੀ ਹੈ, ਇੰਜਨ ਸਭ ਕੁਝ ਲੱਗਾ ਉਹਦੇ ਅੰਦਰ, ਪਰ ਉਹ ਕਿਸ਼ਤੀ ਦਾ ਸੰਬੰਧ ਨਹੀਂ ਹੈ ਸਮੁੰਦਰ ਦੇ ਨਾਲ। ਉਹਨੇ ਤੁਹਾਨੂੰ ਕਿਤੇ ਵੀ ਨਹੀਂ ਲੈ ਕੇ ਜਾਣਾ। ਹਾਂ, ਜ਼ਮੀਨ ਤੇ ਬੈਠੇ ਰਹੋਗੇ, ਕਰੋੜ ਸਾਲ ਤੱਕ ਬੈਠੇ ਰਹੋਗੇ, ਪਰ ਇਹ ਮਨ ਚ ਤਸੱਲੀ ਮਿਲ ਜਾਂਦੀ ਆ ਕਿ ਮੈਂ ਕਿਸ਼ਤੀ 'ਚ ਬੈਠਾ, ਪਰ ਉਹ ਕਿਸ਼ਤੀ 'ਚ ਦਮ ਹੀ ਨਹੀਂ ਹੈਗਾ। ਜੇ ਦਮ ਹੋਵੇ ਉਹ ਮੂਵਮੈਂਟ ਕਰੇ ਨਾ, ਉੱਥੇ ਵੇਖੋ, ਉੱਥੇ ਜਾ ਕੇ ਤੁਹਾਡੇ ਜੀਵਨ 'ਚ ਕੋਈ ਬਦਲਾਵ ਨਹੀਂ ਹੋਣਾ। ਪਰ ਜਿਹੜੀ ਅਸਲੀ ਕਿਸ਼ਤੀ ਤੇ ਬੈਠੇ ਨਾ, ਉੱਥੇ ਛੱਲਾਂ ਵੱਜਣੀਆਂ ਮੂੰਹ ਤੁਹਾਡੇ ਦੇ ਪਾਣੀ ਦੀਆਂ, ਕਿਤੇ ਟੋਕੇ ਵੱਜਣੇ, ਕਿਤੇ ਇੱਧਰ ਸੱਜੇ ਖੱਬੇ, ਤੁਹਾਨੂੰ ਚੁੱਕ ਪਾਣੀ ਨੇ ਮਾਰਨਾ। ਤੁਹਾਡੇ ਅੰਦਰ ਹਲਚਲ ਪੈਦਾ ਹੋ ਜਾਣੀ ਹੈ, ਕਿਉਂਕਿ ਅਸਲੀ ਗਿਆਨ ਏਦਾਂ ਦਾ ਵਾ। ਤੇ ਜਿਹੜਾ ਨਕਲੀ ਗਿਆਨ ਹੈ ਉਹ ਤੇ ਕਿਸ਼ਤੀ ਹੈਗੀ, ਉਹ ਜ਼ਮੀਨ ਤੇ ਪਈ ਹੋਈ ਹੈ, ਉਹਨੇ ਤੁਹਾਨੂੰ ਕੁਛ ਨਹੀਂ ਕਹਿਣਾ। ਉਹ ਵੀ ਖੁਸ਼ ਤੇ ਤੁਸੀਂ ਖੁਸ਼। ਤੁਹਾਡੇ ਮਨ ਦੀ ਇੱਕ ਇੱਛਾ ਵਾ ਕਿਸ਼ਤੀ 'ਚ ਬਹਿਣਾ ਸੀ, ਸਮੁੰਦਰ ਪਾਰ ਕਰਨਾ ਹੈ, ਤੇ ਤੁਸੀਂ ਕਿਸ਼ਤੀ ਤੇ ਬੈਠੇ ਜੋ, ਕਿਸ਼ਤੀ ਬੈਠੀ ਹੋਗੀ ਕਿਸ਼ਤੀ ਹੈ। ਬਿਲਕੁਲ ਸਭ ਕੁਛ ਉਸੇ ਤਰ੍ਹਾਂ ਹੀ ਹੁੰਦਾ, ਰੰਗ ਰੁੰਗ ਵੱਜਿਆ। ਸਗੋਂ ਜਿਹੜੀ ਕਿਸ਼ਤੀ ਸਮੁੰਦਰ 'ਚ ਹੈਗੀ ਉਹ ਥੋੜੀ ਜਿਹੀ ਟੇਢੀ ਮੇਢੀ ਵੀ ਹੋ ਸਕਦੀ ਹੈ, ਬੜੀ ਗਿੱਲੀ ਹੋ ਸਕਦੀ ਹੈ, ਕਿਉਂਕਿ ਸਮੁੰਦਰ 'ਚ ਬੈਠੀ ਹੈ, ਐਕਟਿਵ ਹੈਗੀ ਹੈ। ਪਰ ਉਹਦੇ 'ਚ ਉਹਦੇ ਫਰਕ ਹੈਗਾ, ਕਿਸ਼ਤੀ 'ਚ ਫਰਕ ਹੁੰਦਾ। ਇਹ ਕਰਕੇ ਕਹਿੰਦੇ ਆ ਕਿ ਸੰਸਾਰ 'ਚ ਤਰਨਾ ਹੈ ਤੇ ਉਸ ਕਿਸ਼ਤੀ 'ਚ ਬਹਿ, ਜਿਹੜੀ ਕਿਸ਼ਤੀ ਤੈਨੂੰ ਮੁਕਤ ਕਰਦੀ ਹੈ, ਭਰਮ ਤੋਂ ਮੁਕਤ ਕਰਦੀ ਹੈ, ਔਰ ਤੈਨੂੰ ਚਾਹੁੰਦੀ ਹੈ ਕੁਛ ਕਰਨ ਵਾਸਤੇ ਕਹਿ ਰਹੀ ਹੈ, ਤੈਨੂੰ ਹੱਥਾਂ ਤੇ ਹੱਥ ਰੱਖ ਕੇ ਬਹਿਣ ਵਾਸਤੇ ਨਹੀਂ ਕਹਿ ਰਹੀ। ਠੀਕ ਹੈ ਨਾ ਜੈਸਾ।
हाँ जी बिल्कुल। देखो जीवन अपना हैगा, ਜਿਹੜੀ ਆ ਸਵਾਸ ਆਪਣੇ ਹੈਗੇ ਆ, ਯਾਤਰਾ ਆਪਣੀ ਹੈਗੀ ਆ। ਜੇ ਕਿਤੇ ਗਲਤ ਕਿਸੇ ਚੀਜ਼ ਬੈਠ ਗਏ ਤੇ ਉਤਰਨ ਨੂੰ ਕਿੰਨੀ ਦੇਰ ਲੱਗਦੀ ਆ। ਕਬੀਰ ਜੀ ਤਾਂ ਕਹਿੰਦੇ ਆ ਕਿ ਜੋ ਦੇਖਿਓ ਬੇੜਾ ਜਰਜਰਾ ਉਤਰ ਪਰੇ ਹੋ ਚਬਕ, ਕਹਿੰਦੇ ਉੱਤਰ ਮਾਰ ਛਾਕ ਦੂਜੀ ਕਿਸ਼ਤੀ 'ਚ ਹੋ ਜਾ ਜਿਹੜੀ ਸਹੀ ਕਿਸ਼ਤੀ ਹੈਗੀ। ਜੇ ਉਹ ਵੀ ਸਹੀ ਨਹੀਂ ਹੈ ਤੇ ਅਗਲੀ 'ਚ ਹੋ ਜੀ। ਫਿਰ ਦੇਖ ਬਦਲ ਚੇਂਜ ਤਾਂ ਕਰਨਾ। ਜਦ ਤੋਂ ਇੰਨੇ ਸਾਲ ਹੋ ਗਏ, 20 ਸਾਲ 10 ਸਾਲ 15 ਸਾਲ ਕਿੰਨੇ ਸਾਲ ਹੋ ਗਏ ਆ ਬਈ ਕੋਈ ਜਿਹੜੀ ਆ ਪ੍ਰੋਗਰੈਸ ਹੀ ਹੈ ਨਹੀਂ ਗੀ। ਤੇ ਫਿਰ ਵੀ ਆਪਾਂ ਜਿਹੜੀ ਕਹੀਏ ਮੈਂ ਤਾਂ ਜੀ ਸਹੀ ਕਿਸ਼ਤੀ 'ਚ ਬੈਠਾ ਆ, ਉਹ ਫਿਰ ਤਾਂ ਭਾਈ ਉਹ ਘੁੱਗੀ ਵਾਲੀ ਗੱਲ ਆ ਵੀ ਬਿੱਲੀ ਜਿਹੜੀ ਹੈਗੀ ਆ ਗਈ ਚਪੱਟਾ ਮਾਰਨ, ਕਹਿੰਦੀ ਘੁੱਗੀ ਨੇ ਅੱਖਾਂ ਬੰਦ ਕਰ ਲਈਆਂ, ਕਹਿੰਦੀ ਤੂੰ ਹੁਣ ਮੈਨੂੰ ਖਾ ਕੇ ਦਿਖਾ ਤਾਂ ਕਿਵੇਂ ਖਾਣੀ। ਹਾਂਜੀ ਗੋਰਖ ਜੀ ਬਿਲਕੁਲ ਸਹੀ ਹੈ ਨਿਜਰ ਸਾਹਿਬ, ਬਿਲਕੁਲ ਸਹੀ ਹੈ। ਇਸ ਸੰਸਾਰ ਏਦਾਂ ਹੀ ਹੈ ਨਿਜਰ ਸਾਹਿਬ। ਸੱਚ ਨੇ ਆਪਣਾ ਪ੍ਰਚਾਰ ਕਰਨਾ ਹੈ, ਝੂਠ ਵੀ ਆਪਣਾ ਕਰ ਰਿਹਾ ਹੈ। ਔਰ ਫੈਸਲਾ ਨਿਜਰ ਸਾਹਿਬ ਬੰਦੇ ਦਾ ਆਪਣਾ ਹੈ। ਪਰ ਬੰਦਾ ਮੈਂ ਵੇਖਿਆ ਬੜੇ ਬੰਦੇ ਉਹ ਜੀਵਨ ਨਸ਼ਟ ਕਰ ਲੈਂਦੇ ਆ, ਪਰ ਉਹ ਨਕਲੀ ਕਿਸ਼ਤੀ ਤੋਂ ਉਤਰਦੇ ਨਹੀਂ। ਬਹੁਤ ਔਖਾ ਕਿਉਂਕਿ ਰਾਗ ਹੋ ਜਾਂਦਾ ਹੈ, ਪਿਆਰ ਪੈ ਜਾਂਦਾ ਹੈ। 40-50 ਸਾਲ ਤੋਂ ਉੱਥੇ ਬੈਠੇ ਨੇ ਅਗਲੇ, ਔਰ ਉਹ ਅੱਜ ਵੀ ਉਸੇ ਜਗ੍ਹਾ 'ਚ ਬੈਠੇ ਨੇ, ਉਹ ਇੰਤਜ਼ਾਰ 'ਚ ਬੈਠੇ ਨੇ। ਹੁਣ ਜਿੱਦਾਂ ਇੱਕ ਹੈਗਾ ਨਾ, ਉਹ ਕਹਿੰਦੇ ਮਸੀਹਾ ਆਉਣਾ ਵਾ, ਤੇ ਉਹ ਮਸੀਹਾ ਦਾ ਇੰਤਜ਼ਾਰ ਕਰ ਰਹੇ ਨੇ ਲੋਕ। ਜਿਸ ਨੇ ਕਿਹਾ ਸੀ ਕਿ ਮੈਂ ਮਸੀਹਾ ਹੈਗਾ ਵਾ, ਲੋਕਾਂ ਮੰਨੇ ਨਹੀਂ ਉਹਨੂੰ, ਕਿਉਂਕਿ ਉਹ ਗੱਪਾਂ ਜ਼ਿਆਦੀਆਂ ਮਾਰੀਆਂ ਸੀ, ਉਹਨੀਆਂ ਉਹ ਫੁੱਲਫਿਲ ਨਹੀਂ ਹੋਣੀਆਂ ਸੀ ਉਹਦੇ ਨਾਲ। ਉਹ ਕਹਿੰਦੇ ਕਿ ਇਹਨੂੰ ਇਹ ਬਹਾਨਾ ਮਾਰ ਛੱਡੋ ਕਿ ਅਜੇ ਆਇਆ ਨਹੀਂ ਆ, ਮਸੀਹਾ ਨਹੀਂ ਆਇਆ। ਤੇ ਵੇਖ ਲਓ ਹਿਸਾਬ ਦਾ, ਮੁਸਲਮਾਨਾਂ 'ਚ ਵੀ ਬੈਠੇ ਆ, ਉਹ ਵੀ ਕਹਿੰਦੇ ਆ ਪੈਗੰਬਰ ਆਊਗਾ। ਉਹ ਨਹੀਂ ਆਇਆ ਜੀ ਜਿਹੜਾ ਆਉਣਾ ਚਾਹੀਦਾ, ਉਹ ਆਉਣਾ ਵੀ ਨਹੀਂ ਨਿਜਰ ਸਾਹਿਬ। ਬਿਲਕੁਲ, ਕਿਉਂਕਿ ਉਹ ਇੱਕ ਲਾਲਚ ਹੈ ਦਿੱਤਾ ਬਸ। ਹਾਂ ਬਈ ਉਹ ਸਾਡੀ ਕੰਪਨੀ ਪੁਰਾਣੀ ਕੰਪਨੀ 'ਚ ਵੀ ਹੈਗਾ ਸੀ, ਏਦਾਂ ਹੀ ਕਰਦੇ ਸੀ। ਹਾਂਜੀ ਤਨਖਾਹ ਵਧਾ ਦਾਂਗੇ ਜੀ, ਅਗਲੇ ਸਾਲ ਵਧਾ ਦਾਂਗੇ, ਅਗਲਾ ਸਾਲ ਆਊਗਾ, ਫਿਰ ਨਹੀਂ ਜੀ ਗੱਲ ਘਾਟਾ ਪੈ ਗਿਆ, ਫਿਰ ਅਗਲੇ ਸਾਲ ਵਧਾਵਾਂਗੇ। ਏਦਾਂ ਕਰਕੇ 10-12 ਸਾਲ ਕੰਮ ਕਰਾ ਲੈਂਦੇ ਨਿਜਰ ਸਾਹਿਬ। ਏਦਾਂ ਮਤਲਬ ਸੰਸਾਰ ਦਾ ਚੱਲਦਾ। ਆਖਰੀ ਤੋਂ ਬੋਲਦਾ ਜੀ, ਨਾਨਕ ਸਿਫਤ ਸਲਾਹ ਕਰ ਪ੍ਰਭ ਕਾ ਜੈਕਾਰ। ਕਹਿੰਦੇ ਸਿਫਤ ਸਲਾਹ ਪਾਈ, ਧਿਆਨ ਸਿਮਰਨ ਜਿਹੜਾ ਹੈਗਾ, ਸਹਿਜ ਸਮਾਧੀ ਜਿਹੜੀ ਹੈਗੀ ਆ, ਇਹੀ ਪ੍ਰਮਾਤਮਾ ਦਾ ਜੈਕਾਰ ਹੈ ਭਾਈ। ਇਸ ਨੂੰ ਕਰ, ਇਹੀ ਪ੍ਰਮਾਤਮਾ ਦਾ ਜੈਕਾਰ ਹੈ। ਹਾਂਜੀ ਠੀਕ ਹੈ ਜੀ। ਤੇ ਦੇਖੋ ਪਰਮਾਤਮਾ ਦੀ ਜਿਹੜੀ ਵਡਿਆਈ ਆ, ਪਰਮਾਤਮਾ ਦੀ ਵਡਿਆਈ ਤੇ ਇਹੋ ਹੀ ਆ ਕਿ ਉਹਦੀ ਜਿਹੜੀ ਸਿਫਤ ਸਲਾਹ ਤੇ ਇਹੋ ਹੀ ਆ ਕਿ ਅਸੀਂ ਆਪਣੇ ਜੀਵਨ ਦਾ ਸਹੀ ਤਰ੍ਹਾਂ ਉਹਦਾ ਫਾਇਦਾ ਉਠਾਈਏ। ਪਰਮਾਤਮਾ ਦੀ ਕੀ ਸਿਫਤ ਸਲਾਹ ਕਰਨੀ, ਸਾਡੇ ਕੀ ਪੱਲੇ ਆ। ਸਾਡੀ ਲਿਮਿਟਡ ਜੀ ਸੋਚ ਹੈ, ਲਿਮਿਟਡ ਜੀ ਜ਼ਬਾਨ। ਮੈਂ ਕੀ ਬੋਲਾਂਗਾ ਦੱਸੋ? ਮੇਰੇ ਕੋਲ ਤੇ ਅਜੇ ਤੱਕ ਮੈਨੂੰ ਤੂੰ ਕਹਿ ਦੋ ਕਿ ਚਰਨ ਜੀ ਕੁਝ ਬੋਲਦੇ, ਮੈਨੂੰ ਤੇ ਬੋਲਣ ਵਾਸਤੇ ਵੀ ਨਹੀਂ ਲੱਗਦਾ ਕਿ ਮੈਂ ਕੀ ਕਹਾਂ। ਕਥਾ ਤੇ ਮੈਂ ਕਰ ਦੇਣਾ, ਪਤਾ ਨਹੀਂ ਲੱਗਦਾ ਕਿ ਬੋਲਾਂ ਕੀ ਹੈ, ਹੀ ਕੀ ਆ, ਕੁਛ ਵੀ ਨਹੀਂ ਹੈਗਾ। ਹੁਣ ਬਾਣੀ ਤੇ ਇਹ ਕਹਿੰਦੀ ਕਿ ਸਿਫਤ ਸਲਾਹ ਪ੍ਰਮਾਤਮਾ ਦੀ ਉਹੀ ਆ ਕਿ ਉਹ ਜੋ ਪਹਿਲੀ ਲਾਈਨ 'ਚ ਲਿਖਿਆ ਉਹਨਾਂ ਨੇ ਉੱਤੇ ਕਿ ਸੱਚ ਦੇ ਕੱਪੜੇ ਪਾ, ਸੱਚ ਦਾ ਖਾਣਾ ਖਾ, ਹਨਾ, ਸੱਚ ਨੂੰ ਜੀਵਨ 'ਚ ਲਿਆ। ਇਹੋ ਹੀ ਉਹਦੀ ਸਿਫਤ ਸਲਾਹ। ਹਾਂ ਨਿਜਰ ਸਾਹਿਬ ਬਿਲਕੁਲ ਸਹੀ ਹੈ ਜੀ। ਉਹ ਪਰਮਾਤਮਾ ਨੂੰ ਸਾਡੀ ਸਿਫਤ ਦੀ ਕੀ ਲੋੜ ਪਈ ਆ? ਮੇਰੇ ਕਿਉਂ ਵੱਡਾ ਹੋ ਜਾਣਾ ਵਾ, ਮੇਰੇ ਕਿਉਂ ਛੋਟਾ ਹੋ ਜਾਣਾ? ਉੱਥੇ ਸ਼ਕਤੀਮਾਨ ਹੈਗਾ। ਤੇ ਉਹ ਫਿਰ ਕਹਿੰਦੇ ਕਿ ਜਦੋਂ ਆਪਾਂ ਸੱਚ ਬੋਲਦੇ ਆ, ਸੱਚ ਦਾ ਕੱਪੜਾ ਪਾਉਂਦੇ ਆ, ਸੱਚ ਨੂੰ ਜੀਵਨ 'ਚ ਲੈ ਕੇ ਆਉਂਦੇ ਆ, ਤੇ ਫਿਰ ਕਹਿੰਦਾ ਉਹਦੀ ਜੈਕਾਰ ਹੈ। ਉਹ ਫਿਰ ਪਰਮਾਤਮਾ ਇਹੋ ਹੀ ਹੈ, ਪਰਮਾਤਮਾ ਦਾ ਪ੍ਰਭ ਦਾ ਜੈਕਾਰ। ਬਹੁਤ ਵਧੀਆ ਜੀ, ਠੀਕ ਹੈ ਨੀ? ਅੱਜ ਦੀ ਵਿਚਾਰ ਇੱਥੇ ਹੀ। ਅੱਜ ਦੀ ਵਿਚਾਰ ਤਾਂ ਬਹੁਤ ਵਧੀਆ ਵਿਚਾਰ ਹੈ ਜੀ, ਵਾਰ ਸੁਣਨੀ ਚਾਹੀਦੀ ਹੈ। ਸੰਗਤ ਦੇ ਅੱਗੇ ਬੇਨਤੀ ਹੈਗੀ ਭਾਈ। ਹਾਂਜੀ ਹਾਂ, ਬਾਕੀ ਸਾਧ ਸੰਗਤ ਜੀ ਉਹ ਬਸ ਉਹ ਚੀਜ਼ ਵੇਖ ਲਿਓ, ਜੀਵਨ 'ਚ ਕੋਈ ਧਾਰਨਾ ਨਹੀਂ ਬਣਾਉਣੀ ਕਿ ਮੈਂ ਆਹ ਨਹੀਂ ਕਰਾਂਗਾ ਤੇ ਮੈਂ ਉਹ ਨਹੀਂ ਕਰਾਂਗਾ, ਮੈਂ ਇੱਧਰ ਨਹੀਂ ਜਾਊਂ ਤੇ ਇੱਧਰ ਨਹੀਂ ਜਾਊਂ। ਉਹ ਨਹੀਂ ਕੁਛ ਹੈਗਾ ਜੀਵਨ 'ਚ। ਜੀਵਨ ਇੱਕ ਤਰਲ ਹੈ, ਨਦੀ ਹੈ, ਇਸ ਨੂੰ ਅੰਡਰਸਟੈਂਡ ਕਰੋ, ਬੜਾ ਸੁਥਰਾ ਜਿਹਾ ਜੀਵਨ ਬਤੀਤ ਕਰੋ। ਤੁਹਾਨੂੰ ਪਤਾ ਵਾ, ਤੁਹਾਨੂੰ ਕਿਸੇ ਪੁੱਛਣ ਦੀ ਲੋੜ ਨਹੀਂ, ਤੁਹਾਡੇ ਅੰਦਰ ਗਿਆਨ ਹੈਗਾ। ਬਸ ਉਸ ਆਵਾਜ਼ ਨੂੰ ਸੁਣਨਾ ਸ਼ੁਰੂ ਕਰ ਦਿਓ ਜਿਹੜੀ ਆਵਾਜ਼ ਤੁਹਾਨੂੰ ਚੁੱਕਣਾ ਚਾਹੁੰਦੀ ਹੈ। 2 ਆਵਾਜ਼ਾਂ ਹੈਗੀਆਂ ਤੁਹਾਡੇ ਅੰਦਰ, ਇੱਕ ਉੱਪਰ ਨੂੰ ਖੜਦੀ ਹੈ, ਇੱਕ ਥੱਲੇ ਨੂੰ ਖੜਦੀ। ਥੱਲੇ ਨੂੰ ਜਿਹੜੀ ਖੜਦੀ ਉਹ ਬੁੱਧੀ ਨਹੀਂ ਹੈਗੀ, ਉਹ ਕੁਬੁੱਧੀ ਆ। ਜਿਹਦਾ ਮਤਲਬ ਉਹ ਤੁਹਾਡਾ ਜੀਵਨ ਨੂੰ ਥੱਲੇ ਲੈ ਕੇ ਜਾਂਦੀ ਹੈ। ਉਹ ਕਹਿੰਦੀ ਮੈਂ ਥੱਲੇ ਤੈਨੂੰ ਲੈ ਜਾ, ਮਾਇਆ 'ਚ ਡੋਬਦਾ। ਇੱਕ ਜਿਹੜੀ ਤੁਹਾਡੇ ਅੰਦਰ ਛੋਟੀ ਜਿਹੀ ਆਵਾਜ਼ ਆਉਂਦੀ, ਉਹ ਚਾਹੁੰਦੀ ਕਿ ਤੁਹਾਨੂੰ ਚੁੱਕਿਆ ਜਾਵੇ, ਤੁਹਾਡੇ ਜੀਵਨ 'ਚ ਕੁਛ ਮਹਿਕ ਆਵੇ। ਤੇ ਮੈਂ ਕਿਤੇ ਤੁਹਾਨੂੰ ਪਤਾ ਹੀ, ਹੁਣ ਸਰੀਰ ਬਣਾਉਣਾ ਵਾ ਤੇ ਮੇਰੇ ਨੂੰ ਜਿਮ ਜਾਣਾ ਪਊਗਾ, ਐਕਸਰਸਾਈਜ਼ ਕਰਨੀ ਪਊਗੀ। 7-8 ਮਹੀਨੇ ਸਰੀਰ ਹੀ ਬਣਨਾ, ਵਧੀਆ ਸਰੀਰ, ਸ਼ਕਤੀ ਤਾਂ ਹੀ ਹੋਣੀ। ਤੇ ਘਰੇ ਬੈਠਿਆ ਤੇ ਕੁਛ ਵੀ ਨਹੀਂ ਹੋਣਾ।
ਤੋ ਅੱਜ ਦੀ ਵਿਚਾਰ ਇੱਥੇ ਆਪਾਂ ਸਮਾਪਤ ਕਰਦੇ ਹਾਂ ਜੀ। ਠੀਕ ਹੈ ਜੀ, ਬਹੁਤ ਵਧੀਆ ਜੀ।